एक हुंदा है मना लेना, एक हुंदा आप मनना। ਜਿਹੜੇ ਆਪਣੇ ਮਨ ਦੇ ਲੈਵਲ ਤੇ ਗੁਰੂ ਬਣਾਉਂਦੇ ਨੇ ਉਹ ਕਦੇ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ। ਜਿਹੜੇ ਬੁੱਧੀ ਦੇ ਲੈਵਲ ਤੇ ਗੁਰੂ ਬਣਾਉਂਦੇ ਨੇ ਸਮਝ ਕੇ ਉਹ ਮੁਕਤੀ ਪ੍ਰਾਪਤ ਕਰਦੇ। ਬੁੱਧੀ ਨੂੰ ਦੁਆ ਬਣਾਉਂਦਾ, ਮਨ ਨੂੰ ਬੁੱਧੀ ਬਣਾਉਂਦੀ ਹੈ। ਜਦ ਮਨ ਮੰਨਦਾ ਤਾਂ ਆਪਣੀ ਮਰਜ਼ੀ ਨਾਲ ਮੰਨਦਾ, ਬੁੱਧੀ ਦਾ ਉਹ 'ਚ ਕੋਈ ਰੋਲ ਨਹੀਂ। ਜਿਹੜੀ ਗੱਲ ਉਹਨੂੰ ਚੰਗੀ ਲੱਗਦੀ ਮੰਨ ਲੈਂਦਾ। ਮਨ ਪ੍ਰਭਾਵਿਤ ਹੋਇਆ, ਇਹਨਾਂ ਨੂੰ ਗੁਰੂ ਬਣਾਇਆ, ਬਿੱਲੇ ਨੂੰ ਗੁਰੂ ਬਣਾਇਆ। ਇੱਕ ਗੁਣ ਦੇਖਿਆ, ਉਹਨੇ ਕਿਹਾ ਵੀ ਵਧੀਆ ਬਣਾ ਲਓ ਇਹਨੂੰ। ਆਪਣੀ ਮਰਜ਼ੀ ਸੀ ਨਾ ਉਹਦੀ। ਬਿੱਲਾ ਕਿਹੜਾ ਤਾਂ ਗਿਆਨ ਨਾਲ ਗੱਲ ਕਰਦਾ, ਬਿੱਲੇ ਦਾ ਤਾਂ ਮਾਇਆ ਦੀ ਗੱਲ ਹੈ। ਮਾਇਆ ਵਾਸਤੇ, ਢਿੱਡ ਦੀ ਭੁੱਖ ਵਾਸਤੇ ਬੈਠਾ। ਸੁਣ ਸਮਾਜ ਢਿੱਡ ਦੀ ਭੁੱਖ ਹੀ ਹੈ। ਜੇ ਢਿੱਡ ਦੀ ਭੁੱਖ ਨਹੀਂ ਤਾਂ ਅਗਿਆਨਤਾ ਹੈ। ਫਿਰ ਸੁਣ ਸਮਾਜ ਅਗਿਆਨਤਾ ਹੈ। ਅਗਿਆਨਤਾ ਨਾਲ ਮਨ ਨੂੰ ਬਸ ਕਰ ਲਓ। ਇੱਧਰੋਂ ਪੱਟ ਕੇ ਇੱਧਰ ਨਹੀਂ ਲਾਇਆ ਹੈ ਤੇ ਪੱਟਿਆ ਤਾਂ ਸੁੱਕ ਜੂਗਾ। ਫਿਰ ਉਹ ਲਾਉਣ ਵਾਸਤੇ ਪੱਟੀ ਦਾ ਹੁੰਦਾ, ਸੁਕਾਉਣ ਵਾਸਤੇ ਨਹੀਂ ਪੱਟੀ ਦਾ ਹੁੰਦਾ। ਜੇ ਅਸੀਂ ਪੌਦ ਪੱਟਦੇ ਹਾਂ, ਕੋਈ ਬੂਟਾ ਪੱਟਦੇ ਹਾਂ ਤਾਂ ਲਾਉਣ ਵਾਸਤੇ ਪੱਟਦੇ ਹਾਂ ਨਾ। ਪਹਿਲਾਂ ਖੇਤ ਤਿਆਰ ਹੈ, ਫਿਰ ਪਨੀਰੀ ਪੱਟਦੇ ਹਾਂ, ਫਿਰ ਫਟਾਫਟ ਲਾ ਦਿੰਦੇ ਹਾਂ ਜਿੰਨੀ ਛੇਤੀ ਹੋ ਸਕੇ, ਨਹੀਂ ਪਾਣੀ 'ਚ ਰੱਖਦੇ ਹਾਂ। ਇਵੇਂ ਫਲਦਾਰ ਬੂਟਿਆਂ ਦੇ ਪੌਦਾ ਨਾਲ ਮਿੱਟੀ ਰੱਖਦੇ ਹਾਂ, ਜੜ੍ਹਾਂ ਵੀ ਰੱਖਦੇ ਹਾਂ ਵੱਧ ਤੋਂ ਵੱਧ ਜਿੰਨੀਆਂ ਰਹਿ ਜਾਣ। ਲਾਉਣ ਵਾਸਤੇ ਪੱਟਦੇ ਹਾਂ। ਹੁਣ ਮਨ ਨੂੰ ਪੱਟ ਰਿਹਾ ਹੈ, ਸਰੀਰ ਨੂੰ ਤ੍ਰਿਕੁਟੀ 'ਚੋਂ ਲਾ ਕਿੱਥੇ ਰਿਹਾ ਹੈ? ਸੋ ਨਜ਼ਮਾਂ ਵਾਲਾ ਕਿਤੇ ਲਾ ਨਹੀਂ ਰਿਹਾ, ਪੱਟ ਰਿਹਾ। ਪੱਟੇ ਨਹੀਂ ਹੁੰਦਾ ਮਨ ਤੇ ਜਗ੍ਹਾ ਹੀ ਨਹੀਂ ਗਾਹਾਂ। ਖੜਾ ਰਹੂ ਜਾ ਕੇ, ਬਸ ਕੁਰਸੀ ਹੈ ਨਹੀਂ, ਵਿਹਲੀ ਸੀਟ ਹੈ ਨਹੀਂ ਤਾਂ ਖੜਾ ਰਹੂ ਜਾ ਕੇ। ਬੈਠਣ ਨੂੰ ਜਗ੍ਹਾ ਵੀ ਦਿਓ। ਇੱਕ ਥਾਂ ਤੇ ਬੈਠਾ ਢਾਲਤਾ, ਗਾਹਾਂ ਬੈਠਣ ਨੂੰ ਜਗ੍ਹਾ ਹੈ ਨਹੀਂ, ਉਹ ਫਿਰ ਉੱਥੇ ਆ ਕੇ ਬਹਿ ਜਾਂਦਾ ਵਾਪਸ ਉਸੇ ਕੁਰਸੀ ਤੇ। ਸਮਾਧੀ ਟੁੱਟੀ, ਸਾਰੇ ਤ੍ਰਿਕੁਟੀ ਫਿਰ ਆ ਜਾਂਦਾ ਹੁੰਦਾ ਮਨ। ਜੇ ਸ਼ਬਦ ਵਿਚਾਰ ਚੱਲੂਗੀ ਫਿਰ ਸ਼ਬਦ ਵਿਚਾਰ ਤਾਂ ਕੰਮ ਲਾਤਾ ਨਾ ਤੁਸੀਂ ਮਨ ਨੂੰ, ਤਾਂ ਕੰਮ ਲੱਗਿਆ ਹੋਇਆ। ਨਿਆਣੇ ਟੇਕੇ ਨਹੀਂ ਕਲਾਸ 'ਚ ਬਹਿ ਸਕਦੇ ਜੇ ਟੀਚਰ ਨਾ ਹੋਵੇ ਪੜ੍ਹਾਉਣ ਵਾਲਾ। ਸਿਨੇਮੇ ਦੇ ਵਿੱਚ ਫਿਲਮ ਬਿਜਲੀ ਚਲੀ ਜਾਵੇ, ਜਦ ਕੁੜਬੜ ਹੋਣ ਲੱਗ ਜਾਂਦੀ ਹੈ। ਜੇ ਫਿਲਮ ਚੱਲਦੀ ਹੈ ਚੁੱਪ ਨੇ ਬੈਠੇ ਸਾਰੇ। ਇੱਕ ਮਿੰਟ ਬਾਅਦ ਤੇ ਬਿਜਲੀ ਚਲੀ ਜਾਵੇ, ਜਦ ਕੁੜਬੜ ਹੋ ਜੂਗੀ। ਕਿਉਂ? ਹੈ ਨਹੀਂ ਕੁਛ ਉੱਥੇ ਮਨ ਜੁੜਿਆ ਹੋਇਆ ਸੀ। ਬਸ ਇਹੀ ਨੁਕਤਾ ਹੈ ਸਾਰਾ ਸੁਨ ਸਮਾਧ ਔਰ ਸਹਿ ਸਮਾਧ ਦੇ ਵਿੱਚ। 18ਵੇਂ ਗੁਰੂ ਨੇ ਇਹਨੂੰ ਮਨਾਇਆ, 17 ਗੁਰੂ ਇਹਨੇ ਮੰਨੇ ਨੇ। ਇੱਥੋਂ ਚਾਲ ਵੀ ਬਦਲ ਗਈ ਛੰਦ ਦੀ। ਪਹਿਲਾਂ ਹੀ ਕਿਰਪਾਨ ਦਾ ਛੰਦ ਹੈ, ਕਿਰਪਾਨ ਕ੍ਰਿਤ ਛੰਦ। ਹਾਂ, ਛੰਦ ਦਾ ਨਾਂ ਹੀ ਬਦਲ ਗਿਆ। ਘੜ ਹੋਈ ਹੈ ਹੁਣ। ਕਿਰਪਾਨ ਨਾਲ ਗਿਆਨ ਖੜ ਗਿਆ। ਅਸਲ 'ਚ ਉਹ ਗੱਲ ਉਹ ਵੀ ਨਹੀਂ ਸੀ ਜਿਹੜੀ ਗੱਲ ਕਰਦੇ ਸੀ ਆਪਾਂ। ਹੁਣ ਉਦੋਂ ਗਾਂਹ ਆ ਜਾਓ, ਜਿਵੇਂ ਚੰਡੀ ਦੀ ਵਾਰ ਦੇ ਅਰਥ ਕੀਤੇ ਨੇ, ਗੱਲ ਉਹ ਹੈ। ਅਸਲ 'ਚ ਉਹ ਚੰਡੀ ਹੈ ਜਿਹੜਾ ਤੀਰ ਵਾਲਾ ਸੀ। ਤੀਰ ਕਾਹਨੂੰ ਸੀ? ਉਹ ਇਹਨਾਂ ਦਾ ਸ਼ਿਕਾਰ ਕਰਦਾ ਫਿਰਦਾ ਸੀ, ਮਨਮੁੱਖਾਂ ਦਾ, ਜਿਹੜੇ ਫਿਰਦੇ ਸੀ ਨਾ ਜੰਗਲਾਂ 'ਚ। ਉਹ ਇਹਨਾਂ ਦਾ ਹੀ ਸ਼ਿਕਾਰ ਕਰਦਾ ਸੀ, ਇਹਨਾਂ ਨੂੰ ਸਮਝਾਉਂਦਾ ਹੀ ਫਿਰਦਾ ਸੀ। ਗੁਰੂ ਨਾਨਕ ਕੀ ਕਰਦਾ ਸੀ? ਤਣਕ ਚੜਾਇਓ ਸੱਤ ਕਾ ਜਸ ਹੁੰਦਾ ਬਾਣ। ਉਹ ਕੀ ਸੀ? ਉਹੀ ਗੱਲ ਸੀ। ਉਹ ਸ਼ਿਕਾਰੇ ਕਰਦਾ ਫਿਰਦਾ ਸੀ ਗੁਰੂ ਨਾਨਕ। ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨਹੀਂ ਹੁੰਦੇ। ਉੱਥੇ ਆ ਜਾਣੀ ਹੈ ਗੱਲ ਅਸਲ ਦੇ ਵਿੱਚ। ਹੁਣ ਇੱਕ ਸਟੈਪ ਗਾਹਾਂ ਜਾਣਾ। ਸ਼ਿਕਾਰੀ ਵਾਲੀ ਗੱਲ ਛੱਡ ਦਿਓ। ਜਦੋਂ ਵੀ ਬ੍ਰਹਮ ਗਿਆਨ ਨੂੰ ਤੁਸੀਂ ਮਾਇਆ ਦੇ ਵਿੱਚ ਪ੍ਰਮਾਣ ਦੇ ਕੇ ਕਥਾ ਕਰੋਗੇ ਤਾਂ ਦੋਖ ਆਉਣਗੇ। ਇਸੇ ਕਰਕੇ ਰਾਮਾਇਣ ਮਹਾਭਾਰਤ ਆਏ ਹੋਏ ਨੇ ਦੋਖ। ਹੁਣ ਇੱਥੇ ਵੀ ਗੱਲ ਬ੍ਰਹਮ ਗਿਆਨ ਦੀ ਹੈ, ਲਿਆ ਕੇ ਉਹਨਾਂ ਨੇ ਖੜੀ ਕਰਤੀ ਮਾਇਆ ਦੇ ਵਿੱਚ।
ਕਹਾਣੀ ਦੇ ਵਿੱਚ ਦੋਖ ਤਾਂ ਆਉਣਗੇ, ਉੱਥੇ ਦੋਖ ਤਾਂ ਆਉਣਗੇ। ਹੁਣ ਜੇ ਤਾਂ ਉਹਨੂੰ ਮਾਰ ਦਿੰਦਾ, ਤੀਰ ਚੱਲ ਜਾਂਦਾ, ਫਿਰ ਤਾਂ ਉਹ ਮਰ ਜਾਂਦਾ, ਫਿਰ ਕਹਾਣੀ ਖਤਮ ਹੋ ਜਾਂਦੀ ਹੈ। ਮਾਰਨਾ ਵੀ ਨਹੀਂ, ਮਨਾਉਣਾ ਵੀ ਹੈ। ਭਰਵੇਂ ਮਾਰਨਾ ਸੀ ਉਹਦਾ, ਭਰਵੇਂ ਮਾਰਿਆ। ਹਾਂ, ਇਹ ਤਾਂ ਬ੍ਰਹਮ ਵਿਚਾਰ ਹੈ। ਉਹ ਤਾਂ ਇਹਨਾਂ ਦਾ ਸ਼ਿਕਾਰ ਕਰਦਾ ਤਾਂ ਮਿਰਗਾਂ ਦਾ। ਇਹਦੇ ਵਾਸਤੇ ਕਿਹਾ ਸੀ ਉਹਨੂੰ ਵੀ ਜਾ ਕੇ ਗੁਰੂ ਬਣਾ। ਗਿਆਨ ਦਾ ਹੈਗਾ ਸੀ ਗੁਰੂ ਆਲਰੇਡੀ। ਇਹ ਅਵਤਾਰ ਹੈ। ਬ੍ਰਹਮ ਗਿਆਨੀ ਕਦੇ ਅਵਤਾਰ ਨਹੀਂ ਹੁੰਦਾ, ਕਹੋਦਾ ਭਗਤ ਨਹੀਂ ਅਵਤਾਰ ਹੁੰਦੇ ਕਦੇ ਵੀ। ਅਵਤਾਰ ਦੇਹਧਾਰੀ ਹੁੰਦਾ, ਭਗਤ ਤਾਂ ਦੇਹਧਾਰੀ ਹੁੰਦਾ ਹੀ ਨਹੀਂ। ਹਰ ਕਾ ਸੇਵਕ ਹੋਰ ਜਿਹਾ ਭੇਦ ਨਾ ਜਾਣੋ ਹਣਦੇ, ਉਹ ਕਿੱਥੇ ਅਵਤਾਰ ਹੁੰਦੇ। ਐ ਤਾਂ ਫਿਰ ਅਵਤਾਰਾਂ ਦੀ ਲਾਈਨ ਲੱਗੀ ਹੋਈ ਹੈ। ਭਗਤ ਦੀ ਉੱਚੀ ਅਵਸਥਾ, ਅਵਤਾਰ ਥੱਲੇ ਦੀ ਅਵਸਥਾ। ਇਹ ਤਾਂ ਜੁਗ ਜੁਗ ਦੇ ਰਾਜੇ ਨੇ। ਅਵਤਾਰੀ ਉਹ ਰਾਜਾ ਹੀ ਹੈ ਨਾ। ਉਹ ਦੇਖਦਾ ਫਿਰਦਾ, ਮੇਰੇ ਮੁਕਾਬਲੇ ਦਾ ਤਾਂ ਕੋਈ ਨਹੀਂ। ਅਸਲ 'ਚ ਝੰਡਾ ਫੇਰਦਾ ਫਿਰਦਾ ਸੀ ਉਹ। ਮਨ ਜ਼ਰੂਰ ਰੋਕਿਆ ਹੋਇਆ ਸੀ। ਲੋਕਾਂ ਨੂੰ ਦੇਖਦਾ ਸੀ, ਮੇਰੇ ਤੋਂ ਪ੍ਰਭਾਵਿਤ ਹੁੰਦੇ ਨੇ। ਇਹੀ ਨਸ਼ਾ ਸੀ। ਹੋਰ ਨਸ਼ਾ ਕੀ ਸੀ? ਨਸ਼ਾ ਸੀ ਨਾ ਵੀ, ਨਸ਼ਾ ਹੀ ਫਿਰਦਾ ਸੀ। ਕੋਈ ਮਿਲ ਗਿਆ, ਨਸ਼ਾ ਉਤਰ ਗਿਆ। ਕੱਲਾ ਹੀ ਸੀ ਉਹ, ਨਾਲੇ ਕੱਲਾ ਹੀ ਅਸ਼ਕਾਰੀ, ਨਾਲ ਨਹੀਂ ਕੋਈ ਹੈ। ਹਾਂ, ਚੇਲੇ ਜੁਦੇ ਹਨ। ਚੇਲਾ ਹੁੰਦਾ ਹੀ ਨਹੀਂ, ਚੇਲਾ ਹੁੰਦਾ ਹੀ ਨਹੀਂ ਉਹਦੇ ਕੋਲ। ਕੱਲਾ ਹੀ ਉਹ ਦਿਖਾਇਆ। ਉਹ ਚਲੋ ਗੱਲ ਅਲੱਗ ਹੈ, ਉਹ ਕੱਲਾ ਹੈ ਬਸ। ਕੱਲੇ ਕੱਲੇ ਨਿਕਲਦੇ ਨੇ ਫਿਰ ਉਹ। ਬਈ ਸ਼ਿਕਾਰੀ ਤਾਂ ਕੱਲੇ ਕੱਲੇ ਨਿਕਲਣਗੇ। ਕਬਰ ਜੋ ਦੁਨੀਆ ਕਰਨੀ ਉਹਨਾਂ ਨੇ, ਉਹ ਇਕੱਠੇ ਕਰਦੇ ਰਹਿਣਗੇ। ਉਹਨਾਂ ਨੇ ਕਹਾ ਮਹਾਰਾਜ ਕਾਇਮ ਕਰਨਾ। ਜੇ 10 ਆਦਮੀ ਨੇ, ਉਹ ਕਹੂ ਵੀ ਤੂੰ ਇਹ ਏਰੀਏ ਨੂੰ, ਮੈਂ ਉਹ ਏਰੀਏ ਨੂੰ, ਤੂੰ ਉਹ ਏਰੀਏ ਨੂੰ, ਸਭ ਇਕੱਠੇ ਰਹਿਣਗੇ। ਇੱਕ ਥਾਂ ਇੱਕ ਨੂੰ ਬੰਦਾ ਮਿਲੂਗਾ, 10 ਬੰਦੇ ਹੋਣਗੇ, 10 ਮਿਲਣਗੇ ਅੱਡ ਅੱਡ ਏਰੀਏ 'ਚ। ਜ਼ਿਆਦਾ ਏਰੀਆ ਕਵਰ ਹੋਊਗਾ। ਉਹਨਾਂ ਨੇ ਕੁਝ ਕੰਮ ਕਰਨਾ। ਉਹਨਾਂ ਨੇ ਵੱਧ ਤੋਂ ਵੱਧ ਦੁਨੀਆ, ਮਤਲਬ ਆ ਲੋਕਾਂ ਨੂੰ ਸੰਪਰਕ ਕਰਕੇ ਸਮਝਾਉਣਾ ਹੈ। ਹੁਣ ਕਾਲਜ ਖਿੰਡਵੇਂ ਪਿੰਡਾਂ 'ਚ ਕਾਹਦੇ ਸਕੂਲ ਨੇ? ਸਾਰਾ ਇੱਕੋ ਹੀ ਸਕੂਲ ਕਿਉਂ ਨਹੀਂ ਹੈ ਸਾਰੇ ਪੰਜਾਬ 'ਚ? ਸਾਰਾ ਏਰੀਆ ਕਵਰ ਕਰਨਾ। ਕੌਣ ਆਊਗਾ ਇੱਕੋ ਥਾਂ ਚੱਲ ਕੇ? ਇੱਕੋ ਥਾਂ ਵੀ ਤਾਂ ਬਹੁਤੇ ਸਕੂਲ ਹੋ ਸਕਦੇ ਨੇ। ਇੱਦਾਂ ਨਹੀਂ ਹੁੰਦਾ ਹੁੰਦਾ। ਉਹ ਅਸਲ 'ਚ ਉਹ ਨਾ ਸ਼ਿਕਾਰੀ ਸੀ, ਇਹ ਜ਼ਰੂਰ ਸਾਧੂ ਸੀ। ਉਹ ਕਿਉਂ ਬਈ ਉਹਨੂੰ ਜਿਹੜੇ ਚੇਲਾ ਬੈਠਾ 500 ਵਿਚਾਲੇ, ਉਹ ਬੈਠਾ ਹੈ। ਪਹਿਲਾਂ ਕਿਹਾ ਨਹੀਂ ਵਿਚਾਲੇ ਆਲ ਚੇਲੇ ਕਿਉਂ ਨਹੀਂ ਦੇਖੇ? ਇਕੱਲਾ ਹੀ ਗੁਰੂ ਕਿਉਂ ਦੇਖਿਆ? ਹੁਣ ਉਹ ਕੱਲ ਵਾਲੀ ਗੱਲ ਤੇ ਸਵਾਲ ਖੜੇ ਕਰਦਾ ਮੈਂ ਆਪੇ। ਤੁਸੀਂ ਨਹੀਂ ਕੀਤਾ, ਮੈਂ ਤਾਂ ਕਰਦਾ ਨਾ। ਕੋਈ ਹੋਰ ਕਰਦਾ ਮੇਰੇ ਤੇ ਸਵਾਲ, ਕੀ ਜਵਾਬ ਹੈ ਮੇਰੇ ਕੋਲ? ਫਿਰ ਤਾਂ ਉਹੀ ਹੋ ਗਈ, ਸਿਮਰਤ ਵੇਦ ਪੁਰਾਣ ਪੁਕਾਰ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਸ਼ੀਆਂ। ਫਿਰ ਗੱਲ ਔਛੀ ਰਹਿ ਜੂਗੀ। ਇਹ ਉਹੋ ਜਿਹੀ ਬਣ ਜੂਗੀ ਗੱਲ। ਇਹ ਜਿਵੇਂ ਰਾਮਾਇਣ 'ਚ ਦੋਖ ਹੈ, ਮਹਾਭਾਰਤ ਦੋਖ ਹੈ, ਇੱਥੇ ਵੀ ਦੋਖ ਹੈ। ਉਹਨੇ ਜਦੋਂ ਮੁਨੀ ਦੇ ਨਾਲ ਕੋਈ ਚਰਚਾ ਕੀਤੀ ਹੈ ਨਾ, ਚਰਚਾ ਅਸਲ ਦੇ ਵਿੱਚ ਉਹ ਸਮਾਧੀ 'ਚ ਬੈਠਾ ਸੀ। ਉਹਨੇ ਸਮਾਧੀ ਉਹਦੀ ਖੋਲਦਾ ਸੀ, ਤੀਰ ਮਾਰ ਕੇ ਉਹਨੇ ਉਹਦੀ ਸੁਰਤ ਫੜ ਲਈ ਸੀ, ਧਿਆਨ ਫੜ ਲਿਆ ਸੀ। ਉਹ ਕਹਿੰਦਾ ਇੱਧਰ ਨਹੀਂ ਕੁਛ ਹੈਗਾ ਜਿੱਥੇ ਤੂੰ ਤੁਰਿਆ ਫਿਰਦਾ। ਉਹ ਕਹਿੰਦੇ ਮੁਨੀ ਹੈ, ਗੁਰੂ ਹੈ, ਇਹਨੂੰ ਸਮਾਧੀ ਨਾ ਤੋੜੀ। ਐਂ ਕਹਿੰਦੇ ਤੇ ਉਹ ਵੀ ਤੀਰ ਨਾ ਮਾਰ ਇਹਦੇ। ਉਹ ਤਾਂ ਬਾਣੀ ਦਾ ਬਾਣ ਮਾਰਦਾ ਸੀ। ਹਾਂ, ਉਹ ਕਹਿੰਦੇ ਗੁਰੂ ਹੈ, ਇਹਨੂੰ ਐ ਨਾ ਕਹਿ, ਡਿਸਟਰਬ ਨਾ ਕਰ। ਉਹ ਕਿਹਨੇ ਕਹਿਦਾ ਗੁਰੂ ਉਹ ਤੁਹਾਡਾ ਪਾਗਲ ਹੈ,
ਜਿੱਥੇ ਤੁਰਿਆ ਫਿਰਦਾ ਉੱਥੇ ਕੁਝ ਨਹੀਂ ਹੈ, ਹਨੇਰੇ ਤੁਰਿਆ ਫਿਰਦਾ। ਉਹਦੀ ਹਨੇਰੇ ਤੁਰਿਆ ਫਿਰਦਾ ਸੁਣ ਕੇ ਉਹਦੀ ਸਮਾਧੀ ਖੁੱਲ ਗਈ। ਇਹ ਕੌਣ ਆ ਗਿਆ? ਇਹ ਤਾਂ ਉਹ ਆ ਗਿਆ ਜਿਹਦੇ ਖਾਤਰ ਮੈਨੂੰ ਵਿਉਂ ਬਾਣੀ ਹੋਈ ਸੀ ਵੀ ਜਾ ਕੇ ਗੁਰੂ ਬਣਾ। ਇਹ ਤਾਂ ਆਪੇ ਆ ਗਿਆ, ਉਹ ਆਪੇ ਵਿਉਂ ਬਾਣੀ ਹੋਈ ਤੇ ਆਪੇ ਉਹਨੇ ਭੇਜਤਾ। ਫੇਰ ਖੁੱਲੀ ਹੈ ਸਮਾਧੀ। ਜਦ ਗਿਆ ਸਦਾਈ ਹੈ ਜਿੱਥੇ ਤੁਰਿਆ ਫਿਰਦਾ, ਤੁਹਾਨੂੰ ਨਹੀਂ ਪਤਾ ਮੈਨੂੰ ਪਤਾ, ਇਹਨੂੰ ਦੱਸਾਂ ਵੀ ਰਾਹ ਕੀ ਹੈ। ਪਰ ਰਾਹ ਦੱਸਿਆ ਫਿਰ ਉਹਨੇ। ਫਿਰ ਗਿਆਨ ਯੋਗ ਵੱਲ ਆਇਆ। ਉਹ ਧਿਆਨ ਯੋਗ ਤੋਂ ਗਿਆਨ ਯੋਗ ਵੱਲ ਆਇਆ, ਧਿਆਨ ਯੋਗ ਤੋਂ ਗਿਆਨ ਯੋਗ ਵੱਲ ਲੈਂਦਾ। ਪਹਿਲਾਂ ਧਿਆਨ ਯੋਗ ਹੈ, ਉਹਦਾ ਧਿਆਨ ਆ ਰਿਹਾ ਪਿੱਛੇ। ਇੱਥੇ ਗਿਆਨ ਯੋਗ ਹੈ, ਕਿਰਪਾਨ ਆ ਗਈ ਨਾ। ਉੱਠ ਕੇ ਪੈਰੀਂ ਹੱਥ ਉਹਨੇ ਲਾਇਆ ਕਿ ਇੱਕ ਸ਼ਿਕਾਰੀ ਦੇ ਪੈਰੀਂ ਹੱਥ ਲਾਉਂਦਾ। ਸ਼ਿਕਾਰ ਦਾ ਉਹਦੇ ਮਨ ਦਾ ਕਰਤਾ ਉਹਨੇ। ਮਨ ਵਾਲਾ ਮਿਰਗ ਸੀ ਜਿਹੜਾ, ਜਿਹਨੂੰ ਉਹ ਰੋਕਦਾ ਸੀ ਨਾ ਚਾਰਾਂ ਪਾਸੇ ਤੇ ਮਿਰਗ ਨੂੰ ਸਮਾਧੀ ਨਾਲ। ਉਹ ਕਦੇ ਇਹਨੂੰ ਕਰਦਾ ਤਾਂ ਕਦੇ ਇਹਨੂੰ। ਮਿਰਗ ਵੀ ਕਹਿੰਦਾ ਸੀ ਵੀ ਕਦੇ ਥੋੜਾ ਜਿਹਾ ਢਿੱਲ ਦੇਵੇ ਮੈਂ ਭੱਜਾਂ। ਮਨ ਉਹ ਮਨ ਤੇ ਪਹਿਰਾ ਰੱਖਦਾ ਤਾਂ ਉਹ ਕਹਿੰਦਾ ਏਦਾਂ ਨਹੀਂ ਕਰੀਦਾ ਹੁੰਦਾ। ਇਹਨੂੰ ਗਿਆਨ ਦਾ ਪਾਦੇ ਰੱਸਾ। ਔਰ ਰੱਸੇ ਨਾ ਬੰਨੀ ਬੱਕਰੀ, ਹੁਣ ਰੱਸੇ ਨਾ ਬੰਨ ਦੋਗੇ ਸੌਂ ਜਾਓ, ਚਾਹੇ ਕਿੱਧਰ ਚਲੀ ਜਾਊਗੀ। ਜੇ ਤੁਸੀਂ ਉਹਨੂੰ ਖੁੱਲੀ ਛੱਡ ਕੇ ਸੌਂ ਕੇ ਦਿਖਾਓ, ਡੰਗਰ ਨੂੰ ਖੁੱਲਾ ਛੱਡ ਦੋ, ਰੱਸਾ ਨਾ ਪਾਇਆ ਹੋਵੇ, ਫਿਰ ਤੁਸੀਂ ਉਹਦੇ ਵੱਲ ਧਿਆਨ ਨਾ ਦਿਓ, ਦੇਖਾ ਭਲਾ ਉੱਥੇ ਬੈਠੂ, ਤੁਹਾਨੂੰ ਮਿਲ ਜੂ ਉਹ ਗਿਆਨ ਦਾ ਸੰਗਲ ਪਾ ਇਹਨੂੰ। ਔਗਣਾਂ ਦੀਆਂ ਜੰਜੀਰਾਂ ਨੇ ਇਹਦੇ ਗਲ 'ਚ ਪਾਈਆਂ ਹੋਈਆਂ, ਉਹ ਖਿੱਚ ਪਾਉਂਦੀਆਂ ਨੇ, ਉੱਧਰ ਨੂੰ ਜਾ ਰਿਹਾ ਹੈ, ਖਿੱਚ ਪੈਂਦੀ ਹੈ ਔਗਣਾਂ ਦੀ। ਤੇ ਗਿਆਨ ਦੀ ਡੋਰ ਪਾ ਦੇਗਾ ਜਦ, ਉਹ ਜੰਜੀਰਾਂ ਕਮਜ਼ੋਰ ਨੇ, ਨਾਮ ਦੀ ਜੰਜੀਰ ਮਜ਼ਬੂਤ ਹੈ, ਉਹ ਆਪੇ ਟੁੱਟ ਜਾਣਗੀਆਂ। ਜੇ ਗੁਣ ਹੋਣ ਤਾਂ ਕੱਟੀਆਂ, ਗੁਣਾ ਨਾ ਉਹ ਗੁਣਾਂ ਦੀ ਜੰਜੀਰਾਂ ਕੱਟਦੇ। ਉਹ ਕਿਹਾ ਇਹਨੂੰ ਤਾਂ ਕਿਰਪਾਨ ਆਈ ਹੈ, ਗਿਆਨ ਖੜਗਣਾ ਕੱਟ ਹੋਣੀਆਂ ਨੇ ਜੰਜੀਰਾਂ। ਹੁਣ ਕਿਰਪਾਨ ਕਿਰਤ ਛੰਦ। ਪਹਿਲਾ ਛੰਦ ਦਾ ਨਾਂ ਹੀ ਬਦਲ ਗਿਆ। ਇੱਕ ਵੀ ਛੰਦ ਅੱਜ ਤੱਕ ਕਿਰਪਾਨ ਕਿਰਤ ਨਹੀਂ ਆਇਆ। ਤੁਹਾਨੂੰ ਆਇਆ ਕਿਤੇ? ਛੰਦ ਦਾ ਨਾਂ ਹੀ ਬਦਲ ਗਿਆ। ਇਹ ਧਿਆਨ ਵਾਲੀਆਂ ਗੱਲਾਂ ਨੇ, ਪੜ੍ਹਨ ਵਾਲੀਆਂ। ਇਹ 10 ਗ੍ਰੰਥ ਆਦ ਵਾਲੀ ਗੱਲ ਨਹੀਂ ਹੈ। ਇੱਥੇ ਪਤਾ ਨਹੀਂ ਕੀ ਹੈ। ਇੱਕ ਜੇ ਚੱਕਦਾ ਨਾ ਐਡੀ ਚੀਜ਼, ਥੱਲੇ ਪਤਾ ਨਹੀਂ ਕਿੱਡਾ ਖੂਹ ਹੈ, ਔਰ ਖੂਹ 'ਚ ਇੱਕ ਸੰਸਾਰ ਹੈ। ਖੂਹ ਦੇ ਵਿੱਚ ਇੱਕ ਪੂਰੇ ਦਾ ਪੂਰਾ ਹੋਰੇ ਸੰਸਾਰ ਹੈ ਉਹਦੇ ਵਿੱਚ। ਉੱਤੋਂ ਇੰਨੀ ਕੁ ਡਲੀ ਹੈ, ਚੱਕਤੀ, ਥੱਲੇ ਬਹੁਤ ਬੜਾ ਖੂਹ ਹੈ, ਉਹਦੇ 'ਚ ਇੱਕ ਬਹੁਤ ਬੜਾ ਸੰਸਾਰ ਹੈ। ਥੱਲੇ ਜਾ ਝਾਕਦਾ, ਉਹ ਉੱਤੋਂ ਤਾਂ ਢਕਿਆ ਹੀ ਹੋਇਆ ਸੀ। ਛੰਦ ਦਾ ਨਾਂ ਕਿਰਪਾਨ ਕਰਤਾ, ਪਹਿਲੇ ਛੰਦ ਦਾ ਹੀ ਨਾਂ ਬਦਲਤਾ। ਗਾਹਾਂ ਕੀ ਹੋਊਗਾ ਹੁਣ? ਗਾਹਾਂ ਦੇਖੋ ਕੀ ਆ ਰਿਹਾ। ਮੁਨੀਅਤ ਅਪਾਰ। ਅਪਾਰ ਸ਼ਬਦ ਨਹੀਂ ਆਇਆ ਮੁਨੀ ਨਾਲ, ਪਹਿਲਾਂ ਅਪਾਰ ਸ਼ਬਦ ਨਹੀਂ ਆਇਆ। ਅਪਾਰ ਤਾਂ ਆਇਆ ਨਹੀਂ ਕਿਤੇ। ਪਿੱਛੇ ਦਿਖਾਓ, ਪਿੱਛੇ 18 ਹੀ ਜਿੰਨੇ ਆਪਾਂ ਪੜ੍ਹ ਕੇ ਆਏ ਹਾਂ, ਇਹਦੇ ਨਾਲ ਅਪਾਰ ਲਫ਼ਜ਼ ਨਹੀਂ ਲੱਗਿਆ ਹੋਇਆ। ਇਹਦੀ ਬੁੱਧ ਅਪਾਰ ਨਹੀਂ ਹੋਈ। ਗੋਲਾ ਗਿਆਨ ਦਾ ਚੱਲ ਗਿਆ, ਵਿਸਫੋਟ ਹੋ ਗਿਆ ਅੰਦਰ। ਜਿੰਨਾ ਚਿਰ ਗੋਲਾ ਗਿਆਨ ਦਾ ਬਣਿਆ ਹੋਇਆ, ਅਪਾਰਤਾ ਹੈ ਨਹੀਂ। ਜੇ ਗੋਲਾ ਚੱਲ ਗਿਆ ਗਿਆਨ ਦਾ, ਫੇਰ ਨਹੀਂ ਉਹਦਾ ਪਤਾ ਕਿੱਥੇ ਤੱਕ ਗੋਲਾ ਦਾ ਬਾਰੂਦ ਕਿੱਥੇ ਤੱਕ ਚਲਾ ਗਿਆ। ਜਦ ਕਹਿੰਦਾ ਨਾ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਉਹ ਲੱਗ ਗਿਆ। ਪ੍ਰੇਮ ਲਫ਼ਜ਼ ਆਇਆ ਉਹਦੇ ਨਾਲ, ਉਹਦੇ ਹਿਰਦੇ 'ਚ ਪ੍ਰੇਮ ਪੈਦਾ ਹੋਇਆ। ਸ਼ਿਕਾਰੀ ਦੇ ਪ੍ਰਤੀ ਪ੍ਰੇਮ ਨਹੀਂ, ਪ੍ਰੇਮ ਆਇਆ। ਉਹ ਪਲੀਤਾ ਪ੍ਰੇਮ ਵਾਲਾ। ਪਿੱਛੇ ਦੇਖੋ ਪੜ੍ਹ ਕੇ ਕੀ ਹੈ। ਜੇ ਤੁਸੀਂ ਏਦਾਂ ਲੜੀ ਨਹੀਂ ਜੋੜ ਸਕਦੇ, ਇਹਨੂੰ ਕਿੱਥੇ ਕਰ ਲਓਗੇ ਤੁਸੀਂ? ਪ੍ਰੇਮ ਹੈ ਪੈਦਾ ਹੋਇਆ ਉਹਦੇ ਮਨ 'ਚ, ਉਹ ਪਲੀਤਾ ਬਣ ਗਿਆ ਨਾ। ਸੁਰਤ ਉਹਦੀ ਹਵਾਈ ਸੀ, ਪਹਿਲਾਂ ਹਵਾਈ ਉਹ ਸੁਰਤ ਸੀ। ਉਹ ਜਿਹੜਾ ਧਿਆਨ ਸੀ ਹਵਾਈ ਹਵਾ 'ਚ ਧਿਆਨ ਸੀ, ਹੋਰ ਕਾਹਦਾ ਸੀ ਉਹ? ਮਨ ਕੋ ਤਬ ਪ੍ਰੇਮ ਪ੍ਰਸੀਜ ਹੀ। ਹਾਂ, ਪ੍ਰਸੀਜ ਹੀ। ਇਹ ਪਲੀਤਾ ਬਣ ਗਿਆ ਨਾ, ਬਣ ਗਿਆ। ਬ੍ਰਹਮ ਅਗਰ ਉੱਥੋਂ ਆਈ, ਉਹਦੇ ਅੰਦਰੋਂ ਆਈ ਗਿਆਨ ਪ੍ਰਚੰਡ ਦੀ। ਗਿਆਨ ਪ੍ਰਚੰਡ ਦਾ ਸ਼ਿਕਾਰੀ ਦੇ ਅੰਦਰ ਹੈ।
ਤੀਲੀ ਲਾਉਂਗੇ ਪਲੀਤੇ ਨੂੰ ਤਾਂ ਹੀ ਅੱਗ ਲੱਗੂਗੀ। ਤੀਲੀ ਤਾਂ ਤੀਲੀ ਚ ਅੱਗ, ਤਾਂ ਤੀਲੀ ਦਾ ਸ਼ਿਕਾਰੀ ਹੈ। ਗਿਆਨ ਪ੍ਰਚੰਡ ਦਾ ਉਹਦੇ ਅੰਦਰ ਹੈ, ਬ੍ਰਹਮਾਗਨ ਤਾਂ ਉਹਦੇ ਅੰਦਰ ਹੈ ਨਾ। ਉੱਥੋਂ ਆਈ ਪ੍ਰੇਮ ਦੇ ਪਲੀਤੇ ਨਾਲ ਲਾ ਕੇ ਅੱਗ ਐ ਆਉਂਦੀ ਹੈ। ਉਹ ਕਿਹਾ ਨਾ ਤਰਬਰੇਕ ਤਡਾਰ ਸਾਕਾ ਪੋਹ ਪੱਤਰ ਰਸ ਭਰਿਆ, ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨ ਹਰੀ ਪੂਰੇ ਕਰਿਆ, ਜਾनी जानी रे राजा राम की कहानी, अंतर जोत ज्ञान प्रगासा किन गुरमुख बिरले जानी। ये वो कहानी है। फिर की है, कहने पावर एक भौर है, पोह पर रस बीदा। उधर तो फुल दे विच रस है, मकरंद है, उधर भौरा तुरया फिरदा। भौरा दा हैगा यह दत्त, फुल आ गया ओह जंगल दे विच शिकारी, तो फुल नूं देख के भौरा तो बजा बैठिया, जुड़ गया ना प्रेम, रस आ गया उतों। पोह पर रस बीदा, बारह नाल जुड़ गया, प्रेम जोड़दा ना। 12 12 नहीं है, 12 नहीं, 12 ले लिया, खिंच लिया, उर धरिया। उत्थे रस कहता, इत्थे प्रेम पलीत अग कहता, घर तो इको ही है। उत्थे कोला ज्ञान दा चलना सी, इत्थे जागृत अवस्था होनी सी। 12 ले उर धरिया, सो रह सुता पिया सी ना, भी सुन समाज सी ना, सुता सी ना। सो रहा मध्य पवन चकोरिया, जद कहा ना कन्न दे विच पागल है तुरया फिरदा, पवन चकोर गया। सारा कबीर वाला शब्द लागू है। उन्हें कहेगी ये कौन आ गया, मैनू पागल कहने वाला कौन आ गया। दुनिया तो मैनू देख के जनानियां भुल जांदियां ने। हत्था रोटी होंदी है, रोटी थले डिग पैंदी है, हाथ दो ऐ हो जाते हैं। बच्चे उत्थे खड़े रहते हैं, मूँह अड्डे का अड्डिया रह जाता है देख के, ये कौन आ गया। किते उही तो नहीं आ गया जिहड़ा बोलदा सी, अज मूहरे आ गया होवे। पहला तो इहदी आवाज़ सुनी थी, सावां ही आ गया होवे, चकोर गया, हिल गया अंदर, तीर देख के जिवें हिल गया सी। सो रहा है मध्य पवन चकोरिया, कन्न च आवाज गई सी ना ओदी, चकोरिया आकाशे फड़फड़िया, मन फड़फड़ाया। ये कौन आ गया भाई। सब नशा तारता, नशा बहुत सी ना, सारा ही नशा तार के रखता इको लफ्ज नाल। सहज सुन, सुन तो सहज आ गया ना। सहज सुन, जिहड़ा सुन सी सहज हो गया, जाग आया, जागृत अवस्था करती, सुता पिया सी, सुन तो सहज समाज आ गया, ध्यान योग चो ज्ञान योग च आ गया। सो रहे मध्य पवन चकोरिया, आकाश से फड़फड़िया, हृदय च फड़फड़ाया मन। तेरा तो नशा ही लाता सारा, तेरे तो पल्ले ही कख नहीं है, तेनू तो पागल कहता। दुनिया तेनू डंडौतां करती है, ये तेनू पागल कहता है। कौन है ये? इन्ने चेले ने यार झाकिया, फिर पता लग्या भी कौन है। वो एक तो दूज का चंद, उधर सूरज, दूज का चंद कहा होया पिछे, पूर्णमाशी का चंद भी नहीं है। पूर्णमाशी का चंद पूरे का पूरा सामने होंदा, दूज का चंद क्या होया उत्थे। क्यों कहा सी दूज का चंद? ज्ञान नहीं सीगा, ध्यान योग सी। दूज का चंद एकम दा तां दींदा ही नहीं, दूज का ही दींदा हुंदा चंद। एकम दा तां दींदा ही नहीं हुंदा चंद्रमा, कदे किसी ने एकम दा चंद नहीं देखिया होगा। वो दूज का ही हुंदा, असल च एकम दा नहीं हुंदा। जे कोई दीज भी एक मन मत्स्या नूं चंद नहीं दींदा हुंदा, अपनी धरती ते नहीं दींदा, उत्ते दी जांदा जे उच्चा होवे किते। हाँ, आकाशे फड़फड़िया, सहज सुन एक बिरबा उपजिया, फिर उपजिया ज्ञान, फिर फट गया, बीज फट गया, तां ही बाहर निकलू ना, तां पार के है। देखो
ਅਪਾਰ ਕਾ ਤੇ ਲਫ਼ਜ਼ ਲੱਗ ਗਿਆ, ਬੀਜ ਫਟ ਗਿਆ। ਹੁਣ ਉਹਦਾ ਸੀ ਨਾ ਗੋਲਾ ਗਿਆਨ ਦਾ ਚੱਲ ਗਿਆ, ਇਹ ਤੇ ਬੀਜ ਫਟਿਆ ਜਾਂ ਉਪਜਿਆ, ਉਹ ਤੇ ਗੋਲਾ ਗਿਆਨ ਦਾ ਚੱਲਿਆ, ਗੱਲ ਤਾਂ ਇੱਕੋ ਹੀ ਹੈ। ਹਾਂ ਉਹ ਤਾਂ ਦਿਖਾਈ ਦਿੰਦੇ ਹੀ ਨਹੀਂ ਸੀ, ਦਿੰਦੇ ਹੀ ਨਹੀਂ ਸੀ। ਦੂਰ ਤੋਂ ਚੰਦਰਮਾ ਹੀ ਦਿਖਾਈ ਦੇਣਾ ਸੀ। ਟਾਰਗੇਟ ਉਸ ਨੂੰ ਬਣਾਇਆ ਉਹਨੇ, ਆ ਕੇ ਗੁਰੂ ਨੂੰ ਬਣਾਇਆ ਟਾਰਗੇਟ। ਹਾਂ ਮੁਨੀਅਤ ਅਪਾਰ, ਹਾਂ ਮੁਨੀਅਤ ਅਪਾਰ ਗੁੰਗਨ ਉਦਾਰ। ਸਾਇਦ ਸੁਣ ਇੱਕ ਬਿਰਵਾ ਉਪਜਿਆ, ਧਰਤੀ ਜਲ ਹਰ ਸੋਖਿਆ। ਜਿਹੜਾ ਹਿਰਦੇ 'ਚ ਦੂਜ ਦਾ ਚੰਦਰ ਪੈਂਦਾ ਸੀ ਨਾ, ਥੋੜਾ ਜਿਹਾ ਜਲ, ਬਸ ਉਹੀ ਚੱਕ ਕੇ ਉਹਨੇ ਜੜ ਫੜੀ। ਧਰਤੀ 'ਚ ਕਿੰਨਾ ਕੁ ਪਾਣੀ ਹੁੰਦਾ, ਜਦ ਬੀਜ ਜੰਮਦਾ ਜ਼ਿਆਦਾ ਪਾਣੀ 'ਚ ਨਹੀਂ ਬੀਜ ਜੰਮਦਾ ਹੁੰਦਾ। ਉਹ ਹਿਸਾਬ ਦੀ ਉਹ ਗੱਲ ਹੁੰਦੀ ਹੈ ਥੋੜ੍ਹੀ ਜਿਹੀ, ਬਾ ਉਨੀ ਕੁ ਗੱਲ ਚਾਹੀਦੀ ਸੀ ਇਹਨੂੰ। ਗੱਲ ਤਾਂ ਉਹਦੇ ਵਿੱਚ ਹੀ ਸੀ, ਬਾ ਉਨੀ ਕੁ ਗੱਲ ਦਾਣੇ ਨੂੰ ਚਾਹੀਦੀ ਹੈ। ਦਾਣੇ ਨੇ ਫੁੱਲਣਾ ਹੀ ਹੁੰਦਾ ਹੈ। ਗਿਆਨ ਬਹੁਤੇ ਦੀ ਲੋੜ ਨਹੀਂ ਹੈਗੀ ਪਹਿਲਾਂ ਜੜ ਫੜਨ ਵਾਸਤੇ। ਧਰਤੀ ਜਲ ਹਰ ਬਹੁਤ ਕਿਣਕਾ ਹੀ ਹੁੰਦਾ ਗਿਆਨ ਦਾ ਪਹਿਲਾਂ ਆਪਣੇ ਕੋਲ। ਤੇ ਗੁਰਮਤਿ ਦੇ ਗਿਆਨ ਦੇ ਸਾਹਮਣੇ ਕੋਈ ਗਿਆਨ ਨਹੀਂ ਹੁੰਦਾ, ਜਾਂ ਇੱਧਰ ਨੂੰ ਤੁਰਦਾ ਆਦਮੀ। ਕਹੇ ਕਬੀਰ ਮੈਂ ਤਾਂ ਕਾ ਸੇਵਕ ਜਿਹਨੇ ਬਿਰਬਾ ਦੇਖਿਆ। ਜਿਹੜਾ ਸਮਝਾ ਦੇਵੇ ਮੈਂ ਗੱਲ ਕੀ ਕਹਿਤੀ, ਉਹ ਸਾਰਿਆਂ ਜੇ ਬਿਰਬਾ ਦੇਖ ਲਓ, ਇੱਥੇ ਵੀ ਉਹੀ ਬਿਰਬਾ। ਬਿਰਬਾ ਪਾਇਆ ਕੋਈ ਬੁਝਾਰਤ, ਬਿਰਬਾ ਬੁਝਾਰਤ ਨੂੰ ਕਹਿੰਦੇ ਨੇ। ਬਿਰਬਾ ਪੇੜ ਨੂੰ ਵੀ ਕਹਿੰਦੇ ਨੇ, ਬੁਝਾਰਤ ਨੂੰ ਵੀ ਕਹਿੰਦੇ ਨੇ। ਜਿਹਨੇ ਮੇਰੀ ਬੁਝਾਰਤ ਬੁੱਝ ਲਈ, ਸਮਝ ਲਈ, ਇਹ ਆ ਪੇੜ ਕਿੱਥੇ ਪੈਦਾ ਹੋਇਆ ਦੇਖ ਲਿਆ। ਇਹ ਕਿਹੜਾ ਪੇੜ ਹੈ? ਨਾਨਕ ਗੁਰ ਸੰਤੋਖ ਰੁੱਖ। ਸੰਤੋਖ ਸੀ ਨਾ ਉਹਦੇ ਵਿੱਚ, ਤਾਂ ਜੰਮਿਆ ਆ। ਸੰਤੋਖੀ ਦਾ ਪਹਿਲਾਂ ਹੀ ਹੈ, ਸੰਤੋਖੀ ਦਾ ਸੀਗਾ ਨਾ, ਇੱਕ ਤਾਂ ਸੀ ਹੋਇਆ ਤਾਂ ਛੇਤੀ ਜੰਮਿਆ ਆ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆ ਉਹਨੂੰ। ਬਸ ਫੁੱਲ ਤੱਕ ਪਹੁੰਚਿਆ ਹੋਇਆ ਸੀ। ਫੁੱਲ ਦੀ ਵੀ ਗੱਲ ਚੱਲੀ ਹੈ ਨਾ ਪਿੱਛੇ, ਬਸ ਫੁੱਲੇ ਸੀ, ਫਲ ਨਹੀਂ ਸੀ। ਫਲ ਤਾਂ ਹੁਣ ਲੱਗੂ। ਹਾਂਜੀ ਮੁਨੀਅਤ ਅਪਾਰ, ਵਾਹ ਮੁਨੀਅਤ ਅਪਾਰ। ਜਿਹੜਾ ਸੀ ਗੋਲਾ ਗਿਆ ਅੰਦਰ ਚੱਲ ਗਿਆ ਆ, ਬੀਜ ਫਟ ਗਿਆ, ਉੱਗਿਆ ਆ। ਇੱਕ ਤਾਂ ਥਾਈ ਨਾ ਉੱਗਿਆ ਨਾ, ਬਾਹਰ ਕੀਤਾ ਉਹਨੇ। ਪਾਣੀ ਤਾਂ ਥੀ ਧਰਤੀ ਦੇ ਵਿੱਚ, ਬਾਹਰ ਪ੍ਰਗਟ ਕੀਤਾ ਬੋਰ ਕਰਕੇ। ਉਹ ਪਾਣੀ ਥੱਲੇ ਦਾ, ਉਹਦੇ ਅੰਦਰੋਂ ਹੀ ਉਹਨੂੰ ਦਰਸ਼ਨ ਕਰਾਇਆ। ਤੇ ਅੰਦਰੋਂ ਹੀ ਉਹਦੇ ਅੰਦਰੋਂ ਗਿਆਨ ਦਾ ਸੋਮਾ ਫੋੜ ਦਿੱਤਾ। ਬੀਜ ਤਾਂ ਵਿੱਚੋਂ ਹੀ, ਬੀਜ ਚੋਂ ਹੀ ਪੇੜ ਪੈਦਾ ਹੋਣਾ, ਬਾਹਰੋਂ ਕਿੱਥੋਂ ਪੈਦਾ ਹੋਣਾ? ਉਹ ਮਨ ਵਿੱਚ ਹੀ ਆਪ ਹੈ ਨਾ, ਮਨ ਦੇ ਵਿੱਚੇ ਬੈਠਾ ਸੀ, ਪਰ ਉਹ ਬਾਹਰ ਟੋਲਦਾ ਸੀ। ਧਿਆਨ ਯੋਗ ਬਾਹਰ ਹੈ, ਧਿਆਨ ਤਾਂ ਹਵਾ 'ਚ ਹੁੰਦਾ ਉਹਨਾਂ ਦਾ, ਅੰਤਰ ਧਿਆਨ ਤਾਂ ਹੁੰਦਾ ਨਹੀਂ। ਅੰਤਰ ਧਿਆਨ ਵਾਸਤੇ ਸਮਾਧੀ ਦੀ ਲੋੜ ਨਹੀਂ ਹੈ। ਅੰਤਰ ਧਿਆਨ ਵਾਸਤੇ ਸਮਾਧੀ ਦੀ ਲੋੜ ਨਹੀਂ। ਉਹ ਸਹਿਜ ਸਮਾਧ ਹੁੰਦੀ ਹੈ ਅੰਤਰ ਧਿਆਨ। ਆਪਣੇ ਗਿਰਬਾਨ में ਜੈਸੇ ਨੀਵਾ ਕਰਕੇ ਦੇ ਦਿਓ, ਉੱਥੇ ਸਮਾਧੀ ਦੀ ਕੀ ਲੋੜ ਹੈ ਬਈ? ਤੁਰੇ ਜਾਂਦੇ ਵੀ ਕਰ ਸਕਦੇ ਹੋ ਤਾਂ ਤੁਸੀਂ, ਹੱਥ ਪੈਰ ਕਰ ਕੰਮ ਸਭ, ਉਹ ਤਾਂ ਜਦ ਵੀ ਕਰ ਸਕਦੇ ਹੋ ਤੁਸੀਂ। ਇਹ ਗਿਆਨ ਯੋਗ ਅਰਥ ਧਿਆਨ ਯੋਗ ਦਾ ਫਰਕ ਹੈ। ਸਾਡਾ ਗਿਆਨ ਯੋਗ ਹੈ, ਧਿਆਨ ਯੋਗ ਨਹੀਂ ਹੈ। ਧਿਆਨ ਤਾਂ ਆਪੇ ਅੰਤਰ ਹੈ। ਹਾਂਜੀ ਗੁਣ ਗਣ ਉਦਾਰ, ਗੁਣ ਗਣ ਉਦਾਰ। ਉਦਾਰ ਹੈ ਗੁਣ ਨੇ। ਹੁਣ ਗੁਣ ਵੇਚਦਾ ਨਹੀਂ ਹੈ, ਉਦਾਰ ਹੈ। ਅਮੁੱਲ ਗੁਣ ਮੁੱਲ ਵਪਾਰ, ਉਹ ਗੱਲ ਹੈ ਉਦਾਰ। ਉਦਾਰ ਚਿੱਤ। ਹਰ ਆਦਮੀ ਗੁਣ ਦੇ ਪੈਸੇ ਪੜਦਾ ਸੰਸਾਰ 'ਚ। ਆ ਟੀਵੀ ਤੇ ਦੇਖ ਲਓ ਜਿੰਨੇ ਵੀ ਇਹਨਾਂ ਦੇ ਨੇ, ਜੋਤਸ਼ੀ ਨੇ ਗੁਣ ਹੈ, ਵੈਦ ਨੇ, ਰਾਮਦੇਵ ਹੈ, ਸਭ ਪੈਸੇ ਖਤਰ ਕਰਦੇ ਨੇ, ਐਡਾਂ ਦਿੰਦੇ ਨੇ। ਕਿਹੜਾ ਧਰਮ ਹੈ ਇਹਨਾਂ ਦਾ ਜਿਹੜਾ ਬਿਨਾਂ ਪੈਸੇ ਤੇ ਹੈ? ਸਭ ਵਪਾਰ ਹੈ, ਉਦਾਰ ਨਹੀਂ ਹੈ, ਵਪਾਰ ਹੈ। ਜਿੱਥੇ ਵਪਾਰ ਹੈ ਉਦਾਰ ਨਹੀਂ, ਜਿਹੜਾ ਉਦਾਰ ਉੱਥੇ ਵਪਾਰ ਨਹੀਂ। ਦਰਿਆ ਹੈ, ਦਰਿਆ ਉਦਾਰ ਹੁੰਦਾ, ਜਿਹਾ ਪਾਣੀ ਆਇਆ ਗਾਹ ਲੰਘ ਗਿਆ। ਜ਼ਿਆਦਾ ਆਇਆ ਪਿੱਛੇ ਮੀਂਹ ਪੈ ਗਿਆ, ਜ਼ਿਆਦਾ ਲੰਘ ਗਿਆ। ਥੋੜਾ ਆਇਆ ਥੋੜਾ, ਉਹ ਦਰਿਆ 'ਚ ਕਿਹੜਾ ਆਪਣਾ ਪਾਣੀ ਹੁੰਦਾ? ਉਦਾਰ ਹੈ। ਗੁਣ ਗਣ ਉਦਾਰ, ਇਹ ਦੋਏ ਸ਼ਬਦ ਹੁਣ ਆਏ ਨੇ ਇਹਦੇ ਨਾਲ। ਅਪਾਰ ਔਰ ਉਦਾਰ, ਅਪਾਰ ਔਰ ਉਦਾਰ ਪਹਿਲਾਂ ਆਈ ਹੀ ਨਹੀਂ। 18 ਹੀ ਜਗ੍ਹਾ ਉਹਦਾ
ਗੁਰੂਆਂ ਦੇ ਵਿੱਚ ਇਹ ਦੋਏ ਸ਼ਬਦ ਨਹੀਂ ਆਏ, ਔਰ ਨਾ ਇਹ ਛੰਦ ਆਇਆ। ਹੁਣ ਪੂਰਾ ਪੈਟਰਨ ਗੁਰਮਤਿ ਆ ਗਿਆ, ਪੂਰਾ ਗੁਰਮਤਿ ਪੈਟਰਨ ਆ ਗਿਆ। ਹਾਂਜੀ, ਵਿਦਿਆ ਵਿਚਾਰ ਨਿਤ ਕਰਤਚਾਰ। ਵਿਦਿਆ ਵਿਚਾਰੀ, ਵਿਦਿਆ ਪੜ੍ਹੀ ਸੀ, ਵਿਚਾਰੀ ਨਹੀਂ ਸੀ। ਵਿਚਾਰਨ ਵਾਲਾ ਆਤਾ, ਅਰਥਾਂ ਦੇ ਅਨਰਥ ਕਰੀ ਬੈਠਾ ਸੀ। ਅਰਥਾਂ ਦੇ ਅਨਰਥ ਕਰੀ ਬੈਠਾ ਸੀ। ਵਿਦਿਆ ਵਿਚਾਰਨ ਵਾਲਾ ਆਤਾ, ਪਹਿਲਾਂ ਪੰਡਤਾਂ ਦਾ ਚੇਲਾ ਸੀ। ਪੰਡਤ ਸਮਾਧੀ ਲਾਉਂਦਾ, ਬਗਲ ਸਮਾਧੰਗ, ਬਗਲੇ ਵਾਲੀ ਸਮਾਧ ਸੀ। ਗਲ ਵਾਲਾ ਤਿਲਕ ਲਲਾਟੰਗ, ਦੋਈ ਧੋਤੀ ਵਸਤਰ ਕਪਾਟੰਗ। ਜੇ ਜਾਣਸ ਬ੍ਰਹਮ ਕਰਮੰਗ, ਉਹ ਬ੍ਰਹਮ ਕਰਮ ਦਾ ਜਾਣਕਾਰੀ ਦਿੱਤੀ ਹੈ ਇਹਨੂੰ, ਉਹ ਨਹੀਂ ਸੀਗੀ, ਉਹ ਬਾਹਮਣ ਵਾਲੀ ਉਹ ਸੀ। ਜੇ ਜਾਣਸ ਬ੍ਰਹਮ ਕਰਮ ਸਭ ਫੋਕਟ ਨਿਸ਼ਚੋ ਧਰਮ। ਇਹ ਸਾਰੇ ਫੋਕੇ ਨੇ ਤੁਹਾਡੇ ਸਮਾਧੀ ਸਮੂਧੀ। ਉਹੀ ਕਿਹਾ ਫੋਕਾ ਹੈ, ਜਿੱਥੇ ਤੁਰਿਆ ਫਿਰਦੇ ਤੇ ਕੁਛ ਨਹੀਂ ਹੈ। ਫੋਕਾ ਧਰਮ ਹੈ ਤੇਰਾ, ਇਹ 'ਚ ਫੜ ਨਹੀਂ ਲੱਗਿਆ ਕਿਸੇ ਨੂੰ, ਨਾ ਤੈਨੂੰ ਲੱਗੇ। ਹੁਣ ਤਾਂ ਹੀ ਦੱਸ ਕੀ ਮਿਲਿਆ ਤੈਨੂੰ, ਦੱਸ ਕੀ ਮਿਲਿਆ, ਦਿਖਾ ਕੀ ਹੈ ਤੇਰੇ ਕੋਲ? ਕੁਛ ਵੀ ਨਹੀਂ ਦਿਖਾਉਣ ਨੂੰ। ਕੀ ਸੀ ਦਿਖਾਉਣ ਦਾ? ਉਹੀ ਹੈ ਸਮਾਧੀ ਲਾਉਣ ਤਾਂ ਮੈਨੂੰ ਦੇਖ ਲਓ ਬੈਠੇ ਨੂੰ, ਆਹੀ ਸੀ ਦਿਖਾਉਣ। ਚਿਹਰਾ ਹੀ ਦਿਖਾਉਣ ਨੂੰ ਸੀ, ਔਰ ਦਿਖਾਉਣ ਨੂੰ ਤਾਂ ਕੁਛ ਨਹੀਂ ਸੀ। ਦੇਣ ਨੂੰ ਕੁਛ ਨਹੀਂ ਸੀ, ਦਿਖਾਉਣ ਨੂੰ ਇਹ ਸੀ ਬਸ। ਦੇਖ ਕੇ ਲੋਕ ਪ੍ਰਭਾਵਿਤ ਹੁੰਦੇ ਸੀ। ਇਹ ਮਾੜੀ ਮੋਟੀ ਗੱਲ ਯੋਗ ਧਿਆਨ ਦੀ ਕਰਦਾ ਸੀ ਕਿ ਉਹਨਾਂ ਨੂੰ ਕਹਾਂ ਸੀ ਧਿਆਨ ਯੋਗ ਦੀ ਗੱਲ ਕਰਦਾ ਸੀ। ਨਿਤ ਕਰਤਚਾਰ, ਨਿਤ ਕਰਤਚਾਰ। ਔਰ ਜਿਹੜੀ ਵਿਦਿਆ ਵਿਚਾਰਦਾ ਉਹਦੇ 'ਚ ਤਬਦੀਲੀ ਵੀ ਆਉਂਦਾ, ਬੰਦਾ ਆਚਰਣ 'ਚ ਵੀ ਚੇਂਜ ਆਉਂਦੀ ਹੈ, ਲਾਈਨ ਵੀ ਬਦਲਦਾ ਹੈ, ਆਚਰਣ ਦੇ ਵਿੱਚ ਵੀ ਚੇਂਜ ਆਉਂਦੀ ਹੈ। ਸਮਾਧੀ ਵਾਲੀ ਗੱਲ ਭੁੱਲ ਗਿਆ, ਸੁਨ ਸਮਾਧ ਵਾਲੀ ਗੱਲ ਲਾਈਨ ਬਦਲ ਕੇ ਸਹਿ ਸਮਾਧ ਵੱਲ ਨੂੰ ਆ ਰਿਹਾ ਹੁਣ। ਹਾਂ, ਸ਼ਬਦ ਵਿਚਾਰ 'ਚ ਪੈ ਗਿਆ ਵੀ ਇਹ ਤਾਂ ਮਤਲਬ ਆ ਵੀ ਗੱਲ ਗਲਤ ਹੈ, ਫਲਾਣੇ ਅਰਥ ਵੀ ਗਲਤ ਨੇ, ਆ ਵੀ ਗਲਤ ਨੇ, ਰਾਮ ਵੀ ਅੰਦਰ ਹੈ, ਉਹ ਵੀ ਅੰਦਰ ਹੈ, ਤਾਂ ਸਭ ਬਾਹਰ ਕੀਤੇ ਪਏ ਨੇ। ਕਹਾਣੀ ਮਾਲਾ ਹੀ ਹੋਰ ਪੁੱਠੀ ਫੇਰਤੀ, ਇਹ ਪੁੱਠੀ ਮਾਲਾ ਫਿਰ ਗਈ। ਵਿਦਿਆ ਪੜ੍ਹਨ ਦੀ ਬਜਾਏ ਵਿਚਾਰ ਲੱਗ ਗਿਆ, ਪੁੱਠਾ ਆਉਣਾ ਪੈਂਦਾ। ਫਿਰ ਜੋ ਪੜ੍ਹਿਆ ਆ ਪੁੱਠੀ ਸਮਝ ਲੱਗ ਗਈ, ਪਿਛੇ ਨੂੰ ਮੁੜਨਾ ਪਊ ਨਾ, ਰਾਹ ਤਾਂ ਭੁੱਲ ਗਏ। ਜਿੱਥੋਂ ਭੁੱਲੇ ਉੱਥੇ ਆਉਣਾ ਪਊ, ਜਿੱਥੋਂ ਰਾਹ ਫਟ ਕੇ ਦੂਏ ਪਾਸੇ ਚਲੇਗਾ ਵਾਪਸ ਉੱਥੇ ਹੀ ਆਉਣਾ ਪਊਗਾ। ਹਾਂਜੀ, ਲੱਖ ਛਵੀ ਸੁਰੰਗ ਲਾਜਤ ਅਨੰਗ। ਲੱਖ ਹੁਣ ਸੁਰੰਗ ਛਵੀ ਆਉਣ ਲੱਗੀ ਹੈ। ਛਵੀ ਸੁਰੰਗ ਲਾਜਤ ਅਨੰਗ। ਆ ਜਿਹੜੇ ਦੂਏ ਨੇ ਨਾ ਹੁਣ ਸੀਗੇ ਸੁਨ ਸਮਾਧ ਵਾਲੇ, ਉਹਨਾਂ ਨੂੰ ਸ਼ਰਮ ਆਉਣ ਲੱਗੀ ਹੈ ਹੁਣ ਇਹਨੂੰ ਦੇਖ ਕੇ ਕਿ ਹੋਰ ਰਾਹ ਪੈ ਗਿਆ, ਰਾਹ ਫੜ ਗਿਆ ਨਾ। ਸਮਾਧੀ ਵਾਲੇ ਅਨੰਗ ਹੁੰਦੇ ਨੇ, ਮਨ ਨੂੰ ਕਾਬੂ ਕਰਕੇ ਰੱਖਦੇ ਨੇ, ਜਿਹੜੇ ਅਨੰਗ ਕਹਿੰਦੇ ਨੇ। ਉਹ ਮਨ ਸਾਡਾ ਹੈ ਨਹੀਂ ਕਾਬੂ ਹੈ, ਅੰਗ ਅੰਗ ਹੀ ਹੁੰਦਾ। ਇਹ ਜਿਹੜੇ ਹੋਰ ਅਨੰਗ ਨੇ ਨਾ, ਉਹਨਾਂ ਨੂੰ ਵੀ ਗੱਲ ਤਾਂ ਅਸੀਂ ਜਿਹੜਾ ਮੰਨੀ ਬੈਠੇ ਤੇ ਤਾਂ ਗੱਲ ਹੈ ਨਹੀਂ। ਫਿਰ ਲਾਜਤ ਅਨੰਗ, ਜਿਹਨੂੰ ਦੇਖ ਕੇ ਅਨੰਗ ਜਿੰਨੇ ਨੇ ਲਾਜਤ ਹੋ ਜਾਂਦੇ ਨੇ, ਉਹਨੂੰ ਨਹੀਂ ਹੋਏ। ਇੱਕ ਜਨਰਲ ਗੱਲ ਕਰਦੇ ਨੇ, ਐਸੀ ਛਵੀ ਹੋਗੀ ਸੁਰੰਗ ਨਾਮ ਦੇ ਰੰਗ ਵਾਲੀ, ਜਿਹਨੂੰ ਇਹ ਸਮਾਧ ਧਿਆਨ ਯੋਗ ਵਾਲੇ ਦੇਖ ਕੇ ਸ਼ਰਮਸ਼ਾਰ ਹੋ ਜਾਂਦੇ ਨੇ। ਇਹ ਕਰਾਂਗੇ ਇਹਦੇ ਅਰਥ ਹੁਣ। ਦੱਤਾਤਰੇయ ਇਹਨਾਂ ਦਾ ਕੋਈ ਸੰਬੰਧ ਨਹੀਂ ਹੈ, ਇਹ ਜਨਰਲ ਗੱਲ ਹੈ। ਸਾਰੇ ਹੁਣ ਵੀ ਉਹੀ ਗੱਲ ਹੈ, ਜਦ ਵੀ ਉਹੀ ਗੱਲ ਹੈ। ਆ ਜਿਹਨੇ ਮਾਲਾ ਫੇਰਨ ਵਾਲੇ ਸੰਤ ਨੇ, ਹੁਣ ਬੋਲਦੇ ਤਾਂ ਹੀ ਨਹੀਂ ਬੋਲਦੇ, ਛਿੱਤਰ ਪਏ ਹੋਏ, ਹੁਣ ਕਾਹਦੇ ਨਹੀਂ ਬੋਲਦੇ? ਸ਼ਰਮ ਸਾਰੇ ਨੇ। ਕੋਈ ਪੁਲ ਬਣਾਉਣ ਲੱਗ ਗਿਆ, ਕੋਈ ਸੜਕ ਬਣਾਉਣ ਲੱਗ ਗਿਆ, ਕੋਈ ਨਿਆਣਿਆਂ ਦੇ ਵਿਆਹ ਕਰਾਉਣ ਲੱਗ ਗਿਆ, ਕੁੜੀਆਂ ਦੇ, ਕੋਈ ਨਦੀ ਸਾਫ਼ ਕਰਨ ਲੱਗ ਗਿਆ। ਹੁਣ ਦੁਨਿਆਵੀ ਆਦਮੀ ਸੀ, ਦੁਨਿਆਵੀ ਕੰਮ ਲੱਗ ਗਏ। ਇਹਨੇ ਵੀ ਠੀਕ ਹੈ ਬਾਦਲ ਨੇ ਵੀ, ਤੁਸੀਂ ਸਮਾਜ ਦੇ ਕੰਮ ਕਰੋ, ਤੁਹਾਡੇ ਵਾਸਤਾ ਨਹੀਂ ਹੈ, ਐਂ ਤਾਂ ਨਹੀਂ ਇਹਨੇ ਕਿਹਾ। ਪਤਾ ਉਹਨੂੰ ਹੈਗਾ, ਪਤਾ ਹੈਗਾ ਬਾਦਲ ਨੂੰ। ਉਹਨੇ ਕਿਹਾ ਵੀ ਸਮਾਜ ਸੇਵਾ ਦੇ ਕੰਮ ਕਰਨੇ ਚਾਹੀਦੇ ਨੇ ਤੁਹਾਨੂੰ। ਉਹ ਵੀ ਲੱਗ ਗਿਆ, ਉਹਨਾਂ ਕਿ ਵੀ ਟਾਈਮ ਆ ਗਿਆ ਵੀ ਹੁਣ। ਹਾਂਜੀ, ਇੱਕ ਬਿਮਲ ਅੰਗ ਚੱਕਰ ਰਹਿਤ ਗੰਗ। ਬਿਮਲ ਵੀ ਲਫ਼ਜ਼ ਹੁਣ ਆਇਆ, ਪਹਿਲਾਂ ਨਹੀਂ ਆਇਆ।
ਬਿਮਲ ਹੁਣ ਤਾਂ ਹੀ ਨਹੀਂ ਲੱਗਿਆ ਨਾਲ ਇਹਦੇ, ਛੰਦ ਦਾ ਨਾਂ ਬਦਲਿਆ ਨਾ, ਕੱਲਾ ਲਫ਼ਜ਼ ਵੀ, ਭਾਸ਼ਾ ਵੀ ਬਦਲ ਗਈ, ਕਿਉਂ ਵਿਦਿਆ ਵਿਚਾਰੀ ਹੈ ਹੁਣ। ਬਿਮਲ ਅੰਗ ਹੁਣ ਨਿਰਮਲ ਨਹੀਂ ਹੈ, ਬਿਮਲ ਹੈ, ਪਵਿੱਤਰ ਨਹੀਂ ਹੈ, ਪੁਨੀਤ ਹੈ। ਹਾਂ, ਚੱਕ ਰਹਿਤ ਗੰਗ, ਅੱਗੇ ਗੰਗਾ ਦੀਆਂ ਤਰੰਗਾਂ ਨਾਲ ਉਹ ਜਟਾਂ ਨੂੰ ਕਰਦੇ ਰਹਿੰਦੇ, ਹੁਣ ਤਾਂ ਗੰਗ ਵੀ ਚੱਕਤ ਹੈ, ਗੰਗਾ ਵੀ ਹੈਰਾਨ ਹੈ। ਉਹ ਗੰਗਾ ਦੇ ਭਗਤ ਨੇ ਜਿਹੜੇ ਸ਼ਿਵ ਜੀ ਦੇ ਚੇਲੇ, ਉਹ ਜਿਹੜੇ ਗੰਗਾ ਦੇ ਬੈਠੇ ਨੇ ਸਾਰੇ, ਇਹ ਗੰਗਾ, ਇਹ ਹੀ ਗੰਗ ਨੇ, ਚੱਕਦੇ ਰਹਿਣੇ ਨੇ, ਹੋਰ ਕੀ ਰਹਿਣਾ। ਲੱਖ ਦੁੱਤ ਅਪਾਰ ਰੀਜਤ ਕੁਮਾਰ, ਗੰਗਾ ਦੇ ਉੱਤੇ ਹੀ ਹੋਇਆ ਹੈ ਕਬੀਰ, ਪਹਿਲਾਂ ਗੰਗਾ ਉੱਥੇ ਹੀ ਹੋਇਆ ਹੈ, ਉੱਥੇ ਕਬੀਰ ਤੇ ਹੀ ਜਾਂਦੀਆਂ ਨਾ। ਗੰਗਾ ਵਾਲੇ ਸਾਰੇ ਚੱਕਤ ਹੋ ਗਏ ਕਬੀਰ ਨੂੰ ਦੇਖ ਕੇ, ਹੋਏ ਨਹੀਂ ਹੋਏ, ਜਿਹਨੂੰ ਦੇਖ ਕੇ ਗੰਗਾ ਦੇ ਭਗਤ ਸਾਰੇ ਚਕਿਤ ਹੋ ਜਾਂਦੇ ਨੇ। ਐਸਾ ਬਿਮਲ ਅੰਗ ਹੋ ਗਿਆ ਜੈਸਾ ਕਬੀਰ ਦਾ ਸੀ। ਪ੍ਰੈਜ਼ੈਂਟ ਨਾਲ ਵੀ ਮਿਲਾ ਕੇ ਚੱਲਣਾ ਅਸੀਂ ਗੱਲ, ਇਹ ਤਿੰਨੇ ਹੁਣ ਤਿੰਨੇ ਕਾਲ 'ਚ ਸੱਚੀ ਹੋਣੀ ਹੈ ਇਹ ਗੱਲ, ਕਿਉਂਕਿ ਕਿਰਪਾਨ ਛੰਦ ਹੈ ਨਾ, ਉਹ ਕਹਾਣੀ ਮੁੱਕ ਗਈ ਪਿੱਛੇ ਵਾਲੀ, ਪਿੱਛੇ ਵਾਲੀ ਕਹਾਣੀ ਖਤਮ ਹੋ ਗਈ। ਹੁਣ ਜਿਹੜੀ ਚੱਲੂ ਤਿੰਨੇ ਲੋਕ 'ਚ ਸੱਚ ਚੱਲੂਗਾ, ਕਿਰਪਾਨ ਕਰਤ ਛੰਦ ਹੈ। ਹੁਣ ਉਹਦੇ ਨਾਲ ਰਿਲੇਟਡ ਨਹੀਂ ਚੱਲਣਾ, ਹੁਣ ਸਾਰਿਆਂ ਨਾਲ ਰਿਲੇਟਡ ਚੱਲਣੀ, ਉਹਦੇ ਨਾਲ ਵੀ ਚੱਲੂ ਨਾ, ਸਾਰਿਆਂ ਨਾਲ, ਉਹਦੇ ਨਾਲ ਵੀ ਚੱਲੂ, ਸਾਰਿਆਂ ਨਾਲ ਚੱਲੂ ਹੁਣ ਰਿਲੇਟਡ। ਲੱਖ ਦੁੱਤ ਅਪਾਰ ਰੀਜਤ ਕੁਮਾਰ, ਦੇਖੋ ਦੁੱਤ ਹੈ ਅਪਾਰ, ਫੇਰ ਅਦੁੱਤੀ ਹੈ ਉਹ, ਜਿਹੜਾ ਦੂਜਾ ਕੋਈ ਨਹੀਂ ਹੁੰਦਾ। ਅਦੁੱਤੀ ਕੌਣ? ਉਹਦੇ ਜਿਹਦੀ ਮਿਸਾਲ ਨਹੀਂ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਹੀ ਨਹੀਂ ਉਹਦੀ। ਦੁੱਤ ਉਹ ਹੈ ਜਿਹਦੇ ਵਰਗਾ ਦੂਜਾ ਕੋਈ ਨਹੀਂ, ਇੱਕੋ ਹੀ ਹੈ, ਸਾਰੇ ਭਗਤ ਇੱਕੋ ਹੀ ਨੇ, ਇੱਕੋ ਹੀ ਸਰੂਪ ਹੈ ਨਾ ਸਭ ਦਾ, ਫਰਕ ਨਹੀਂ, ਭਿੰਨ ਭੇਦ ਨਹੀਂ ਹੈ ਉੱਥੇ। ਹਾਂ, ਦੁੱਧ ਅਪਾਰ, ਦੁੱਧ ਅਪਾਰ ਉਹ ਹੈ ਜਿਹਦੇ ਵਰਗਾ ਦੂਜਾ ਨਾ ਹੋਵੇ। ਇੱਕ ਅਪਾਰ ਦੁੱਧ ਹੈ ਮਾਇਆ, ਇੱਕ ਮਾਇਆ 'ਚ, ਮਾਇਆ 'ਚ ਭਿੰਨ ਭਿੰਨ ਹੋਊਗਾ, ਮਾਇਆ ਤੇ ਪਰੇ ਜਿਹੜਾ ਚਲਾ ਗਿਆ ਦੁੱਧ, ਉਹ ਫਿਰ ਇੱਕੋ ਜਿਹੇ ਨੇ ਸਾਰੇ, ਸੱਚਖੰਡ 'ਚ ਸਾਰੇ ਇੱਕੋ ਹੀ ਨੇ, ਤਾਂ ਨੇ ਕਿਉਂਕਿ ਪਾਰ ਨੇ ਨੋ ਮਾਇਆ ਤੋਂ। ਅਪਾਰ ਤਾਂ ਕਿ ਉਹਨਾਂ ਦਾ ਭਾਰ ਨਹੀਂ ਗਾਹਾਂ, ਮਾਇਆ ਦਾ ਭਾਰ ਹੈਗਾ, ਮਾਇਆ ਤੋਂ ਪਾਰ ਨੇ, ਆਪ ਅਪਾਰ ਨੇ, ਉਦੋਂ ਗਾਹਾਂ ਨਹੀਂ ਕੋਈ ਜਾ ਸਕਦਾ, ਉਦੋਂ ਗਾਹਾਂ ਕੁਛ ਨਹੀਂ ਹੈ, ਜਿੱਥੇ ਮਰਜੀ ਫਿਰੋ। ਰੀਜਤ ਕੁਮਾਰ, ਰੀਜਤ ਕੁਮਾਰ ਜਿੰਨੇ ਚੇਲੇ ਨੇ ਸਾਰੇ ਵੀ ਹੁਣ ਉਹਨਾਂ ਦੀ ਵੀ ਤਸੱਲੀ ਹੋਣ ਲੱਗ ਵੀ, ਹਾਂ ਹੁਣ ਗੱਲ ਜਿਹੜੀ ਹੈ, ਹੁਣ ਮਨ ਨੂੰ ਸ਼ਾਂਤੀ ਆਉਣ ਲੱਗੀ ਸਭ ਦੇ। ਕੁਮਾਰ ਚੇਲੇ ਨੂੰ ਕਹਿੰਦੇ ਨੇ, ਜਿਵੇਂ ਰਾਜਕੁਮਾਰ, ਕੁਮਾਰ ਬੇਟੇ ਨੂੰ ਜਾਂ ਚੇਲੇ ਨੂੰ ਕੁਮਾਰ ਕਹਿੰਦੇ ਨੇ। ਜਿਹੜੇ ਕੁਮਾਰ ਸੀ ਸਾਰੇ ਉਹਦੇ ਨਾਲ ਚੇਲੇ, ਸੈਨਾ ਸੀ, ਉਹ ਵੀ ਉਹਨਾਂ ਦੀ ਵੀ ਰਿੱਝਣ ਲੱਗ ਵੀ, ਹਾਂ ਗੱਲ ਹੁਣ ਜਿਹੜੀ ਹੈ, ਹੁਣ ਗੱਲ ਸੌਖੀ ਹੋ ਗਈ, ਕੁਛ ਦਿਖਣ ਲੱਗ ਗਿਆ ਮੂਹਰੇ, ਹੁਣ ਰਾਹ ਮਿਲ ਗਿਆ। ਪਹਿਲਾਂ ਕਰਾਹੇ ਪਏ ਤੇ ਵੀ ਆਪੇ ਭਾਈ ਧਿਆਨ ਟਿਕਾ ਲਓ, ਮਾੜਾ ਲੈ ਲਓ, ਫੇਰੀ ਜਾਓ, ਮਿਲਦਾ ਕੁਛ ਹੈ ਨਹੀਂ। ਕਬੀਰ ਪਰੇਸ਼ਾਨ ਹੋ ਗਿਆ, ਹਨੇਰੇ 'ਚ ਸੀ ਨਾ, ਹਨੇਰੇ ਦੀ ਦੌੜ ਛੱਡ ਕੇ ਚਾਨਣੇ ਦੀ ਦੌੜ 'ਚ ਕਰਤੇ, ਰੋਸ਼ਨੀ 'ਚ ਭੱਜੋ, ਰੋਸ਼ਨੀ 'ਚ ਭੱਜੋ, ਹਨੇਰੇ 'ਚ ਨਾ ਭੱਜੋ। ਹਨੇਰੇ 'ਚ ਭੱਜਦੇ ਸੀ। ਹਾਂਜੀ, ਗਿਆਨੀ ਅਪਾਰ, ਆ ਦੇਖੋ ਗਿਆਨ ਯੋਗ ਆ ਗਿਆ। ਪਹਿਲਾਂ ਗਿਆਨ ਯੋਗ ਕਿੱਥੇ ਹੈ? ਸਾਰੀ ਲਾਈਨ ਬਦਲ ਗਈ ਇੱਥੇ ਆ। ਅਸਲ 'ਚ ਗੁਰੂ ਇੱਕੋ ਹੀ ਬਣਾਇਆ, ਇਹਨੇ ਦੱਤ ਨੂੰ ਮਨਵਾਇਆ, ਦੱਤ ਨੇ ਪੈਰੀ ਪਿਆ ਜਾ ਕੇ, ਹੋਰ ਕਿਸੇ ਦੇ ਪੈਰੀ ਨਹੀਂ ਪਿਆ, ਦੂਜੇ ਨੂੰ ਨਹੀਂ ਕਿਸੇ ਨੂੰ ਦੱਸਿਆ ਮੈਂ ਇਹਨੂੰ ਗੁਰੂ ਬਣਾ ਲਿਆ। ਜਿੱਥੇ ਜਿੱਥੇ ਵੀ ਗੁਰੂ ਮੰਨਿਆ ਉਹਨੇ, 16 ਹੀ ਗੁਰੂਆਂ ਦੇ ਵਿੱਚ ਜਾਂ 18 'ਚ 17 'ਚ, ਦੂਜੇ ਕਿਸੇ ਨੂੰ ਪਤਾ ਨਹੀਂ ਮੈਨੂੰ ਗੁਰੂ ਧਾਰਨ ਕਰ ਲਿਆ। 17 ਹੀ ਗੁਰਦੇਵ ਧਾਰਨ ਜਿਹੜੇ ਕੀਤੇ ਨੇ ਉਹਨੇ, ਦੂਜੇ ਕਿਸੇ ਨੂੰ ਨਹੀਂ ਪਤਾ, ਨਹੀਂ ਧਾਰਨ ਕਰ ਲਏ। ਇਹਦਾ ਜਾਂ ਧਾਰਨ 18ਵਾਂ ਕੀਤਾ, ਸਾਰਿਆਂ ਨੂੰ ਇਹ ਭਾਂਡਾ ਫੁੱਟ ਗਏ।
ਚੇਲੇ ਵੀ ਪੈਰੀ ਪਏ। ਜੇ ਪਹਿਲਾਂ ਗੁਰੂ ਧਾਰਨ ਕਰਦਾ ਉਹ, ਚੇਲੇ ਕਿਉਂ ਨਾ ਪੈਰੀ ਪੈਂਦੇ ਵੀ ਉਹਦੇ? ਕਿਸੇ ਨੂੰ ਦੱਸਿਆ ਨਹੀਂ ਉਹਨੇ ਵੀ ਮੈਂ ਇਹ ਤੋਂ ਪ੍ਰਭਾਵਿਤ ਹੋ ਗਿਆ। ਆਪਣੇ ਮਨ 'ਚ ਪ੍ਰਭਾਵਿਤ ਜ਼ਰੂਰ ਹੋਇਆ, ਪਰ ਦੂਜੇ ਨੂੰ ਨਹੀਂ ਦੱਸਿਆ ਕਿਸੇ ਨੂੰ। ਭੇਦ ਰੱਖਦਾ ਰਿਹਾ ਵੀ ਮੇਰਾ ਪਤਾ ਨਾ ਲੱਗ ਜਾਵੇ ਵੀ ਮੈਂ ਇਹ ਤੋਂ ਪ੍ਰਭਾਵਿਤ ਹਾਂ। ਜ਼ਾਹਰ ਨਹੀਂ ਕੀਤੀ ਗੱਲ ਕਿਤੇ ਵੀ, ਇੱਥੇ ਆ ਕੇ ਜ਼ਾਹਰ ਹੋ ਗਈ। 18ਵੇਂ ਨੰਬਰ ਤੇ ਜ਼ਾਹਰ ਹੋ ਗਈ ਗੱਲ। ਇਹਦਾ ਮਤਲਬ ਇਹਨੇ ਢਾਹਿਆ ਉਹਨੂੰ, ਸ਼ਿਕਾਰੀ ਨੇ ਢਾਹਿਆ ਆ ਕੇ। ਸਮਝਿਆ ਨਹੀਂ? ਹਾਂ, ਜਿਹੜਾ ਇਹਦਾ ਮਨ ਇਹ ਤੇ ਕਾਬੂ ਨਹੀਂ ਸੀ ਆਉਂਦਾ, ਉਹਨੇ ਕਾਬੂ ਕਰ ਲਿਆ। ਇਹਦੇ ਨਹੀਂ ਸੀ ਕਾਬੂ ਆਉਂਦਾ, ਉਹਨੇ ਕਾਬੂ ਕਰਤਾ। ਫੇਰ ਮੰਨਿਆ, ਐਵੇਂ ਨਹੀਂ ਮੰਨਿਆ। ਹਾਂ, ਐ ਨਹੀਂ ਸੀਗਾ ਬਈ ਉਹੀ ਜਾ ਕੇ ਪੈਰੀ ਪੈ ਗਿਆ। ਹਾਂ, ਗੁਣਗਨ ਉਦਾਰ। ਕਿਉਂਕਿ ਕੱਲ ਜੇ ਇਹ ਗੱਲ ਕਹਿੰਦੇ, ਕੱਲ ਇਹ ਪ੍ਰਸੰਗ ਨਹੀਂ ਸੀ ਚੱਲਣਾ, ਹੁਣ ਚੱਲੂਗਾ ਉਹ ਪ੍ਰਸੰਗ। ਹੁਣ ਸਾਨੂੰ ਜਾ ਰਿਹਾ ਵੀ ਹਾਂ, ਜਿਹੜੀ ਅਸੀਂ ਹੁਣ ਬੁਝਾਰਤ ਅੱਜ ਬੁੱਝੀ ਹੈ ਉਹਦੇ ਹਿਸਾਬ ਨਾਲ ਚੱਲਦੀ ਹੈ ਕਹਾਣੀ। ਕਹਾਣੀ ਉਹਦੇ ਹਿਸਾਬ ਨਾਲ ਚੱਲਦੀ ਹੈ ਨਾ। ਉਹਦੀ ਵੀ ਜ਼ਰੂਰਤ ਸੀ ਕੱਲ ਵਾਲੀ ਉੱਥੇ ਹੀ ਸੀ ਬਸ। ਕੱਲ ਉਹ ਨਹੀਂ ਸੀ, ਕਿਉਂ? ਅਗਿਆਨਤਾ ਦੇ ਵਿੱਚ ਉੱਥੇ ਥੀ ਉਹ ਕਹਾਣੀ ਹੈ। ਹੁਣ ਗਿਆਨ ਦੀ ਰੋਸ਼ਨੀ 'ਚ ਹੁਣ ਚੱਲੇ ਨਾ। ਉਦੋਂ ਅਗਿਆਨਤਾ ਦੇ ਵਿੱਚ ਸੀ ਉਹਨਾਂ ਉੱਥੇ। ਅੱਜ ਗਿਆਨ ਦੀ ਰੋਸ਼ਨੀ ਚੱਲੇ, ਉਦੋਂ ਤੱਕ ਹਨੇਰੇ ਦੀ ਦੌੜ ਸੀ। ਹਨੇਰੇ ਦੀ ਦੌੜ ਦੀ ਉਹੀ ਬੁਝਾਰਤ ਉਨੀ ਹੋਈ ਹੈ। ਗੁਣਗਨ ਉਦਾਰ ਉਹ ਉਹੀ ਅਰਥ ਕਰਨਗੇ ਹਨੇਰੇ ਵਾਲੇ, ਜਿਵੇਂ ਰਾਮ ਰਾਵਣ ਦੇ ਅਰਥ ਕਰ ਰਹੇ ਨੇ ਨਾ, ਕਰਦੇ ਰਹੇ ਨੇ ਹਨੇਰੇ ਵਾਲੇ। ਹੁਣ ਰਮਾਇਣਾਂ ਨੇ ਉਹ ਉਵੇਂ ਕਰਨਗੇ ਅਰਥ। ਰਾਮ ਦੀਆਂ 3 ਮਾਵਾਂ ਕਿਉਂ ਨੇ, ਇਹਦਾ ਜਵਾਬ ਨਹੀਂ ਉਹਨਾਂ ਕੋਲ। ਕਿਉਂ ਨੇ 3 ਮਾਵਾਂ ਜ਼ਰੂਰ ਨੇ, ਕਿਉਂ ਨੇ ਇਹਦਾ ਨਹੀਂ ਪਤਾ। ਦਸ਼ਰਥ ਨੂੰ ਜਸਰਥ ਕਿਉਂ ਕਹਿਤਾ ਗੁਰਬਾਣੀ 'ਚ, ਇਹ ਕਹਿੰਦੇ ਨਹੀਂ। ਉਹ ਤਾਂ ਗਲਤੀ ਨਾਲ ਲਿਖਤਾ, ਗਲਤੀ ਨਾਲ ਲਿਖਤਾ ਉਹਨੇ, ਉਹਨੂੰ ਪਤਾ ਨਹੀਂ ਸੀ ਇਹ ਮਿਸਪ੍ਰਿੰਟ ਹੋਇਆ ਹੋਇਆ। ਦਸ਼ਰਥ ਇਹ ਚਾਹੀਦਾ, ਜਸਰਥ ਨਹੀਂ ਚਾਹੀਦਾ। ਉਹ ਐਂ ਕਹਿਣਗੇ। ਕਿਉਂ ਦਾ ਜਵਾਬ ਸਾਡੇ ਕੋਲ, ਕਿਉਂ ਦਾ ਜਵਾਬ ਗਾਹਾਂ ਇੱਥੇ ਆਊਗਾ। 19ਵੀਂ ਕਥਾ 'ਚ ਕਿਉਂ ਦਾ ਜਵਾਬ ਹੈ। 18 ਨੰਬਰ ਤੇ ਪਿੱਛੇ 17 ਤੱਕ ਉਹੀ ਹੈ। ਹਾਂਜੀ, ਗਿਆਨੀ ਅਪਾਰ ਗੁਣਗਨ ਉਦਾਰ। ਗਿਆਨੀ ਅਪਾਰ ਹੈ ਨਾ, ਗੁਣਗਣ ਤਾਂ ਉਦਾਰ ਨੇ ਨਾ। ਤੇ ਉਦਾਰ ਫਿਰ ਆ ਗਿਆ। ਜਿਹੜੇ ਗਿਆਨੀਆਂ ਕਾ ਤਾਂ ਨਾ ਨਾਮ। ਇਸ ਕਰਕੇ ਇੱਥੇ ਅਮੁੱਲ ਗੁਣ, ਹਾਂ, ਗੁਣ ਵੀ ਅਮੁੱਲ ਹੁੰਦੇ ਨੇ। ਇਹ ਗੁਣ ਮੁੱਲ ਵਿਕਦੇ ਹੀ ਨਹੀਂ। ਇਹਦੀ ਕੋਈ ਕੀਮਤ, ਜਦ ਕੀਮਤ ਨਹੀਂ ਉਹਦੀ, ਵਿਕੂ ਤਾਂ ਉਹ ਚੀਜ਼ ਜਿਹੜੀ ਕੀਮਤ ਹੋ। ਜੇ ਕੀਮਤ ਹੈ ਕੋਈ ਨਹੀਂ ਜਿਹੜੀ ਚੀਜ਼ ਦੀ, ਕਾਹਦੇ ਨਾਲ ਵੇਚੇ, ਕਾਹਦੇ ਵੱਟੇ ਵੇਚੇ। ਇਸ ਕਰਕੇ ਫਰੀ ਦੇਣੀ ਯੋਗ ਹੈ ਉਹ। ਹੀਰੇ ਨੂੰ ਕੌਡੀ ਬਦਲੇ ਦੇਣਾ, ਕੌਡੀ ਕਹੇ ਵੀ ਕੌਡੀ ਵੀ ਕੋਲੇ ਰੱਖ ਭਾਈ, ਤੂੰ ਦੇ ਰਹੇ ਹੋ ਤੁਸੀਂ ਲਾ ਹੀਰਾ, ਲੈ ਰਹੇ ਹੋ ਕੌਡੀ। ਕਹ ਕੌਡੀ ਤੂੰ ਆਪਣੀ ਕੋਲੇ ਰੱਖ। ਉਹਨੇ ਕੌਡੀ ਦੇ ਕੀ ਕਰਾਉਣਾ ਹੀਰੇ ਵਾਲੇ ਨੇ? ਉਹ ਜਿਹੜਾ ਹੀਰੇ ਵੰਡ ਰਿਹਾ ਹੈ ਉਹ ਕੌਡੀਆਂ ਇਕੱਠੀਆਂ ਕਰਕੇ ਕੀ ਕਰੂਗਾ? ਨਾਲੇ ਤਾਂ ਉਹ ਧਰਮ ਨੂੰ ਧੰਦਾ ਬਣਾਊਗਾ, ਲਊਗਾ ਕੀ ਕੌਡੀਆਂ ਹੀਰੇ ਵੱਡੇ। ਉਹ ਪਾਗਲ ਹੈ। ਫਿਰ ਅਗਲੇ ਨੇ ਮੁੱਲ ਲਿਆ, ਹੀਰੇ ਦਊ ਕੌਡੀਆਂ ਦਊ। ਫਿਰ ਪਾਗਲ ਹੈ ਉਹ। ਹਾਂ, ਕੌਡੀਆਂ ਦੇ, ਕੌਡੀ ਨੂੰ ਘਟੀਆ ਚੀਜ਼ ਦੇ ਕੇ, ਮਿੱਟੀ ਦੇ ਕੇ ਕੌਡੀਆਂ ਲੈਂਦਾ ਹੋਵੇ ਨਾ, ਫਿਰ ਤਾਂ ਗੱਲ ਬਣਦੀ ਹੈ। ਮਿੱਟੀ ਦੇ ਕੇ ਕੌਡੀ ਲੈਂਦਾ ਹੋਵੇ ਫਿਰ ਤਾਂ ਹੈ। ਹੁਣ ਇਹ ਮਿੱਟੀ ਉਹ ਦਿੰਦੇ ਨੇ, ਜਿਹੜੀ ਪੈਰਾਂ ਦੀ ਧੂੜ ਹੁੰਦੀ ਹੈ, ਕੀ ਆ, ਖੇਹ ਹੁੰਦੀ ਹੈ। ਖੇਡ ਆਉਂਦੇ ਨੇ ਸੰਤ, ਖੇਡ ਆਉਂਦੇ ਨੇ। ਉਹ ਕੌਡੀਆਂ ਹੀ ਠੀਕ ਨੇ ਉਹਨਾਂ ਨੂੰ। ਤੇ ਕੌਡੀਆਂ ਬਦਲੇ ਵੀ ਖੇਹ ਤਾਂ, ਕੌਡੀਆਂ ਤਾਂ ਮਾੜੀਆਂ ਨਹੀਂ, ਖੇਹ ਵੱਟੇ। ਖੇਹ ਤਾਂ ਫਰੀ ਮਿਲ ਜਾਣੀ ਹੈ, ਕੌਡੀਆਂ ਫਿਰ ਵਿਕ ਜਾਣੀਆਂ ਨੇ। ਹਾਂਜੀ, ਅਭਿਅਕਤ ਅੰਗ ਅਭੰਗ। ਅਸਲ ਦੇ ਵਿੱਚ ਜਿਹੜਾ ਉਹਦਾ ਮਨ ਹੈ ਨਾ, ਹਰ ਬੁੱਧੀ ਹੈ, ਉਹ ਤੋਂ ਇਹ ਗੱਲਾਂ ਪ੍ਰਤੀਤ ਹੁੰਦੀਆਂ ਨੇ ਵੀ ਉਦਾਰ ਚਿੱਤ ਹੈ।
ਗੁਣ ਗਾਣਾ ਪਾਰ ਨੇ, ਅਮੁੱਲ ਗੁਣ ਕਰਦਾ ਹੈ। ਇਹ ਉਹਦੀ ਬੁੱਧੀ ਔਰ ਮਨ ਤੋਂ, ਉਹਦੇ ਕਰੈਕਟਰ ਤੋਂ ਪ੍ਰਤੀਤ ਹੁੰਦੀਆਂ ਨੇ ਗੱਲਾਂ। ਅਭਿਅਕਤ ਅੰਗ ਉਹਦੇ ਅੰਗ ਦੱਸ ਰਹੇ ਨੇ ਨਾ, ਉਹਦੇ ਵਰਤਾਓ ਦੱਸ ਰਿਹਾ ਹੈ ਇਹ ਗੱਲਾਂ। ਹੁਣ ਦੂਏ ਦੇ ਮਨ ਦਾ ਕੀ ਪਤਾ? ਉਹਦੇ ਵਰਤਾਓ ਤੋਂ ਹੀ ਪਤਾ ਲੱਗੂ ਨਾ। ਆਬਾ ਅਭੰਗ, ਕਿਉਂਕਿ ਉਹਦੀ ਆਬਾ ਭੰਗ ਰਹਿੰਦੀ ਹੈ। ਚੇਤਰ ਮਨ ਅੱਡ ਹੁੰਦਾ ਹੀ ਨਹੀਂ, ਇੱਕ ਮਨ ਇੱਕ ਚਿੱਤ ਹੋਇਆ ਹੀ ਗੱਲ ਕਰਦਾ ਰਹਿੰਦਾ, ਚਿੱਤ ਡੋਲਦਾ ਹੀ ਨਹੀਂ। ਸੋਭਾ ਸੁਰੰਗ, ਸੁਰੰਗ ਸੋਭਾ ਕੈਸੀ ਹੈ? ਸੋਭਾ ਜਿਹੜੀ ਕਰਦਾ ਹੈ ਉਹ ਆਪਣੀ ਨਹੀਂ ਸੋਭਾ ਉਹਦੀ। ਨਾਨਕ ਕੀ ਈ ਵਡਿਆਈ ਹੈ, ਆਪਣੀ ਸੋਭਾ ਤਾਂ ਉਹਦੀ ਆਪੇ ਹੀ ਹੋ ਜਾਣੀ ਹੈ ਨਾਲ। ਕੋਈ ਨਾਨਕ ਸਭ ਤੇਰੀ ਵਡਿਆਈ, ਕੋਈ ਨੌ ਨਾ ਜਾਣੇ ਮੇਰਾ। ਨੌ ਤਾਂ ਨਾਨਕ ਦਾ ਫਿਰ ਲੈਨੇ ਆ ਸਾਰੇ ਹੀ, ਹਟਦੇ ਤਾਂ ਫਿਰ ਵੀ ਨਹੀਂ। ਉਹਦਾ ਤਾਂ ਚੱਲੂ ਇਹ ਨੌ ਨਾਲ, ਉਹਦਾ ਤਾਂ ਚੱਲਣਾ ਹੀ ਚੱਲਣਾ, ਜਿੰਨਾ ਮਰਜ਼ੀ ਹਟਾਈ ਜਾਵੇ। ਜਿਹੜੇ ਹੱਥ ਨਾਲ ਦਾਨ ਹੋਇਆ ਹੋਇਆ ਉਹ ਹੱਥ ਵੀ ਸਕੈਥ ਹੈ। ਜਿਹੜੇ ਪੈਰ ਚੱਲੇ ਨੇ ਗੁਰੂ ਅੰਮ੍ਰਿਤ ਬੀਜੇ, ਉਹ ਪੈਰ ਵੀ ਸਕੈਥ ਨੇ। ਜੇ ਅਸੀਂ ਹੱਥ ਔਰ ਪੈਰ ਮਨ ਔਰ ਚਿੱਤ ਨੂੰ ਲਈਏ ਤੇ ਫਿਰ ਆਦਮੀ ਤੇ ਆ ਗਈ ਨਾ ਗੱਲ। ਤਾਂ ਆਦਮੀ ਤੇ ਆ ਗਈ। ਜਿਹੜੇ ਉਧਰ ਨੂੰ ਜਾਂਦੇ ਨੇ, ਉਧਰੋਂ ਲੈ ਕੇ ਐ ਦਿੰਦੇ ਨੇ ਚੀਜ਼, ਲਿਆ ਕੇ ਵਿਚਾਲੇ ਆ ਜਿਹੜਾ ਲਿਆਉਂਦੇ ਤਾਂ ਸੱਚਖੰਡ ਤੇ ਹੀ ਨੇ। ਉਹ ਦਰਿਆ ਦੀ ਕੀਮਤ ਕਿਉਂ ਹੈ? ਉਹ ਦਰਿਆ ਤਾਂ ਦੇ ਹੀ ਰਿਹਾ। ਦਰਿਆ ਜੇ ਨੀਵਾਂ ਨਾ ਹੋਵੇ ਦਰਿਆ ਨਹੀਂ ਹੁੰਦਾ। ਏਰੀਏ ਦੇ ਨੀਵੇਂ ਜਗ੍ਹਾ ਹੀ ਦਰਿਆ ਹੁੰਦਾ, ਉੱਚੀ ਜਗ੍ਹਾ ਨਹੀਂ ਦਰਿਆ ਹੁੰਦਾ। ਉੱਚੀ ਜਗ੍ਹਾ ਨਹੀਂ ਪਾਣੀ ਆਉਂਦਾ। ਨੀਵੀਂ ਜਗ੍ਹਾ ਹੀ ਆਉਂਦਾ ਚਾਰੇ ਪਾਸੇ ਦੇ ਪਾਣੀ। ਹਾਂਜੀ। ਤਨ ਜਨ ਅਨੰਗ, ਤਨ ਜਨ ਅਨੰਗ ਜਿਹੜਾ ਉਹਦਾ ਹਿਰਦਾ ਹੈ, ਉਹਦੇ ਵਿੱਚ ਜਿਹੜਾ ਗਿਆਨ ਹੈ, ਜਾਣਕਾਰੀ ਹੈ, ਉਹ ਨਿਰਾਕਾਰੀ ਜਾਣਕਾਰੀ ਹੈ। ਅਨੰਗ ਅਸਲ 'ਚ ਨਿਰਾਕਾਰ ਨੂੰ ਵੀ ਕਹਿੰਦੇ ਨੇ। ਜਿਹਦਾ ਅੰਗ ਪੈਰ ਨਹੀਂ, ਮਤਲਬ ਹੈ ਕੋਈ ਸਰੀਰ ਨਹੀਂ ਜਿਹਦਾ, ਅਨੰਗ ਦੇਹ ਤੋਂ ਰਹਿਤ ਵਾਲਾ ਵੀ ਹੁੰਦਾ। ਕਿਉਂਕਿ ਮਨ ਜਾ ਅਸੀਂ ਕਹਿੰਦੇ ਹਾਂ ਮਨ ਵੀ ਦੇਹ ਤੋਂ ਰਹਿਤ ਹੈ। ਹਿਰਦੇ 'ਚ ਨਿਰਾਕਾਰ ਜਨ ਆ ਗਿਆ ਨਾ ਲਫ਼ਜ਼। ਤਨ ਜਨ ਅਨੰਗ, ਜਨ ਦਾ ਮਤਲਬ ਜਾਣਕਾਰੀ ਹੈ ਲਫ਼ਜ਼ ਦੀ। ਜਨ ਦਾ ਹੁੰਦਾ ਜਾਣਕਾਰੀ, ਗਿਆਨ, ਨਿਰਾਕਾਰੀ ਗਿਆਨ। ਦੇਖੋ ਗਿਆਨ ਆ ਗਿਆ ਨਾ ਮੂਹਰੇ। ਗਿਆਨੀ ਅਪਾਰ, ਅਪਾਰ ਕਿਉਂ? ਕਿਉਂਕਿ ਨਿਰਾਕਾਰੀ ਜਾਣਕਾਰੀ ਹੈ, ਨਿਰਾਕਾਰੀ ਗਿਆਨ ਹੈ। ਉੱਪਰਲੀ ਲਾਈਨ ਨਾਲ ਥੱਲੇ ਦੀ ਲਾਈਨ ਦੇ ਅਰਥਾਂ ਦਾ ਅਸਰ ਪਈ ਜਾਣਾ। ਲਫ਼ਜ਼ਾਂ ਤੇ ਵੀ ਫਿਰ ਵਿਦਿਆ ਵਿਚਾਰ ਨਹੀਂ ਪਊ ਤੁਹਾਨੂੰ। ਲਫ਼ਜ਼ ਉਹੀ ਹੈ, ਵਿਦਿਆ ਦਾ ਵਿਚਾਰਨਾ ਪਊਗਾ ਵੀ ਇੱਥੇ ਦਾ ਅਰਥ ਆ ਲਵਾਂਗੇ ਤਾਂ ਗੱਲ ਬਣਨੀ ਹੈ। ਲਫ਼ਜ਼ ਉਹੀ ਹੈ, ਕੋਈ ਵਿਦਿਆ ਵਿਚਾਰਨਾ ਮਤਲਬ ਹੋਰ ਕੀ ਹੈ? ਇੱਥੇ ਲਫ਼ਜ਼ ਇਹਦਾ ਅਰਥ ਇਹ ਬਣੂਗਾ ਤਾਂ ਗੱਲ ਬਣਨੀ ਹੈ, ਨਹੀਂ ਉਤਲੀ ਲਾਈਨ ਨਾਲ ਕਥਾ ਨਹੀਂ ਬਣਨੀ ਹੈ ਆਉਣੀ। ਵਿਦਿਆ ਪੜ੍ਹਨ ਦੀ ਗੱਲ ਨਹੀਂ, ਵਿਦਿਆ ਵਿਚਾਰਨ ਦੀ ਗੱਲ ਹੈ। ਹਾਂਜੀ। ਬਹੁ ਕਰਤ ਨਿਆਸ ਨਿਸਦਿਨ ਉਦਾਸ, ਬਹੁ ਕਰਤ ਨਿਆਸ। ਹੁਣ ਮਨ ਦੀ ਸਾਧਨਾ ਕਰਦਾ ਹੈ, ਸਾਧਨਾ ਤਾਂ ਹੁਣ ਵੀ ਕਰਦਾ। ਉਦਾਸ ਹੈ, ਉਦਾਸ ਮਾੜਾ ਨਹੀਂ ਹੈ। ਉਦਾਸ ਲਫ਼ਜ਼ ਗੁਰਬਾਣੀ 'ਚ ਆਇਆ ਹੈ। ਆਸ ਮਾਇਆ ਦੀ ਨਹੀਂ ਰੱਖਣੀ, ਧਰਮ ਨੂੰ ਧੰਦਾ ਨਹੀਂ ਬਣਾਉਣਾ। ਉਹਦਾ ਜੋ ਮਿਲਣਾ ਤੈਨੂੰ ਬਿਨ ਮੰਗੇ, ਬਿਨ ਬੋਲੇ ਸਭ ਕੁਝ ਜਾਣਦਾ। ਉਹਦਾ ਤੁਹਾਨੂੰ ਮੰਗਣ ਦਾ ਨਾ ਮੰਗਣ ਦੇ ਵਿੱਚ ਕੋਈ ਮਤਲਬ ਨਹੀਂ ਰਹਿ ਜਾਂਦਾ। ਜੇ ਤੁਹਾਡੇ ਅੰਦਰ ਇੱਕ ਫੁਰਨਾ ਜਰਾ ਵੀ ਪੈਦਾ ਹੋ ਗਿਆ ਮਾਇਆ ਦਾ, ਮਾਇਆ ਦਾ ਸਾਂਭ ਨਹੀਂ ਹੋਣੀ ਸੱਤੇ। ਫਿਰ ਮਾਇਆ ਕਰਕੇ ਤਾਂ ਸਿਆਪੇ ਪਏ। ਅਨੰਦਪੁਰ ਸਾਹਿਬ ਕਿਉਂ ਹਮਲਾ ਕੀਤਾ? ਵੀ ਮਾਇਆ ਹੋ ਇਹਨਾਂ ਕੋਲ ਹੈਗੀ। ਭਰਮ ਹੀ ਸੀ ਉਹਨਾਂ ਨੂੰ, ਮਾਇਆ ਹੈ ਨਹੀਂ ਸੀ ਕੋਲ। ਉਹਨਾਂ ਨੇ ਸੱਚ ਛੜਿਆਂਦੀ ਸੀ।
ਹਾਂਜੀ ਤਜ ਸਰਬ ਆਸ ਅਤੀ ਬੁੱਧ ਪ੍ਰਕਾਸ਼। ਅੱਜ ਗੁਰਦੁਆਰੇ ਦੇ ਵਿੱਚ ਆ ਜਿਹੜੇ ਧਰਮ ਕਿਉਂ ਫੇਲ ਹੋਇਆ? ਮਾਇਆ ਕਰਕੇ। ਮਾਇਆ ਤਾਂ ਰੁਕਾਵਟ ਹੈ, ਫੇਲ ਕਰ ਦਿੰਦੀ ਹੈ। ਮਾਇਆ ਤਾਂ ਪਿੱਛੇ ਹਟੀ ਦਾ ਹੁੰਦਾ। ਆਡੀ ਪਰਬਲ ਮਾਇਆ ਵਿਰੋਧ 'ਚ ਖੜੀ ਹੈ। ਆਡਾ ਹੁੰਦਾ ਵਿਰੋਧ ਦੇ ਵਿੱਚ, ਇੱਕ ਐਂ ਤਾਣਾ ਹੁੰਦਾ, ਇੱਕ ਐਂ ਆਡਾ ਹੁੰਦਾ। ਜਿਹੜੀਆਂ ਐਂ ਜਾਂਦੀਆਂ ਨੇ ਨਾ ਸੂਤ ਐ, ਉਹ ਆਡਾ ਹੁੰਦਾ, ਵਿਰੋਧ 'ਚ ਖੜਦਾ। ਤਾਣੇ ਨੂੰ ਬਾਣਾ ਜਿਹੜਾ ਹੁੰਦਾ ਆਡਾ ਹੁੰਦਾ, ਤਾਂ ਕੱਪੜਾ ਬਣਦਾ। ਉਹ ਤਾਂ ਰੋਕ ਰਿਹਾ ਉਹਨੂੰ ਮੂਹਰੇ ਤੇ। ਹਾਂਜੀ ਤਜ ਸਰਬ ਆਸ। ਤਜ ਸਰਬ ਆਸ, ਸਰਬ ਆਸ ਤਜੀ ਹੋਈ ਹੈ। ਇੱਛਾ ਕੁਝ ਇੱਛਾ ਤਾਂ ਪੂਰੀ ਹੋ ਗਈ। ਹਾਂ, ਹੋਰ ਆਸ ਕਾਹਦੀ ਰੱਖਣੀ ਸੀ? ਜਿਹੜੀ ਆਸ ਸੀ ਉਹ ਤਾਂ ਪੂਰੀ ਹੋ ਗਈ। ਹੁਣ ਆਸ ਹੈ ਹੀ ਕੋਈ ਨਹੀਂ। ਅਤੀ ਬੁੱਧ ਪ੍ਰਕਾਸ਼। ਕੀ ਹੈ? ਬੁੱਧ 'ਚ ਅਤਿ ਦਾ ਪ੍ਰਕਾਸ਼ ਹੋ ਗਿਆ। ਬੁੱਧ ਦੇ ਵਿੱਚ ਪ੍ਰਕਾਸ਼ ਵੀ 19ਵੀਂ ਜਗ੍ਹਾ ਹੀ ਆਇਆ। ਪਹਿਲਾਂ ਬੁੱਧ ਦੇ ਵਿੱਚ ਪ੍ਰਕਾਸ਼ ਦੀ ਗੱਲ ਕਿਤੇ ਨਹੀਂ ਆਈ। ਗਿਆਨ ਖੜਕ ਦਾ ਛੰਦ ਆ ਰਿਹਾ। ਗਿਆਨ ਖੜ ਗਿਆ, ਬਾਣ ਕਿਰਤੀ ਛੰਦ। ਸਾਰੀ ਲਾਈਨ ਬਦਲ ਗਈ। ਤਨ ਸਹਿਤ ਧੂਪ ਸੰਨਿਆਸ ਭੂਪ। ਤਨ ਦੇਖੋ, ਆ ਜਿਹੜਾ ਸਰੀਰ ਹੈ ਐ ਨਹੀਂ ਚਾਹੁੰਦਾ ਮੇਰੇ ਤੇ ਛਤਰੀ ਕੋਈ ਲੈ ਕੇ ਜਾਵੇ। ਧੁੱਪ ਛਾਂ ਸਾਰੀ ਸਹਿੰਦਾ, ਦੁੱਖ ਸੁੱਖ ਨੂੰ ਸਮ ਕਰਕੇ ਜਾਣਦਾ। ਸਮਝਿਆ ਨਹੀਂ? ਧੁੱਪ ਜਿਹੜੀ ਹੈ ਨਾ, ਸਰੀਰ ਹੈ, ਉਹਦੀ ਉਹਨੂੰ ਨਹੀਂ ਹੈਗੀ ਕੋਈ ਧੁੱਪ ਛਾਂ ਦੀ ਪਰਵਾਹ ਨਹੀਂ ਹੈ। ਦੁੱਖ ਔਰ ਸੁੱਖ ਦੀ ਕੋਈ ਪਰਵਾਹ ਨਹੀਂ ਹੈ। ਸੰਨਿਆਸ ਭੂਪ। ਸੰਨਿਆਸ ਭੂਪ ਸੰਨਿਆਸੀਆਂ ਦਾ ਰਾਜਾ। ਸੰਨਿਆਸ ਭੂਪ ਹੈ। ਇੱਥੋਂ ਸੰਨਿਆਸ ਰਾਜ ਚੱਲਿਆ, ਐ ਕਹਿ ਲਓ। ਜਿਵੇਂ ਨਾਨਕ ਨੇ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਇਵੇਂ ਇਹਨੇ ਸੰਨਿਆਸ ਦਾ ਰਾਜ ਚਲਾਇਆ। ਸੰਨਿਆਸ ਭੂਪ। ਭੂਪ ਭੂਪ ਕੋਈ ਨਵਾਂ ਰਾਜ ਕਾਇਮ ਕਰਦਾ ਹੁੰਦਾ ਨਾ। ਤਨ ਛਵੀ ਅਨੂਪ। ਹਿਰਦੇ ਦੀ ਅਨੂਪ ਛਵੀ ਹੈ। ਅਨੂਪ ਤੇਰਾ ਦਰਸਾਰਾ। ਦੂਜੀ ਉਪਮਾ ਨਹੀਂ ਹੈ ਹੁਣ ਦੀ ਕੋਈ। ਜਨੋ ਸ਼ਿਵ ਸਰੂਪ। ਹਾਂ, ਹੁਣ ਉਹ ਨਹੀਂ ਆਇਆ, ਮਹਾਦੇਵ ਨਹੀਂ ਆਇਆ। ਜਨੋ ਸ਼ਿਵ ਸਰੂਪ। ਨਿਰਾਕਾਰ ਹੈ, ਜੋਤ ਹੈ ਨਾ। शिव स्वरूप है जोत। शिव नहीं है, शिव स्वरूप। शिव दा स्वयं स्वरूप है, साक्षात शिव दा स्वरूप है। जैसा पूर्ण ब्रह्म है, शिव स्वरूप क्यों था? पूर्ण ब्रह्म, पूर्ण ब्रह्म है, पार ब्रह्म नहीं है। पार ब्रह्म सारे शिव स्वरूप का एक स्वरूप होंदा, वो इको ही होंदा। स्वरूप जिहड़ा है एक, है सारिਆਂ ਦਾ ਵੱਖਰਾ ਵੱਖਰਾ, है एक, है ਵੱਖਰਾ ਵੱਖਰਾ। 100 ਵਾਟ ਦੇ ਬਲਬ ਨੇ, ਰੋਸ਼ਨੀ ਇੱਕੋ ਜੀ ਹੈ, ਵਾਟ ਇੱਕੋ ਜੀ ਹੈ। ਆਹ ਲਾ ਦੇ ਚਾਹੇ ਉਹ ਲੈ ਲੈ। ਹੁਣ ਦੁਕਾਨ ਵਾਲੇ ਨੂੰ ਕਹਾਂ ਮੈਨੂੰ ਆਏ ਨਹੀਂ ਆਦੇ, ਉਹ ਕਹਿੰਦੇ ਇਹ ਲੈ ਲੈ ਭਾਈ, ਇਹ ਗੱਲ ਤਾਂ ਇੱਕੋ ਹੀ ਹੈ। ਬਲਬ ਕੋਈ ਲੈ ਜਾਓ, ਨਹੀਂ ਰੋਸ਼ਨੀ ਦੇਣੀ ਇਹਨੇ। ਹਾਂਜੀ। ਮੁਖ ਛਵੀ ਪ੍ਰਚੰਡ ਆਬ ਅਭੰਗ। ਮੁਖ ਛਵੀ ਪ੍ਰਚੰਡ, ਜਿਹੜਾ ਚਿਹਰਾ ਹੈ ਦੇਖੋ, ਉਹ ਤੇ ਛਵੀ ਹੈ ਜਿਹੜੀ ਪ੍ਰਚੰਡ ਤਾਂ ਸ਼ੇਰ ਚਿਹਰੇ ਤੋਂ ਮਤਲਬ ਹੈ ਪ੍ਰਭਾਵ ਦਿੰਦੀ ਹੈ। ਪਹਿਲਾਂ ਪ੍ਰਚੰਡ ਲਫ਼ਜ਼ ਨਹੀਂ ਆਇਆ ਹੋਇਆ, ਇਹ ਪ੍ਰਚੰਡ ਲਫ਼ਜ਼ ਆਇਆ। ਸੂਰਜ ਦੀ ਪ੍ਰਚੰਡ ਹੁੰਦੀ ਹੈ, ਚੰਦਰਮੇ ਦੀ ਪ੍ਰਚੰਡ ਨਹੀਂ ਹੁੰਦੀ। ਇਹ ਤੇ ਸੇਕ ਆਉਂਦਾ ਹੁਣ। ਪਹਿਲਾਂ ਮੁਰਦਾ ਭਗਤ ਸੀ, ਹੁਣ ਮੁਰਦਾ ਭਗਤ ਨਹੀਂ ਰਿਹਾ। ਤਾਂ ਕਿਹਾ ਵੀ ਤੁਸੀਂ ਆ ਗਏ ਇੱਥੇ ਜੰਗਲ 'ਚ, ਮਰਨ ਕਬੂਲ ਨਹੀਂ ਕੀਤਾ, ਤੁਸੀਂ ਕੀ ਕਰਨਾ? ਭੇਡਾਂ ਵਾਂ ਭਜੋਗੇ। ਮੁਰਦੇ ਭਗਤ ਸੀ ਨਾ। 100 ਮੁਰਦੇ ਭਗਤਾਂ ਨਾਲੋਂ ਇੱਕ ਜਿੰਦਾ ਜ਼ਾਲਮ ਚੰਗਾ। ਉਹ ਜ਼ਾਲਮ ਹੈ, ਸ਼ਿਕਾਰ ਕਰਦਾ ਨਾ। 100 ਮੁਰਦੇ ਭਗਤ ਸੀ ਨਾ ਇਹਦੇ ਨਾਲ, ਜਿੰਦਾ ਜ਼ਾਲਮ ਤਾਂ ਇਕੱਲਾ ਹੀ ਸੀ ਉਹ।
ਉਹ ਜਿਹਨੂੰ ਲੋਕ ਜ਼ਾਲਮ ਕਹਿੰਦੇ ਨੇ ਉਹ ਭਾਸ਼ਾ 'ਚ ਕਹਿ ਰਿਹਾ ਕਵੀ। ਜਿਹਨਾਂ ਨੂੰ ਤੁਸੀਂ ਜ਼ਾਲਮ ਕਹਿੰਦੇ ਹੋ ਸ਼ਿਕਾਰੀ ਨੂੰ, 100 ਮੁਰਦੇ ਭਗਤਾਂ ਨਾਲੋਂ ਇੱਕ ਜਿੰਦਾ ਜ਼ਾਲਮ ਚੰਗਾ। ਇਹ ਦੁਨੀਆ ਅਦਲਾ ਬਦਲੀ, ਇਹ ਨਾ ਜੀਵਨ ਅਦਲਾ ਬਦਲੀ, ਇਹ ਸੋਹਣਾ ਰੰਗ ਬਰੰਗਾ। ਕਹਿੰਦਾ 100 ਮੁਰਦੇ ਭਗਤਾਂ ਨਾਲੋਂ ਇੱਕ ਜਿੰਦਾ ਜ਼ਾਲਮ ਚੰਗਾ। ਉਹ ਚੰਗਾ। ਮਸੰਦ ਸਾੜ ਤੇ ਖੂਹ ਪਰਤੇ, ਜਿੰਦਾ ਜ਼ਾਲਮ ਹੈ, ਜ਼ਾਲਮ ਚੰਗਾ। ਤੁਸੀਂ ਕਹੇ ਜਾਓ ਜ਼ਾਲਮ ਕਹਿੰਦੇ ਰਹੋ, ਕੀ ਫਰਕ ਪੈਂਦਾ? ਤੇ ਜ਼ਾਲਮ ਕਹਿਣਗੇ ਜਿੰਦੇ ਆਦਮੀ ਸਾੜ ਤੇ ਤੇਲ ਪਾ ਕੇ, ਤੇ ਜ਼ਾਲਮ ਕਹਿੰਦੇ ਰਹੋ ਜ਼ਾਲਮ। ਤੁਸੀਂ ਸਾਨੂੰ ਕੋਈ ਨਹੀਂ ਫਰਕ ਪੈਂਦਾ। ਤੁਸੀਂ ਤਾਂ ਪਰਮੇਸ਼ਰ ਨੂੰ ਵੀ ਜ਼ਾਲਮ ਕਹਿ ਦੋਗੇ। ਉਹਦਾ ਘਰ ਕੁਛ ਸ਼ਹਿਰਾਂ ਦੇ ਸ਼ਹਿਰ ਘਰ ਕਰ ਦਿੰਦਾ। ਉਹਨੂੰ ਵੀ ਜ਼ਾਲਮ, ਤੁਹਾਡੀ ਨਿਗਾਹ ਤਾਂ ਉਹ ਵੀ ਜ਼ਾਲਮ ਹੈ। ਕੋਈ ਫਰਕ ਨਹੀਂ ਪੈਂਦਾ। ਸੱਚਖੰਡ 'ਚ ਕੌਣ ਜ਼ਾਲਮ ਹੈ ਕੌਣ ਨਹੀਂ ਹੈ ਤਾਂ ਪਰਿਭਾਸ਼ਾ ਉਹਨਾਂ ਦੀ ਹੈ। ਜ਼ਾਲਮ ਕੌਣ ਹੈ ਕੌਣ ਨਹੀਂ ਹੈ ਪਰਿਭਾਸ਼ਾ ਉਹਨਾਂ ਦੀ ਹੈ। ਇਹ ਤਾਂ ਕੋਰਟ, ਸੁਪਰੀਮ ਕੋਰਟ ਨੇ ਦੱਸਣਾ ਨਾ ਵੀ ਇਹ ਕਸੂਰਵਾਰ ਹੈ। ਨਹੀਂ, ਪੁਲਿਸ ਦੀ ਨਿਗਾਹ ਤਾਂ ਸਾਰੇ ਕਸੂਰਵਾਰ ਨੇ। ਪੁਲਿਸ ਤਾਂ ਹਰੇਕ ਦਾ ਚਲਾਨ ਕਰਕੇ ਭੇਜ ਦਿੰਦੀ ਹੈ, ਤਾਂ ਕੋਰਟ ਦੇਖਦੀ ਹੈ ਨਾ, ਕੋਰਟ ਛੱਡ ਦਿੰਦੀ ਹੈ। ਤੇ ਕੋਰਟ ਨੇ ਦੇਖਣਾ ਨਾ। ਪੁਲਿਸ ਦਾ ਕੀ ਹੈ? ਪੁਲਿਸ ਦਾ ਜਿਹਦਾ ਮਰਜ਼ੀ ਕੋਲੋਂ ਹਥਿਆਰ ਪਾ ਕੇ ਚਲਾਨ ਕਰ ਦੇਵੇ। ਸਰਕਾਰ ਦੀ ਹੁੰਦੀ ਹੈ ਵੀ ਸਰਕਾਰ ਨੇ ਕਿਸੇ ਤੇ ਨਜਾਇਜ਼ ਚਲਾਨ ਕਰਾ ਸਕਦੀ ਹੈ, ਜੋ ਮਰਜ਼ੀ ਕਰਦੀ ਹੈ। ਇਹਨੇ ਸਰਕਾਰਾਂ ਹੁੰਦਾ ਹੀ ਹੈ, ਕੋਰਟਾਂ ਛੱਡ ਦਿੰਦੀਆਂ ਨੇ। ਜੁੱਟ ਜੋਗ ਜੰਗ ਨਹੀਂ ਮੁਰਤ ਅੰਗ। ਜੰਗ ਦੀ ਗੱਲ ਆ ਗਈ। ਜਿੰਦਾ ਜ਼ਾਲਮ ਜੁੜਿਆ ਜੰਗ ਦੇ ਵਿੱਚ। ਖਾਲਸਾ ਸੋ ਜੋ ਕਰੇ ਨਿਤ ਜੰਗ। ਜੰਗ ਕਿਹਦਾ ਕਰਨੀ? ਆਪਣੇ ਮਨ। ਜੁੜ ਗਿਆ ਜੰਗ 'ਚ। ਹੁਣ ਪਹਿਲਾਂ ਜੰਗ ਨਹੀਂ ਸੀ ਕਰਦਾ, ਮੁਰਦਾ ਭਗਤ ਸੀ ਨਾ। ਮੁਰਦਾ ਭਗਤ ਜੰਗ ਕਰ ਲਓ। ਕੱਲ ਜੰਗ ਦੀ ਵੀ ਗੱਲ ਆਈ ਸੀ। ਮੁਰਦੇ ਭਗਤ ਸੀ ਜਿਨ੍ਹਾਂ ਨੇ ਹਿੰਦੁਸਤਾਨ ਗੁਲਾਮ ਕਰਾਤਾ। ਉਹ ਜ਼ਿੰਦੇ ਜ਼ਾਲਮ ਸੀ ਜਿਨ੍ਹਾਂ ਨੂੰ ਗੁਰਬਾਣੀ ਕਾਣਾ ਕਹਿੰਦੀ ਹੈ। ਉਹ ਜਿੰਦੇ ਜ਼ਾਲਮ ਨੇ ਇਹਨਾਂ ਦੀ ਨਿਗਾਹ 'ਚ। ਜਿੰਦਾ ਦਿਲ ਜ਼ਾਲਮ ਸੀ ਮੁਸਲਮਾਨ, ਪਰ ਗੁਰਬਾਣੀ ਨੇ ਉਹਨਾਂ ਨੂੰ ਕਾਣੇ ਮੰਨ ਲਿਆ, ਇਹਨਾਂ ਨੂੰ ਉਹਨੇ ਮੰਨ ਲਿਆ। ਇਹ ਜਿਹੜੇ ਭਗਤ ਸੀ ਨਾ ਮੁਰਦੇ, ਇਹ ਉਹਨੇ ਨੇ। ਜਿੰਦੇ ਜ਼ਾਲਮ ਕਾਣੇ ਨੇ। ਚੰਗਾ, ਚੰਗਾ ਲਫ਼ਜ਼ ਵਰਤਿਆ। ਹਿੰਦੂ ਅੰਨਾ ਅੰਨੇ ਨਾਲ ਕਾਣਾ ਚੰਗਾ। ਅੰਨੇ ਨੂੰ ਕਾਣਾ, ਅੰਨੇ 'ਚ ਕਾਣਾ ਰਾਜਾ। ਕਾਣੇ ਸੀ ਰਾਜੇ ਹੋ ਗਏ, ਅੰਨੇ ਸੀ ਗੁਲਾਮ ਹੋ ਗਏ। ਇਹਨੇ ਤਾਂ ਕਾਣਾ ਹੀ ਰਾਜਾ ਹੋਊਗਾ, ਹੋਰ ਕੌਣ ਹੋਊਗਾ? ਜੁੱਟ ਜੋਗ ਜੰਗ ਨਹੀਂ ਮੁਰਤ ਅੰਗ। ਹੁਣ ਨਹੀਂ ਬੁੱਧ ਪਿਛੇ ਨੂੰ ਧਿਆਨ ਵੜਦਾ। ਧਿਆਨ ਡਾਂਗ ਲਈ ਖੜਾ ਬਕਾਰਾਂ ਤੇ ਹਰ ਵਕਤ। ਮਨ ਦੇ ਉੱਤੇ ਡਾਂਗ ਲਈ ਖੜਾ, ਸਿੱਧਾ ਕਰਤਾ ਮਨ ਨੂੰ। ਹੁਣ ਮਨ ਸਿੱਧਾ ਹੁੰਦਾ, ਸਿੱਧਾ ਹੁੰਦਾ। ਹੱਥਾਂ ਬਾਝ ਕਰਾਰਿਆ ਬੈਰੀ ਮਿੱਤ ਨਾ ਹੁੰਦੇ। ਕਰਾਰੇ ਹੱਥਾਂ ਦੇ ਬਿਨਾਂ ਬੈਰੀ ਮਿੱਤ ਹੁੰਦੇ ਨੇ। ਹੁਣ ਤਗੜਾ ਹੋ ਕੇ ਲੱਗਿਆ ਮਨ ਦੇ ਨਾਲ। ਕੂਟਣਾ ਹੈ ਤਾਂ ਮਨ ਕੋ ਕੂਟਾ ਹੈ, ਮਨ ਕੋ ਕੂਟੇ ਤਾਂ ਜਮ ਤੇ ਛੂਟਾ ਹੈ। ਜਮ ਕੀ ਹੈ? ਭਰਮ। ਭਰਮ ਦਾ ਨਾਸ ਕਿਵੇਂ ਹੋਊਗਾ? ਮਨ ਨੂੰ ਕੁੱਟੇ ਤੇ। ਮਨ ਮਰਜੀ, ਜਿਹਨੂੰ ਮਰਜੀ ਗੁਰੂ ਬਣਾ ਲੈਂਦਾ, ਜਿਹਨੂੰ ਮਰਜੀ ਨਹੀਂ ਬਣਾਉਂਦਾ ਸੀ। ਪਹਿਲਾਂ ਉਹਦੀ ਮਰਜ਼ੀ ਸੀ। ਆ ਦੂਏ ਨੂੰ ਦੱਸਦਾ ਵੀ ਨਹੀਂ ਸੀ ਵੀ ਮੈਂ ਬਣਾ ਲਿਆ। ਚੋਰੀ ਵੀ ਰੱਖਦਾ ਸੀ। ਜਦ ਢਾਹਿਆ ਖਾੜੇ 'ਚ ਫਿਰ ਤਾਂ ਸਾਰਿਆਂ ਨੇ ਦੇਖ ਲਿਆ, ਪਿੱਠ ਲੱਗ ਗਈ। ਫਿਰ ਤਾਂ ਮੰਨਣਾ ਹੀ ਪੈਣਾ ਸੀ। ਹਾਂ, ਅਤ ਛਵੀ ਪ੍ਰਕਾਸ਼। ਅਤ ਛਵੀ ਪ੍ਰਕਾਸ਼। ਪ੍ਰਕਾਸ਼ ਲਫ਼ਜ਼ ਆ ਗਿਆ। ਹੁਣ ਦੇਖੋ ਭਾਸ਼ਾ ਬਦਲ ਗਈ ਸਾਰੀ। ਇੱਥੇ ਆ ਕੇ 19ਵੇਂ ਗੁਰੂ ਤੇ ਆ ਕੇ ਪਿੱਛੇ ਭਾਸ਼ਾ ਹੀ ਬਦਲ ਗਈ ਸਾਰੀ। ਅਤ ਛਵੀ ਪ੍ਰਕਾਸ਼ ਬੁੱਧ ਪ੍ਰਕਾਸ਼ ਹੈ। ਨਿਸ ਦਿਨ ਨਿਰਾਸ। ਨਿਸ ਦਿਨ ਨਿਰਾਸ ਹੈ ਬੁੱਧੀ ਤੋਂ। ਸੰਸਾਰੀ ਕੋਈ ਪਦਾਰਥ ਦੀ ਆਸ ਨਹੀਂ ਹੈ। ਸੰਸਾਰੀ ਕੋਈ ਮਤਲਬ ਰਾਜ ਕਾਇਮ ਕਰਦੀ ਜਾਂ ਕੋਈ ਹੋਰ ਦੁਨੀਆ ਦੀ ਵਡਿਆਈ ਲੈਣ ਦੀ। ਇਹ ਦੁਨੀਆ ਦੀ ਵਡਿਆਈ ਦੀ ਵੀ ਆਸ ਹੈ। ਇਹ ਵੀ ਆਸ ਨਹੀਂ। ਦੁਨੀਆ ਦੀ ਵਡਿਆਈ ਦੀ ਆਸ ਨਹੀਂ ਹੈ। ਉਹ ਜਿਹਨੂੰ ਆਸ ਨਹੀਂ ਉਹਦੀ ਵਡਿਆਈ ਤਾਂ ਹਮੇਸ਼ਾ ਹੀ ਰਹਿੰਦੀ ਹੈ। ਪਰਮੇਸ਼ਰ ਨੂੰ ਕਦੇ ਆਸ ਰੱਖੀਏ? ਕਿਸੇ ਨੂੰ ਕਿਹਾ ਵੀ ਮੇਰੀ ਵਡਿਆਈ ਕਰੋ? ਕਿਸੇ ਨੂੰ ਕਿਹਾ ਹੋਵੇ ਵੀ ਮੇਰੀ ਵਡਿਆਈ ਕਰੋ? ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੇ ਵੀ ਉਹਨੂੰ ਬੜਾ ਬੜਾ ਕਹਿਣ ਲੱਗੇ ਫਿਰ ਕਿਹੜਾ ਬੜਾ ਹੋ ਜੂ? ਜਿੱਡਾ ਉੱਡਾ ਹੀ ਰਹਿਣਾ।
ਜੇ ਨਾ ਕਹਿਣ ਤਾਂ ਉਹਨੇ ਘੱਟ ਨਹੀਂ ਹੋ ਜਾਣਾ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਸਾਰਿਆਂ ਨੂੰ ਰਾਸ਼ਨ ਪਾਣੀ ਦੇਈ ਜਾਂਦਾ, ਕਦੇ ਭੁੱਲਦਾ ਨਹੀਂ ਹੈ। ਫਿਰ ਵੀ ਕੋਈ ਕਹੋ ਬੜਾ, ਕੋਈ ਨਾ ਕਹੋ, ਉਹਨੂੰ ਕੀ ਫਰਕ ਪੈਂਦਾ। ਜੇ ਰਾਜੇ ਨੂੰ ਕੋਈ ਰਾਜਾ ਨਹੀਂ ਕਹੂ ਫਿਰ ਕਿਹੜਾ ਉਹ ਰਾਜਾ ਨਹੀਂ ਹੈ? ਫਿਰ ਕਿਹੜਾ ਨਹੀਂ ਹੈ? ਉਹ ਤਾਂ ਰਾਜਾ ਹੈ। ਉਹ ਮਨ ਮਨ ਸੁਬਾਸ ਗੁਣਗਨ ਉਦਾਸ। ਦੇਖੋ ਮੁਨੀ ਦਾ ਜਿਹੜਾ ਮਨ ਹੈ, ਹੁਣ ਉਹਦੀ ਬਾਸ਼ਨਾ ਬਦਲ ਗਈ, ਸੁਬਾਸ ਸਮੈਲ ਬਦਲ ਗਈ। ਉਹ ਹੁਣ ਜਦ ਬੋਲਦਾ ਉਹ 'ਚੋਂ ਖੁਸ਼ਬੂ ਆਉਂਦੀ ਹੈ। ਪਹਿਲਾਂ ਉਹ 'ਚੋਂ ਥੋੜ੍ਹੀ ਜਿਹੀ ਹੰਕਾਰ ਦੀ ਸਮੈਲ ਆਉਂਦੀ, ਕਿਉਂ ਗਰਜਦਾ ਸੀ ਬੱਦਲ ਵੋ। ਉਹ ਲਿਖਿਆ ਜਦ ਜਦ ਉਹ ਗਏ ਨੇ ਸਰੋਵਰ ਤੇ ਜੰਗਲ ਵਿੱਚ, ਤਾਂ ਗਰਜਨ ਬੱਦਲ ਵਰਗੀ ਦੱਸੀ ਹੈ ਮੁਨੀ ਦੀ ਚੇਲਿਆਂ ਨੂੰ। ਜਦ ਮੈਂ ਕਹਿੰਦਾ ਉੱਚੀ ਬੋਲਦਾ, ਪਰ ਉਹ ਉੱਚੀ ਤਾਂ ਬੋਲਦਾ ਸੀ ਗੱਲ, ਉਹ ਜਿਹੜੀ ਸਮੈਲ ਆਉਂਦੀ ਸੀ ਉਹਦੇ 'ਚ ਉਹ ਹੰਕਾਰ ਦੀ ਸਮੈਲ ਆਉਂਦੀ ਸੀ ਥੋੜ੍ਹੀ ਜਿਹੀ। ਹੁਣ ਉਹ ਨਿਮਰਤਾ ਦੀ ਸਮੈਲ ਆਉਂਦੀ ਹੈ। ਪਹਿਲਾਂ ਉਹ 'ਚ ਮੈਂ ਦੀ ਸਮੈਲ ਸੀ, ਹੁਣ ਤੂੰ ਦੀ ਸਮੈਲ ਹੈ। ਪਹਿਲਾਂ ਗਿਆਨ ਮੇਰਾ ਸੀ, ਹੁਣ ਤੇਰਾ, ਮੇਰਾ ਨਹੀਂ ਹੈ। ਹੁਣ ਤਾਂ ਮੇਰਾ ਮੁਝ ਮੇਂ ਕੁਛ ਨਹੀਂ ਹੈ। ਇਹ ਜਦ ਬਦਲ ਜਾਂਦੀ ਹੈ ਨਾ ਭਾਸ਼ਾ, ਫਿਰ ਸਮੈਲ ਬਦਲ ਜਾਂਦੀ ਹੈ, ਫਿਰ ਖੁਸ਼ਬੂ ਹੋ ਜਾਂਦੀ ਹੈ। ਉਹਨੂੰ ਬਦਬੂ ਕਹਿੰਦੇ ਨੇ। ਬਸ ਬਦਬੂ ਖੁਸ਼ਬੂ ਇਹੀ ਹੈ। ਹੰਕਾਰ ਦੀ ਬਦਬੂ ਹੁੰਦੀ ਹੈ ਗੁਰਬਾਣੀ 'ਚ। ਹੰਕਾਰ ਦਾ ਜਿੱਥੇ ਹੰਕਾਰ ਦੀ ਸਮੈਲ ਬਦਬੂ ਹੈ, ਜਿੱਥੇ ਨਿਮਰਤਾ ਖੁਸ਼ਬੂ ਹੈ। ਸੱਚ 'ਚ ਖੁਸ਼ਬੂ ਹੈ, ਝੂਠ 'ਚ ਬਦਬੂ ਹੈ। ਚਲੋ ਗੁਣਗਨ ਉਦਾਸ। ਗੁਣ ਬੇਅੰਤ ਨੇ, ਨਹੀਂ ਗਿਣੇ ਜਾ ਸਕਦੇ। ਪਰ ਉਹਨਾਂ ਗੁਣਾਂ ਤੋਂ ਉਹਨੂੰ ਐ ਨਹੀਂ, ਸੰਸਾਰੀ ਕੋਈ ਇੱਛਾ ਨਹੀਂ ਹੈ ਪੂਰਤੀ ਦੀ। ਸੰਸਾਰੀ ਇੱਛਾ ਦੀ, ਸੰਸਾਰੀ ਕੋਈ ਪਦਾਰਥ ਦੀ, ਸੰਸਾਰੀ ਧਨ ਮਾਲ ਦੀ, ਸੰਸਾਰੀ ਰਾਜ ਦੀ, ਸੰਸਾਰੀ ਵਡਿਆਈ ਦੀ ਕੋਈ ਇੱਛਾ ਨਹੀਂ ਹੈ। ਐਸੀ ਕੋਈ ਇੱਛਾ ਨਹੀਂ। ਗੁਣ ਬੇਅੰਤ ਨੇ। ਇਹ ਤਾਂ ਕੱਲਾ ਕੱਲਾ ਗੁਣ, ਇੱਥੇ ਤਾਂ ਕਿਸੇ 'ਚ ਹੋਵੇ ਤੇ ਅਰਬਾਂ ਕਰੋੜਾਂ ਰੁਪਏ ਇਕੱਠੇ ਕਰ ਲੈਂਦਾ ਇੱਕ ਇੱਕ ਗੁਣ ਦੇ। ਇੱਕ ਇੱਕ ਗੁਣ ਨੇ ਲੋਕਾਂ ਕੋਲ। ਵੱਡੇ ਵੱਡੇ ਡਾਕਟਰ ਨੇ, ਵੱਡੇ ਵੱਡੇ ਵਕੀਲ ਨੇ, ਲੱਖਾਂ ਰੁਪਏ ਇੱਕ ਕੇਸ ਦੀ ਫੀਸ ਲੈਂਦੇ ਨੇ। ਸਮਝੇ? ਕੋਈ ਹੋਰ ਟੈਕਨੀਕ ਹੈ, ਉਹ ਵੀ ਗੁਣ ਹੁੰਦਾ। ਉਹਦੇ ਪੈਸੇ ਵੇਚਦੇ ਹੀ ਨੇ ਗੁਣ ਲੋਕ ਸੰਸਾਰ ਦੇ। ਸੰਸਾਰੀ ਗੁਣ ਸਾਰੇ ਵਿਕਦੇ ਨੇ, ਨਿਰਾਕਾਰੀ ਗੁਣ ਨਹੀਂ ਵਿਕਦੇ। ਕਿਉਂਕਿ ਸੰਸਾਰੀ ਗੁਣਾਂ ਦੀ ਕੀਮਤ ਹੁੰਦੀ ਹੈ, ਉਹਨਾਂ ਦੀ ਕੀਮਤ ਪੈਂਦੀ ਹੈ। ਉਹ ਆਪਣਾ ਮੁੱਲ ਆਪ ਰੱਖਦੇ ਨੇ ਵੀ ਸਾਡਾ ਪ੍ਰੋਡਕਟ ਇੰਨੇ ਦਾ, ਮੈਂ ਇੰਨਾ ਕੁਆਲੀਫਾਈਡ ਹਾਂ, ਮੇਰੀ ਤਨਖਾਹ ਇੰਨੀ ਚਾਹੀਦੀ ਹੈ। ਉਹ ਤਾਂ ਆਪਣਾ ਮੁੱਲ ਆਪ ਰੱਖਦੇ ਨੇ। ਇਹਦਾ ਮੁੱਲ ਹੈ ਨਹੀਂ। ਉਹਨਾਂ ਨੇ ਮੰਨ ਲਿਆ ਸਾਡਾ ਮੁੱਲ ਹੈ, ਇਹਨਾਂ ਨੇ ਮੰਨਿਆ ਨਹੀਂ ਹੈ ਮੁੱਲ ਹੈ। ਹਾਂ, ਅਭਿਅਕਤ ਜੋਗ ਨਹੀਂ ਕੌਣ ਸੋਗ। ਅਭਿਅਕਤ ਜੋਗ। ਹੁਣ ਅਸਲ ਜੋਗ ਨੂੰ, ਅਸਲ ਜੋਗ ਦੀ ਅਭਿਵਿਅਕਤੀ ਕਰਦਾ। ਅਸਲ ਜੋਗ ਹੁਣ ਦੱਸ ਰਿਹਾ ਲੋਕਾਂ ਨੂੰ। ਜਿਹੜਾ ਜੋਗ ਸੀ ਪਹਿਲਾਂ ਦੱਸ ਨਹੀਂ ਸੀ ਰਿਹਾ। ਪਹਿਲਾਂ ਹੋਰ ਤਰ੍ਹਾਂ ਦੀ ਗੱਲ ਕਰ ਰਿਹਾ ਸੀ, ਧਿਆਨ ਟਿਕਾਉਣ ਦੀ ਉਹ ਗੱਲ ਕਰ ਰਿਹਾ ਸੀ। ਸਮਝਿਆ ਨਹੀਂ? ਹੁਣ ਉਹ ਗਿਆਨ ਦੇ ਰਿਹਾ ਯੋਗ ਦਾ। ਗਿਆਨ ਯੋਗ ਹੈ। ਗਿਆਨ ਯੋਗ ਦੀ ਤੁਸੀਂ ਵਿਆਖਿਆ ਕਰ ਸਕਦੇ ਹੋ, ਦੱਸ ਸਕਦੇ ਹੋ, ਪੜ੍ਹਾਈ ਕਰਾ ਸਕਦੇ ਹੋ, ਸਮਝਾ ਸਕਦੇ ਹੋ, ਬੋਲ ਕੇ ਦੱਸ ਸਕਦੇ ਹੋ। ਉਹ ਬੋਲ ਕੇ ਦੱਸਣ ਵਾਲਾ ਧਿਆਨ ਯੋਗ ਹੈ ਨਹੀਂ। ਉਹਦੇ 'ਚ ਹੋਰ ਚੀਜ਼ਾਂ ਨੇ ਦੱਸਣ ਵਾਲੀਆਂ, ਵੀ ਐਂ ਬੈਠਣਾ, ਐਂ ਬੈਠਣਾ। ਆਸਣਾਂ ਦੀ ਗੱਲ ਹੈ ਕਿ ਉਹ ਥੱਕ ਜਾਂਦਾ ਆਦਮੀ ਬੈਠਾ। ਨਹੀਂ ਕੌਣ ਸੋਗ। ਦੇਖੋ ਕਿਵੇਂ ਪਤਾ ਲੱਗਦਾ, ਕਿਵੇਂ ਪਤਾ ਲੱਗਦਾ ਹੈ? ਇਹ ਅਭਿਅਕਤ ਜੋਗ। ਜੇ ਸੋਗ ਨਹੀਂ ਨਾ ਹੈ ਕੋਈ,
ਅਸਲ ਦੇ ਵਿੱਚ ਇਹ ਦੱਸ ਰਹੇ ਨੇ ਜਦ ਯੋਗ ਦੀ ਅਭਿਵਿਅਕਤੀ ਜਦ ਹੋਊਗੀ ਜੇ ਚਿੰਤਾ ਮੁਕਤ ਹੋਊਗਾ ਆਪ ਉਹ ਕਰ ਸਕਦਾ। ਚਿੰਤਾ ਜਾਏ ਮਿਟੇ ਹੰਕਾਰ। ਮਿਟੇ ਹੰਕਾਰ। ਹੰਕਾਰ ਮਿਟੇ ਦੇ ਬਿਨਾਂ ਯੋਗ ਹੈ ਹੀ ਨਹੀਂ। ਯੋਗ ਕਿਹਦੇ ਨਾਲ ਹੋਣਾ? ਜੋ ਹੋਣਾ ਨਾਮ ਨਾਲ, ਸ਼ਬਦ ਨਾਲ। ਤੇ ਹੋਮੇ ਨਾਮੇ ਨਾਲ ਵਿਰੋਧ ਆ, ਹੋਮੇ ਦੇ ਵਿੱਚ ਖੜਾ। ਧਨ ਫਿਰ ਕਾ ਇੱਕ ਸੰਗ ਹੀ ਬਾਸਾ ਵਿੱਚ ਹੋਮੇ ਭੀਤ ਭੀਤ ਕਰਾੜੀ ਹੋਮੇ ਦੀ ਦੀਵਾਰ ਤਾਂ ਹੋਮੇ ਬਣੀ ਖੜੀ ਹੈ ਵਿਚਾਲੇ। ਉਹ ਢਾਤੀ ਦੀਵਾਰ ਹੋਮੇ ਦੀ। ਕੂੜ ਦੀ ਗੱਲ ਕਰਾਤੀ ਕਿ ਕੂੜਾ ਟੁੱਟਾ ਉਹ ਗਿਰ ਗਈ ਗੱਲ। ਉਹੀ ਚਿੰਤਾ ਪੈਦਾ ਕਰਦੀ ਸੀ ਨਾ। ਨਹੀਂ ਕੌਣ ਸੋਗ? ਸੋਗ ਤਾਂ ਹੀ ਹੈ ਜੇ ਹੁਣ ਸਾਡਾ ਬਾਰਡਰ ਦੇ ਉੱਤੇ ਕੰਧ ਕਰੀ ਹੋਈ ਹੈ ਪਾਕਿਸਤਾਨ ਨਾਲ, ਉੱਤੇ ਚਿੰਤਾ ਕਿੰਨੇ ਆਦਮੀ ਨੇ ਰਾਤ ਨੂੰ ਪਹਿਰਾ ਦਿੰਦੇ ਬਈ। ਉਧਰਲੇ ਵੀ ਨੇ ਇੱਧਰਲੇ ਵੀ ਨੇ। ਚਿੰਤਾ ਸਾਰਿਆਂ ਨੂੰ ਦਿੱਲੀ ਤੱਕ ਹੈ। ਸੋ ਕਾਹਦਾ ਜੇ ਕੋਈ ਬੱਟੇ ਨਹੀਂ ਹੈ ਕਿਤੇ। ਜੇ ਬੱਟਾਂ ਹੀ ਢਾਤੀਆਂ ਸਾਰੀਆਂ ਬੈਰ ਵਿਰੋਧ ਦੀਆਂ, ਸੋ ਕਿਹੜੀ ਗੱਲ ਹੈ? ਸੋਗ ਜ਼ਿਆਦਾ ਜਾਂ ਆਪਣਾ ਪਰਾਇਆ ਔਰ ਬੈਰ ਵਿਰੋਧ ਹੈ ਤਾਂ ਸੋਗ ਹੈ। ਜੇ ਬੱਟੇ ਕੋਈ ਨਹੀਂ ਕਿਸੇ ਦੀ ਤੇ ਸੋਗ ਕਿਹੜੀ ਗੱਲ ਹੈ? ਨਿਤ ਪ੍ਰਤੀ ਅਰੋਗ। ਰੋਜ਼ ਨਿਤ ਪ੍ਰਤੀ ਕੀ ਕਰਦਾ? ਅਰੋਗ ਹੁੰਦਾ ਚਲਾ ਜਾਂਦਾ। ਰੋਗ ਘਟਦੇ ਚਲੇ ਜਾਂਦੇ ਨੇ। ਰੋਗ ਥਾ ਪਹਿਲਾਂ ਹੋਮੇ ਦਾ, ਇਹਦਾ ਮਤਲਬ ਹੈ ਰੋਗ ਹੋਮੇ ਦਾ ਥਾ ਹੀ। ਕੰਧ ਰੋਜ਼ ਜਿਹੜੀ ਕਲਰ ਵਾਲੀ ਕੰਧ ਹੈ ਰੋਜ਼ ਗਿਰਦੀ ਹੈ। ਕਲਰ ਕੰਧ ਗਿਰੰਤ ਆਪੇ ਹੀ ਗਿਰ ਰਹੀ ਹੈ, ਆਪੇ ਹੀ ਢਹਿਣ ਲੱਗ ਜਾਂਦੀ ਹੈ। ਤਜ ਰਾਜ ਭੋਗ। ਰਾਜ ਭੋਗ ਛੱਡਿਆ ਹੋਇਆ। ਰਾਜ ਦੀ ਇੱਛਾ ਛੱਡੋ। ਜਿਹੜਾ ਸੀ ਨਾ ਮੇਰੇ ਤੋਂ ਪ੍ਰਭਾਵਿਤ ਨੇ ਲੋਕ। ਕਿੰਨਾ ਏਰੀਆ ਮੈਂ ਕਵਰ ਕਰ ਲਿਆ। ਦੱਖਣ ਦੇ ਏਰੀਏ ਨੂੰ ਫਤਿਹ ਕਰਨ ਚੱਲਿਆ ਸੀ ਨਾ। ਦੱਖਣ ਦੇ ਏਰੀਏ 'ਚੋਂ ਟੱਕਰਿਆ ਪਤੰਦਰ। ਇਹ ਰਾਵਣ ਦਾ ਜੇਲਾ ਹੋਣਾ ਨਾ। ਰਾਵਣ ਦਾ ਗੁਰੂ ਉਹ ਜੇਲਾ ਤਾਂ ਕਿੱਥੇ ਪਹਿਲਾਂ। ਇਹ ਰਾਵਣ ਦਾ ਹੀ ਗੁਰੂ ਆ। ਚਾਰੇ ਵੇਦ ਦਾ ਗਿਆਤਾ ਹੈ ਸ਼ਿਕਾਰੀ ਹੈ ਜਿਹੜਾ। ਆਹੋ ਇਹ ਗੰਗਾ ਵਾਲੇ ਦਾ ਸਾਰੇ ਮਾਂਜੇ ਪਏ ਨੇ ਇੱਥੇ। ਗੰਗ ਤਰੰਗ ਵਾਲੇ ਤਾਂ ਮਾਂਜੇ ਪਏ ਨੇ ਸਾਰੇ। ਦਾ ਦੇਵ ਲੋਕ ਵਾਲੇ ਰਗੜੇ ਪਏ ਨੇ। ਉੱਤਰ ਵਾਲੇ ਹਿਮਾਚਲ ਵਾਲੇ ਪਰੇ ਤੱਕ ਚੀਨ ਦੇ ਉੱਪਰ ਜਿੰਨਾ ਵੀ ਹੈਗਾ ਰੂਸ ਵਗੈਰਾ ਸਾਰੇ ਹੀ ਆ ਗਏ। ਸਾਰੇ ਆ ਪੱਛਮ ਵਾਲੇ ਰਗੜੇ ਪਏ ਨੇ ਦੇਸ਼। ਸਾਰੇ ਹੀ ਪੂਰਬ ਵਾਲੇ ਨੇ ਤੇ ਦੱਖਣੇ ਬਚ ਗਿਆ ਸੀ ਨਾ। ਦੱਖਣ ਜੇ ਟੱਕਰੇ। ਦੱਖਣ ਵਾਲੇ ਕੌਡੇ ਨੂੰ ਰਾਖਸ਼ ਕਹਿੰਦੇ ਤੇ ਉਹ ਰਾਖਸ਼ ਨਹੀਂ ਸੀ। ਉਹਨੇ ਇਹ ਕਿਹਾ ਸੀ ਉਹਨਾਂ ਨੇ ਵੀ ਬਾਹਮਣ ਜੇ ਪੰਡਤ ਮਿਲ ਜਾਏ ਉਹਨੂੰ ਤਲ ਕੇ ਖਾ ਜਾਣਾ ਬਸ। ਉਹਦੇ ਨਾਲ ਉਹਨਾਂ ਦਾ ਵਿਰੋਧ ਸੀ। ਗੁਰੂ ਨਾਨਕ ਨੂੰ ਵੀ ਉਹਨਾਂ ਨੇ ਸਮਝ ਲਿਆ ਵੀ ਇਹ ਹਿੰਦੂ ਹੈ। ਜਦ ਪਤਾ ਲੱਗਿਆ ਵੀ ਹਿੰਦੂਆਂ ਦੇ ਵਿਰੁੱਧ ਆ ਫਿਰ ਉਹ ਕਹਿੰਦੇ ਵੀ ਇਸ ਕਰਕੇ ਦੱਖਣ ਦਿਆਂ ਨੇ ਜ਼ਿਆਦਾ ਮੰਨਿਆ ਸੀ ਗੁਰੂ ਘਰ ਨੂੰ। ਦੱਖਣ ਦੇ 52 ਰਾਜੇ ਛੇਵੇਂ ਪਾਤਸ਼ਾਹ ਦੇ ਮੰਨੇ ਸੀ। ਇਹ ਉੱਤਰ ਵਾਲੇ ਪੱਛਮ ਵਾਲੇ ਤਾਂ ਵਿਰੋਧ ਕਰਦੇ ਤੇ ਗੁਰੂ ਘਰ ਦਾ। ਭਾਈਧਾਰੀ ਵੀ ਦੂਜੇ ਭਾਈਧਾਰੀ ਉੱਤਰ ਵਾਲੇ ਸੀ, ਪੱਛਮ ਵਾਲੇ ਮੁਸਲਮਾਨ ਸੀ, ਪੂਰਬ ਵਾਲੇ ਵੀ ਨਾਲੇ ਸੀ ਤੇ ਸਾਰੇ ਵਿਰੋਧ ਖੜੇ ਨੇ। ਗੰਗਾ ਜਾ ਕੇ ਪੂਰਬ 'ਚ ਪੈਂਦੀ ਹੈ, ਜਾ ਕੇ ਢਾਕੇ ਕੋਲ ਇੱਧਰ ਨੂੰ ਚਲੀ ਜਾਂਦੀ ਹੈ ਥੱਲੇ ਪੂਰਬੇ ਹੈ। ਦੱਖਣ ਵਾਲੇ ਉਹਨੂੰ ਕਿਹਾ ਵੀ ਦੱਖਣ ਵਾਲੇ ਤੁਹਾਡੇ ਪ੍ਰਭਾਵ ਤੇ ਜ਼ਿਆਦਾ ਨੇ। ਵਿਰੋਧ ਪੂਰਬ ਵਾਲਿਆਂ ਨੇ ਕੀਤਾ ਜ਼ਿਆਦਾ। ਆ ਗੰਗਾ ਦੇ ਆਲੇ ਦੁਆਲੇ ਵਾਲਿਆਂ ਨੇ ਵਿਰੋਧ ਕੀਤਾ। ਗੰਗਾ ਦੇ ਨਾਲੇ ਸਾਡਾ ਵਿਰੋਧ ਹੈ। ਜਟਾਂ ਵਾਲਿਆਂ ਨਾਲ ਆਖਰ ਗੁਰੂ ਨਾਨਕ ਦਾ ਵਿਰੋਧ ਕੀ ਨਹੀਂ ਕੀਤਾ? ਸਭ ਤੋਂ ਪਹਿਲਾਂ ਸ੍ਰੀ ਚੰਦ ਨੇ ਕੀਤਾ ਜਟਾਂ ਰੱਖ ਕੇ, ਹੋਰ ਕੀ ਨਹੀਂ ਕੀਤਾ? ਗੁਰੂ ਨਾਨਕ ਨੇ ਵੀ ਜਟਾਂ ਵਾਲਿਆਂ ਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਗੋਸ਼ਟੀ ਕੀਤੀ। ਪੰਡਤ ਨੂੰ ਨਹੀਂ ਸਮਝਾਇਆ ਕਿਤੇ। ਉਹ ਕਹਿੰਦਾ ਇਹਦਾ ਨਹੀਂ ਕੋਈ ਫਾਇਦਾ। ਪੰਡਤ ਵਿਗੜੇ ਦੁੱਧ ਨੂੰ ਨਹੀਂ ਕਰੀਦਾ ਹੁੰਦਾ ਕੁਛ। ਜਿਹੜੇ ਦੁੱਧ ਵਿਗੜ ਜਾਵੇ ਨਾ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕਰੀਦੀ ਹੁੰਦੀ। ਮਨ ਮਨ ਕਿਰਪਾਲ ਗੁਣ ਗਣ ਦਿਆਲ
ਮੁਨੀ ਮਨ ਕਿਰਪਾਲ, ਮਨ ਕਿਰਪਾਲ। ਮਨ ਕਰਕੇ ਮੁਨੀ, ਹੁਣ ਸਾਰਿਆਂ ਤੇ ਕਿਰਪਾਲੂ ਹੈ। ਮਨ ਕਰਕੇ ਮੁਨੀ, ਮੁਨੀ ਦਾ ਮਨ ਇਹ ਜਿਹਾ ਪਰਮੇਸ਼ਰ ਦਾ ਮਨ ਹੁੰਦਾ। ਕਿਰਪਾਲ ਨੂੰ ਲਫ਼ਜ਼ ਪਰਮੇਸ਼ਰ ਨਾਲ ਆਉਂਦਾ, ਪੂਰਨ ਬ੍ਰਹਮ ਨਾਲ ਆਉਂਦਾ, ਪੂਰਨ ਬ੍ਰਹਮ ਨਾਲ ਆਉਂਦਾ। ਪੂਰਨ ਬ੍ਰਹਮ ਦਾ ਮਨ ਜਿਹੜਾ ਹੁੰਦਾ ਕਿਰਪਾਲੂ ਹੁੰਦਾ। ਗੁਣ ਗਣ ਦਿਆਲ, ਗੁਣ ਜਿੰਨੇ ਨੇ, ਜਿੰਨੇ ਵੀ ਗੁਣ ਨੇ ਕੋਲ, ਉਹਨਾਂ ਦੇ ਦੇਣ ਦੀ ਇੱਛਾ। ਦਿਆਲ ਹੁੰਦਾ ਜਿਹਦੇ ਵਿੱਚ ਦੇਣ ਦੀ ਇੱਛਾ ਹੋਵੇ ਹਰ ਵਕਤ, ਵੀ ਲੈ ਲਓ, ਸਾਂਭ ਲਓ, ਗੁਣ ਤੁਹਾਡੇ ਕੰਮ ਆਉਣਗੇ, ਔਰ ਫ੍ਰੀ ਲੈ ਲਓ। ਉਹ ਦਿਆਲ ਕਹਿੰਦੇ ਨੇ ਉਹਨੂੰ। ਪਰਮੇਸ਼ਰ ਇਹੀ ਕਰਦਾ, ਹੋਰ ਕੀ ਕਰਦਾ? ਇਹ ਆ ਭਗਤ ਨੇ ਜਿਹੜੇ, ਉਹਨਾਂ ਨੇ ਕੀਤਾ। ਉਹਨਾਂ ਦਾ ਇੱਕੋ ਸੁਭਾਅ ਇੱਕ ਹੁੰਦਾ ਨਾ, ਇਹ ਉਹ ਕਰ ਸਕਦੇ ਨੇ, ਹੋਰ ਤਾਂ ਕੋਈ ਨਹੀਂ ਕਰਦਾ। ਬਾਕੀ ਤਾਂ ਸਭ ਇਹ ਜਿਹੜਾ ਸੀ ਨਾ ਸਾਡਾ ਆ ਪੈਟਰਨ, ਇਹ ਬਦਲ ਕੇ ਮਾਇਆ ਦੇ ਸਿਰ ਤੇ ਕਰਤਾ ਧਰਮ ਪ੍ਰਚਾਰ। ਸਾਰੇ ਤਨਖਾਹਦਾਰ ਨੇ, ਉੱਥੇ ਤਾਂ ਗੁਣ ਨਹੀਂ ਕਿਸੇ ਚ, ਗੁਣ ਹੈ। ਫਿਰ ਸਾਰੇ ਕਿਰਾਏ ਤੇ ਧਰਮ ਚੱਲਦੇ ਹੁੰਦੇ ਨੇ। ਕਿਰਾਏ ਦੇ ਸੈਨਿਕ ਜਿਹੜੇ ਹੁੰਦੇ ਨੇ ਉਹ ਨਹੀਂ ਕਰਦੇ, ਲੜਦੇ ਹੁੰਦੇ ਨੇ। ਕਰਦੇ ਜਿਹੜੇ ਹੁੰਦੇ ਨੇ ਨਾ, ਉਹੀ ਲੜਦੇ। ਆ ਦੋਏ ਭਾਈ ਉਹ ਮਰੇ ਨੇ, ਉਹ ਕਿਰਾਏਦਾਰ ਕੋਈ ਮਰ ਗਿਆ ਜਾਂ ਘੋੜੀ ਚਲੀ, ਸਾਰੇ ਟੇਢ ਦੇ ਕੇ ਪਰੇ ਉਰੇ। ਜਿਹੜੇ ਸਾਹਮਣੇ ਸੀ ਸਿੱਧੇ ਉਹ ਟੱਕਰੇ, ਮਰ ਗਏ। ਉਹਨਾਂ ਦਾ ਕੀ ਹੈ? ਉਹ ਤਾਂ ਖਾਣ ਪੀਣ ਵਾਲੇ ਸੀ ਵਿਚਾਰੇ। ਹਾਂਜੀ, ਸ਼ੁਭ ਮਤ ਸੋ ਢਾਲ। ਸ਼ੁਭ ਮਤ ਆਪਣੀ ਜਿਹੜੀ ਪਹਿਲੀ ਮਤ ਸੀ ਉਹ ਸ਼ੁਭ ਨਹੀਂ ਸੀ, ਇਹਦਾ ਮਤਲਬ। ਹੁਣ ਮਤ ਨੂੰ ਢਾਲ ਕੇ ਨਾ ਸ਼ੁਭ ਕਰ ਲਿਆ। ਮਤ ਸ਼ੁਭ ਨਹੀਂ ਸੀ ਪਹਿਲੀ, ਇਹਦਾ ਮਤਲਬ ਮਤ ਢਾਲੀ ਹੈ ਨਾ, ਢਾਲ ਕੇ ਦੁਬਾਰਾ ਘੜੀ ਹੈ। ਕੋਈ ਚੀਜ਼ ਢਾਲਦੇ ਆ, ਸੋਨਾ ਢਾਲ ਕੇ ਨਹੀਂ ਦੁਬਾਰਾ ਕੱਢਦੇ। ਮਤ ਗੁਰਮਤ ਲੈਂਦੀ ਹੈ। ਹੁਣ ਗੁਰ ਕੀ ਮਤ ਤੂੰ ਲਿਓ। ਪਹਿਲਾਂ ਮਨ ਮਤ ਸੀ ਨਾ, ਮਰਜ਼ੀ ਦੇ ਗੁਰੂ ਬਣਾਉਂਦਾ ਸੀ, ਜਿਹੜਾ ਚੰਗਾ ਲੱਗ ਜਾਂਦਾ ਸੀ, ਜਿਹੜਾ ਉਹਨੂੰ ਚੰਗਾ ਲੱਗਦਾ ਸੀ ਉਹ ਗੁਰੂ ਧਾਰਨ ਕਰਦਾ ਸੀ, ਅਦੂਏ ਨੂੰ ਦੱਸਦਾ ਵੀ ਨਹੀਂ ਸੀ। ਦ੍ਰਿੜ ਬ੍ਰਿਤ ਕਰਾਲ। ਦ੍ਰਿੜ ਬਿਰਤੀ ਹੁਣ ਕੀ ਹੈ? ਹੁਣ ਕਰਾਲ ਹੈ, ਜ਼ਾਲਮ ਹੈ। ਹੁਣ ਸ਼ਿਕਾਰੀ ਹੈ, ਸ਼ਿਕਾਰੀ ਹੈ। ਹੁਣ ਵਿਕਰਾਲ ਸਰੂਪ ਹੈ, ਉਹ ਜਿਹਾ ਨਹੀਂ ਹੈਗਾ। ਹੁਣ ਮਾਰਨ ਵਾਲਾ ਹੈ, ਮਨ ਮਾਰਨ। ਹੁਣ ਹਮਲਾਵਰ ਹੈ। ਹੁਣ ਪ੍ਰਚੰਡ ਚੰਡੀ ਪ੍ਰਚੰਡ ਹੈ, ਚੰਡੀ ਦਾ ਜੰਗ ਕਰਦੀ ਹੈ, ਕਰਾਲ ਸਰੂਪ ਨਹੀਂ ਹੈ। ਕਾਲੀ ਤੋਂ ਵੀ ਭਿਆਨਕ ਹੈ। ਕਾਲੀ ਦਾ ਕਰਾਲ, ਉਹ ਕਹਿੰਦੀ ਕਾਲੀ ਨੂੰ, ਕਹਿੰਦੀ ਤੂੰ ਮੇਰੇ ਵਿੱਚੇ ਲੀਨ ਹੋ ਜਾ, ਤੇਰੇ ਵਾਸ ਦੀ ਗੱਲ ਨਹੀਂ ਹੋਣੇਗੀ, ਇਹ ਜੰਗ ਨਹੀਂ ਤੇਰੇ ਵਾਸ ਦੀ, ਹੁਣ ਮੈਂ ਕਰੂੰਗਾ। ਹਾਂ, ਇਹ ਪੁੱਤਰੀ ਤੂੰ ਕਾਲਕਾ ਹੋ ਮੁਝ ਮੇ ਲੀਨ, ਤੂੰ ਮੇਰੇ 'ਚ ਲੀਨ ਹੋ ਜਾ, ਤੇਰੇ ਵਾਸ ਦੀ ਗੱਲ ਨਹੀਂ ਹੈ। ਤੇਰੇ ਵਾਸ ਦੀ ਗੱਲ ਸਿਰਫ ਲੋਹੇ ਦੀ ਤਲਵਾਰ ਚਲਾਉਣੀ ਹੈ। ਮੈਂ ਦੋਏ ਚਲਾਉਣੀਆਂ ਨੇ, ਮੈਂ ਤਾਂ ਦੋਏ ਚਲਾਉਣੀਆਂ ਨੇ। ਜਿਹੜਾ ਗਿਆਨ ਖੜਗ ਨਾਲ ਸੂਤ ਨਹੀਂ ਆਉਂਦਾ, ਉਹਦੇ ਨਾਲ ਲੋਹੇ ਦੀ ਤਲਵਾਰ ਨਾਲ ਵੀ ਸਿੱਝਣਾ ਪਊਗਾ। ਇਹ ਦੋਏ ਤਲਵਾਰਾਂ ਪਾਈਆਂ ਛੇਵੇਂ ਪਾਤਸ਼ਾਹ ਨੇ। ਕਾਲੀ ਕੋਲ ਦਾ ਇੱਕੋ ਹੈ, ਉਹਦੇ ਕੋਲ ਇੱਕੋ ਤਲਵਾਰ ਹੈ। ਮਨਮਾਦੀ ਤਾਂ ਇੱਕੋ ਹੀ ਤਲਵਾਰ ਹੈ। ਮਨਮੁਖਾਂ ਕੋਲ ਇੱਕੋ ਹੀ ਤਲਵਾਰ ਹੁੰਦੀ ਹੈ। ਜਦੋਂ ਤੋਂ ਮਨਮੁਖ ਹੋਏ ਨੇ ਸਿੱਖ, ਇੱਕੋ ਹੀ ਤਲਵਾਰ ਨੂੰ ਦੋ ਤਲਵਾਰਾਂ ਲੋਹੇ ਦੀਆਂ ਹੀ ਮੰਨ ਲਈਆਂ ਇਹਨਾਂ ਨੇ। ਕਿਉਂਕਿ ਦੂਈ ਹੈ ਉਹ ਨਹੀਂ ਕੋਲ, ਜਦ ਕਿੱਥੋਂ ਸਾਬਤ ਕਰਨਗੇ? ਗਿਆਨ ਖੜਗ ਕਿੱਥੇ ਗਈ?
ਗਿਆਨ ਖੜਗ ਦੀ ਗੱਲ ਕਿਹਨੇ ਬੰਦ ਕੀਤੀ? ਪੰਡਤ ਨੇ ਕੀਤੀ। ਪੰਡਤ ਖਿਆਲ ਹੈ ਪੰਡਤ ਰੋਵੇਂ ਗਿਆਨ ਖੜਗ ਦਾ ਪੰਡਤ ਨੇ ਲਾਹੀ ਸੀ ਵੇਦ ਵਾਲੀ। ਕਿੱਥੋਂ ਪ੍ਰਗਟ ਕਰ ਦੇਵੇ? ਪਹਿਲਾਂ ਪੰਡਤ ਦੇ ਗੱਲ ਨੂੰ ਪੈਂਦੀ ਹੈ ਗਿਆਨ ਖੜਗ, ਪਹਿਲਾਂ ਬੜੀ ਪੰਡਤ ਦੀ ਉਹ ਲੈਂਦੀ ਹੈ, ਤਾਂ ਹੀ ਉਹ ਜਿਹੜਾ ਸੀ ਕੌਡੇ ਰੱਖਦੇ ਉਹਨੇ ਕਹਿੰਦੇ ਪੰਡਤ ਨਹੀਂ ਛੱਡਣਾ, ਉਹ ਤਾਂ ਉਸੇ ਨੂੰ ਪੈਂਦੀ ਸੀ। ਪਹਿਲਾਂ ਪੰਡਤ ਦੀ ਬਲੀ ਹੈ, ਅਗਾਂਹ ਦੇਖੀ ਕੀ ਕਰਦਾ ਹੈ। ਤਨ ਸਹਿਤ ਸੀਤ ਨਹੀਂ, ਜੇ ਧੁੱਪ ਸਹਿੰਦਾ ਤਾਂ ਸੀਤ ਵੀ ਸਹਿੰਦਾ। ਤਨ ਸਹਿਤ ਸੀਤ ਨਹੀਂ ਮੁਰਤ ਚੀਤ। ਜੇ ਬਰਫ਼ ਪੈਂਦੀ ਹੈ ਤਾਂ ਵੀ ਪਰਵਾਹ ਨਹੀਂ, ਜੇ ਲੋ ਚੱਲਦੀ ਹੈ ਤਾਂ ਵੀ ਪਰਵਾਹ ਨਹੀਂ, ਜੇ ਦੁੱਖ ਆਇਆ ਤਾਂ ਵੀ ਪਰਵਾਹ ਨਹੀਂ, ਜੇ ਸੁੱਖ ਆਇਆ ਤਾਂ ਵੀ ਪਰਵਾਹ ਨਹੀਂ। ਸੀਤ ਕੀ ਹੈ? ਹੁਕਮ ਨੂੰ ਸਹਿਣਾ ਸੀਤ ਸਹਿਣਾ। ਸੁੱਖ ਨੂੰ ਸਹਿਣਾ ਵੀ ਸੀਤ ਸਹਿਣਾ। ਸੁੱਖ ਵੀ ਸਹਿਣਾ ਪੈਂਦਾ ਨਾ, ਦੁੱਖ ਨਾਲ ਸੁੱਖ ਸਹਿਣਾ ਔਖਾ ਹੈ। ਗਰਮੀ ਬਰਦਾਸ਼ਤ ਹੋ ਜੂ, ਸਰਦੀ ਤਾਂ ਖੂਨ ਜੰਮ ਜਾਂਦਾ ਹੈ। ਹਾਂ, ਗਰਮੀ 'ਚ ਭੱਜੂਗਾ, ਛੋਚ ਆ ਜੂਗਾ, ਪਾਣੀ 'ਚ ਬਹਿ ਜੂਗਾ। ਸਰਦੀ ਦਾ ਪਾਣੀ 'ਚ ਵੀ ਨਹੀਂ ਬਹਿ ਸਕਦਾ, ਕਿੱਥੇ ਜਾਊਗਾ ਸਰਦੀ 'ਚ ਭੱਜ ਕੇ? ਸਰਦੀ ਤਾਂ ਗਰਮੀਓਂ ਬਚਾ ਸਕਦੀ ਹੈ, ਚਾਹੇ ਅੱਗ ਜਾਲੇ। ਸਰਦੀ ਤੋਂ ਗਰਮੀ ਬਚਾ ਸਕਦੀ ਹੈ। ਸੁੱਖ ਤੋਂ ਬਚਾਊ ਤਾਂ ਦੁੱਖ ਬਚਾਊਗਾ, ਦੁੱਖ ਦਾਰੂ ਬਣੂਗਾ। ਸੁੱਖ ਦੇ ਰੋਗ ਤੋਂ ਦੁੱਖ ਦਾਰੂ ਬਚਾਊਗਾ, ਨਹੀਂ ਬਚ ਨਹੀਂ ਸਕਦਾ। ਸਵਾਲ ਹੀ ਨਹੀਂ ਪੈਦਾ ਹੁੰਦਾ। ਜਦੇ ਜੀਵਨ ਸਮਾਪਤ ਹੋ ਜਾਊਗਾ। 95 ਦੇ ਥੱਲੇ ਗਏ, ਚਲੀ ਗਈ ਨਾ ਸੂਈ, ਬਸ ਗਿਆ। ਹਾਂਜੀ, ਨਹੀਂ ਮੁਰਤ ਚੀਤ। ਚਿੱਤ ਨਹੀਂ ਮੁੜਦਾ, ਚਿੱਤ ਨਹੀਂ ਪਰਵਾਹ ਕਰਦਾ ਦੁੱਖ ਔਰ ਸੁੱਖ ਦੀ। ਪਾਣੇ 'ਚ ਰਹਿਣਾ ਜੋ ਮਰਜ਼ੀ ਹੋਵੇ, ਪਾਣਾ ਮੰਨਣਾ ਹੀ, ਮਿੱਠਾ ਕਰਕੇ ਹੀ ਮੰਨਣਾ। ਚਾਹੇ ਤਤੀ ਤਵੀ ਤੇ ਵੀ ਬੈਠਾ, ਤਤੀ ਤਵੀ ਤੇ ਗਰਮੀ ਹੈ, ਤਾਂ ਤਲਵਾਰ ਆਈ ਹੈ ਤਾਂ ਸੀਤ ਹੈ, ਸ਼ਾਂਤ ਹੋ ਕੇ ਬੈਠਾ। ਹਾਂਜੀ, ਬਹੁ ਬਰਖ ਬੀਤ ਜਨ ਜੋਗ ਜੀਤ। ਬਹੁਤ ਸਾਲ ਏਦਾਂ ਕੀਤਾ ਉਹਨੇ, ਬਸ ਜੋਗ ਜਿੱਤ ਲਿਆ, ਮਨ ਜਿੱਤ ਲਿਆ। ਜੋ ਗਿਆਨ ਯੋਗ ਦੀ ਪ੍ਰਾਪਤੀ ਹੋ ਗਈ, ਮਨ ਮੰਨ ਗਿਆ, ਸਹਿਜ ਸਮਾਧ ਲੱਗ ਗਈ। ਸਹਿਜ ਸਮਾਧ ਉਪਾਦ ਰਹਿਤ। ਸੁਨ ਸਮਾਧ ਉਪਾਦ ਰਹਿਤ ਹੁੰਦੀ ਹੋਈ ਨਹੀਂ, ਮਨ ਉਪਾਦੀ ਤੋਂ ਹਟਦਾ ਹੀ ਨਹੀਂ। ਉਹ ਤਾਂ ਬਸ ਨੂੜ ਨਾੜ ਕੇ ਰੱਖਣਾ ਪੈਂਦਾ। ਬਹੁਤ ਸਾਲ ਲੱਗਿਆ ਰਿਹਾ ਜਦ ਮਨ ਨੂੰ ਸਮਝਾਉਣ ਵਾਸਤੇ। ਆਖਰ ਮਨ ਮੰਨ ਗਿਆ ਤੇ ਬਸ ਖੜਕਾ ਪੈਖੜ ਤਾਂ ਛੁੱਟੇ, ਬਸ ਫਿਰ ਖੁੱਲਾ ਛੱਡਤਾ ਵੀ ਜਾ ਬਈ। ਉਹ ਕਹਿੰਦਾ ਹੁਣ ਮੈਂ ਕਿੱਥੇ ਜਾਣਾ? ਉਹ ਜਾਂ ਪੂਰਾ ਲੱਦਿਆ ਗਿਆ ਕਹਿੰਦੇ ਤੇ, ਫਿਰ ਉਹਨੇ ਕਿੱਥੇ ਭੱਜਣਾ ਵਿਚਾਰੇ? ਫਿਰ ਤਾਂ ਡੰਡਾ ਮਾਰਦਾ ਵੀ ਛੇਤੀ ਚੱਲੀਏ। ਚਾਲੰਤ ਬਾਤ। ਫਿਰ ਮਨ ਨਹੀਂ ਜਾਂਦਾ ਕਿਤੇ, ਮਨ ਨੇ ਕਿੱਥੇ ਜਾਣਾ? ਚਾਲੰਤ ਬਾਤ ਥਰਕੰਤ ਪਾਤ। ਜਦ ਗੱਲ ਕਰਦਾ ਹੈ ਨਾ, ਗੱਲ ਕਰਦਾ ਹੁਣ ਜਦ ਗੱਲ ਕਰਦਾ ਹੈ, ਚਾਲੰਤ ਬਾਤ ਆ, ਗਰਜਦਾ ਨਹੀਂ ਹੈ। ਗਰਜਣ ਹਟ ਗਈ, ਚਾਲੰਤ ਬਾਤ। ਜਦ ਗੱਲ ਚਲਾਉਂਦਾ ਚਰਚਾ ਦੀ, ਥਰਕੰਤ ਪਾਤ। ਬਸ ਪੱਤਿਆਂ ਮੂੰਹ ਥੜਕਦੇ ਨੇ ਪੰਡਤ, ਪੀਪਲ ਕੇ ਜੋ ਪਾਤ ਉਡਾਨੇ। ਜਦ ਗਿਆਨ ਕੀ ਆਂਦੀ ਆਉਂਦੀ ਹੈ, ਪਿੱਪਲ ਦੇ ਪੱਤਿਆਂ ਮੂੰਹ ਉੱਡ ਜਾਂਦੇ ਨੇ, ਸਾਰੇ ਮੂਹਰੇ ਉੱਡਦੇ ਫਿਰਦੇ। ਆ ਜਿਹੜੀਆਂ ਮਨਮੱਤਾਂ ਨੇ ਨਾ, ਪਿੱਪਲ ਦੇ ਪੱਤਿਆਂ ਮੂੰਹ ਉੱਡਦੀਆਂ ਨੇ। ਹਾਂਜੀ, ਪੀ ਆਤ ਗਾਤ ਨਹੀਂ ਬਦਤ ਬਾਤ। ਪੀ ਆਤ ਬਾਤ। ਜਦੋਂ ਪਰਮੇਸ਼ਰ ਪਤੀ ਦੀ ਗੱਲ ਕਰਦਾ, ਉਹ ਆਤ ਬਾਤ, ਉਹਦੀ ਜਦ ਗੱਲ ਕਰਦਾ ਹੈ, ਉਹਦਾ ਗੁਣ ਗਾਇਨ ਕਰਦਾ ਹੈ,
ਨਹੀਂ ਬਦਤ ਬਾਤ। ਉਹਦੀ ਉਹ ਗੱਲ ਕਰਦਾ ਹੈ, ਉਹ ਹੁਣ ਗੁਰਮਤਿ ਦੀ ਉਹ ਗੁਣ ਗਾਇਨ ਕਰਦਾ ਤਾਂ ਨਿਰਾਕਾਰ ਦਾ ਹੀ ਕਰਦਾ ਹੈ, ਹੁਕਮ ਦੀ ਉਹ ਕਰਦਾ, ਹੋਰ ਕਿਸੇ ਦੀ ਭੈ ਨਹੀਂ ਮੰਨਦਾ, ਨਹੀਂ ਬਦਤ ਬਾਤ। ਹੋਰ ਕਿਸੇ ਦੀ ਪਰਵਾਹ ਨਹੀਂ ਕਰਦਾ ਦੇਵੀ ਦੇਵਤਿਆਂ ਦੀ। ਉਹ ਕਹਿੰਦੇ ਹੋ ਤਾਂ ਏਕ ਰਮਈਆ ਲੈ ਹੂੰ ਆਨ ਦੇਵ ਬਦਲਾਵਣ ਦੇ ਹੂੰ, ਐਂ ਕਹਿੰਦਾ ਜਿਹੜੇ ਹੋਰ ਦੇਵੀ ਦੇਵਤਿਆਂ ਦੀ ਮੈਂ ਕੀਤੀ ਹੈ ਪੂਜਾ ਉਹ ਲੈ ਲਓ ਸਾਰੀ ਉਹਦੇ ਬੱਟੇ, ਮੈਂ ਤਾਂ ਇੱਕ ਰਮਈਆ ਲੈਣਾ, ਉਹਦੇ ਬਦਲੇ ਸਾਰੇ ਹੀ ਦੇ ਦਿੱਤੇ, ਪਰਵਾਹ ਨਹੀਂ ਕਰਦਾ ਕਿਸੇ ਦੀ। ਹੁਣ ਕਹਿੰਦਾ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ, ਕਿਤੇ ਰਾਮ ਸੇ ਮੇਟ ਡਾਰੇ ਬਣਾਏ ਉਪਾਏ, ਕਿਰਿਆ ਕਾਲ ਜੂ ਕੀ ਕਿਨੂੰ ਨਾ ਪਛਾਣੀ ਘੜਿਓ ਪੇ ਬਹੀ। ਕੌਣ ਕਹਿ ਦੂਗਾ ਇਹ ਗੱਲ? ਕਹਿ ਦੂਗਾ ਨਹੀਂ ਬਦਤ ਬਾਤ, ਪਰਵਾਹ ਨਹੀਂ ਕਰਦਾ ਕਿਸੇ ਦੀ। ਇੱਕ शिव पाए एक गए एक फेर पाए, राम और कृष्ण के अवतार भी अनेक हैं, कौन कह दूगा? लोग तो डरते ने राम और कृष्ण का नाम ले थे, उन्होंने भगतों का संतां तो डरते ने। राम नूं पै जूगा, राम के गल नूं हथ पा लूगा सीधा ही जाके। फिर वो जो राजे कहते गावे कर अवतारी, अवतार भी बिच अदातों भी बिच रगड़ते, भगतां ने नहीं कोई बख्शिया है। ਜਿਹੜਾ ਅਵਤਾਰ ਕਹਾਉਂਦਾ ਉਹ ਸ਼ਰੀਕ ਖੁਦਾ ਵਰਗਾ ਹੀ ਹੁੰਦਾ, ਜਿਹੜਾ ਕਹਾਉਂਦਾ ਉਹਨੂੰ ਕਹਿੰਦੇ ਨੇ। ਹਾਂਜੀ ਭੰਗੰ ਪਛੰਤ ਕਾਛੀ ਕਛੰਤ। ਆ ਦੇਖੋ ਭੰਗੰ ਪਛੰਤ, ਭੰਗ ਪੀਂਦਾ, ਭੰਗੰ ਪਛੰਤ ਉਹ ਪੀਂਦਾ ਭੰਗ, ਇੱਥੋਂ ਸ਼ੁਰੂ ਹੋਈ ਹੈ। ਐ ਜਿਹਾ ਹੈਗਾ ਕੋਈ ਇਹਨਾਂ ਜਿਹੜੇ ਭੰਗ ਦੇ ਖਿਲਾਫ ਨੇ? ਬਾਹਮਣ ਚਾਹੇ ਭੰਗ ਦੇ ਖਿਲਾਫ ਹੈ, ਬਾਹਮਣ ਬੋਲਦਾ ਨਸ਼ਿਆਂ ਦੇ, ਕੋਈ ਹੈਗਾ ਇਹ ਜਿਹਾ? ਦੱਤ ਵਰਗਾ ਹੈ ਕੋਈ ਇੱਥੇ ਦੁਨੀਆ 'ਚ? ਇਹ ਉਹਨਾਂ ਦੇ ਗ੍ਰੰਥਾਂ 'ਚ ਨਹੀਂ ਲਿਖਿਆ ਹੋਇਆ ਹੈ? ਜਿਹੜੇ ਭੰਗ ਦਾ ਵਿਰੋਧ ਕਰਦੇ ਨੇ ਉਹਨਾਂ ਦੇ ਗ੍ਰੰਥਾਂ 'ਚ ਲਿਖਿਆ ਹੋਇਆ। ਇੱਥੋਂ ਮਰੇ ਨੇ ਸਾਰੇ, ਜਾਂ ਕੱਢ ਕੇ ਉਹਨਾਂ ਦਾ ਹੀ ਦੇ ਦਿੱਤਾ ਸਭ ਕੁਛ। ਇਹ ਆ ਝੂਠ ਹੈ, ਇਹਨੂੰ ਕਹੋ ਝੂਠ ਹੈ। ਉਹ ਜਿਹੜੇ ਬਕਵਾਸ ਕਰਦੇ ਨੇ, ਧਰਮ ਪੜ੍ਹਿਆ ਕਿੱਥੋਂ ਹੈ? ਬੇਸਿਕ ਧਰਮ ਹੈ। ਧਰਮ ਪੈਦਾ ਕਿੱਥੋਂ ਹੈ? ਓਰੀਜਨ ਕਿੱਥੋਂ ਹੈ? ਗੁਰਬਾਣੀ ਧਰਮ ਨਹੀਂ ਹੈ, ਉਹ ਅਮੈਂਡਮੈਂਟਾਂ ਨੇ। ਉਹ ਤਾਂ ਅਮੈਂਡਮੈਂਟਾਂ ਹੋਈਆਂ ਨੇ। ਧਰਮ ਨੂੰ ਉਲਟੇਰਾ ਪਾ ਲਿਆ, ਜਿੱਥੋਂ ਉਲਟੇਰਾ ਪਾਇਆ ਉਹ ਕਹਿੰਦੇ ਆ ਨਹੀਂ ਆ ਹੈ। ਸੋਧਤ ਸਿਮਰਤ ਸਾਸਤਰ ਸਗਲ, ਉਹ ਤਾਂ ਜਿਹੜੇ ਅਸ਼ੁੱਧ ਕੀਤੇ ਸ਼ੁੱਧੀਆਂ ਕੀਤੀਆਂ ਅਮੈਂਡਮੈਂਟਾਂ ਨੇ। ਬੇਸਿਕ ਗੱਲ ਆ ਹੈ, ਉੱਥੇ ਅਮੈਂਡਮੈਂਟਾਂ ਨੇ। ਹੁਣ ਕਿਤੇ ਜਵਾਬ ਨਹੀਂ ਤੁਹਾਡੇ ਸੁੱਖੇ ਦੇ ਹੱਕ 'ਚ, ਦੱਸੋ ਉੱਥੇ ਕਿੱਥੇ ਆਦੀ ਬਾਣੀ ਕਿੱਥੇ? ਨਸ਼ਿਆਂ ਦੇ ਹੱਕ 'ਚ ਅਸੀਂ ਇਹ ਕਹਿੰਦੇ ਨਸ਼ਿਆਂ ਦੇ ਖਿਲਾਫ ਬਾਣੀ ਨਹੀਂ ਹੈ, ਇਹੀ ਕਹਿੰਦੇ ਨੇ ਵੀ ਗੁਰਬਾਣੀ ਦਿਖਾਓ ਕਿੱਥੇ ਨਸ਼ਿਆਂ ਦੇ ਖਿਲਾਫ ਹੈ। ਉਹ ਕਿਹਾ ਜਿਹੜੀ ਦੁਰਮਤ ਨੂੰ ਵੱਧ ਕਿਹਾ ਹੋਇਆ, ਉਹ ਤੁਸੀਂ ਕਹਿੰਦੇ ਇਹੀ ਕਿਹਾ, ਪਰ ਇੱਥੇ ਤਾਂ ਲਿਖਿਆ ਹੋਇਆ ਭੰਗੰ ਪਛੰਤ। ਕੀ ਖਾਣਾ ਕੀ ਪਹਿਨਣਾ ਉਹ ਇੱਥੇ ਲਿਖਿਆ ਹੋਇਆ, ਉੱਥੇ ਨਹੀਂ ਖਾਣੇ ਪਹਿਨਣ ਦੀ ਗੱਲ ਹੈਗੀ। ਇਹ ਇੱਕ ਉਸ ਆਦਮੀ ਦੀ ਗੱਲ ਹੈ ਜਿਹਨੇ ਕੋਈ ਧਰਮ ਓਰੀਜਨ ਪੈਦਾ ਕੀਤਾ, ਉਹਦੀ ਬਾਇਓਗ੍ਰਾਫੀ ਹੈ, ਉਹਦੀ ਜੀਵਨੀ ਹੈ, ਕੀ ਖਾਂਦਾ ਸੀ ਤੇ ਉਹ ਕਦੇ ਖਾਂਦਾ ਸੀ ਬਈ? ਅਰ ਹੁਣ ਖਾਂਦਾ ਸੀ ਭੰਗਕ ਪਛੰਤ, ਪਹਿਲਾਂ ਨਹੀਂ ਖਾਂਦਾ ਦੱਸਿਆ, ਪਹਿਲਾਂ ਨਹੀਂ ਆਇਆ। ਜੇ ਧਿਆਨ ਯੋਗ ਵਾਲਾ ਖਾਊਗਾ ਗਲਤ ਹੈ, ਗਿਆਨ ਯੋਗ ਵਾਲਾ ਖਾਊਗਾ ਠੀਕ ਹੈ। ਧਿਆਨ ਯੋਗ ਵਾਲਾ ਨਹੀਂ ਖਾ ਸਕਦਾ, ਉਹ ਖਾਊਗਾ ਉਲਟੇਰਾ ਪੈ ਜਾਊਗਾ। ਜੇ ਤੁਸੀਂ ਨਸ਼ਾ ਖਾ ਕੇ ਗਿਆਨ ਨਹੀਂ ਸੁਣਦੇ ਤਾਂ ਤੁਸੀਂ ਉਲਟੇਰਾ ਪੈ ਜਾਓਗੇ। ਇਕਾਗਰ ਬਿਰਤੀ ਕਰਦਾ ਹੈ ਉਹ ਨਸ਼ਾ ਸੁਣਨ ਵਾਸਤੇ, ਜਿਹੜਾ ਉੱਦਾਂ ਇਕਾਗਰ ਨਹੀਂ ਹੋ ਸਕਦਾ। ਜੇ ਗਿਆਨ ਨਹੀਂ ਹੈ ਤੁਹਾਨੂੰ ਮਿਲਦਾ, ਫਿਰ ਮਾੜਾ ਹੈ ਨਸ਼ਾ ਖਾਣਾ। ਜੇ ਸ਼ਬਦ ਵਿਚਾਰ ਤੁਸੀਂ ਕਰਨੀ ਹੈ ਜਾਂ ਕਿਸੇ ਦੀ ਗੱਲ ਕਹੀ ਹੋਈ ਸੁਣ ਕੇ ਸਮਝਣੀ ਹੈ, ਫਿਰ ਨਸ਼ਾ ਮਾੜਾ ਨਹੀਂ। ਉਹ ਵੀ ਕਿੰਨਾ ਖਾਣਾ, ਉਹਦੀ ਡੋਜ਼ ਅਲੱਗ ਅਲੱਗ। ਪਾਗਲ ਹੋਣ ਵਾਸਤੇ ਨਹੀਂ ਖਾਣਾ, ਇਕਾਗਰਤਾ ਵਾਸਤੇ ਖਾਣਾ।
ਜਿਉਣ ਵਾਸਤੇ ਖਾਣਾ, ਖਾਣ ਵਾਸਤੇ ਨਹੀਂ ਜਿਉਣਾ। ਅਸੀਂ ਰੋਟੀ ਖਾਂਦੇ ਹਾਂ, ਘਿਓ ਖਾਂਦੇ ਹਾਂ, ਦੁੱਧ ਪੀਂਦੇ ਹਾਂ, ਉਹਦੀ ਡੋਜ਼ ਹੈ। ਦਵਾਈਆਂ ਨੇ ਉਹਦੀ ਡੋਜ਼ ਹੈ। ਇਹ ਥੋੜ੍ਹੀ ਆ ਤੁਸੀਂ ਮਹੀਨੇ ਦੀ ਦਵਾਈ ਇੱਕੋ ਦਿਨ ਪੀ ਲਓਗੇ, ਹਫ਼ਤੇ ਦੀ ਦਵਾਈ ਇੱਕੋ ਵਾਰ ਪੀ ਜਾਓਗੇ, ਤਾਂ ਉਹ ਤਾਂ ਫਿਰ ਪਾਗਲਪਣ ਹੈ ਨਾ। ਉਹ ਤਾਂ ਸਾਰੀਆਂ ਚੀਜ਼ਾਂ ਜੇ ਖਾਣ ਵਾਲੀਆਂ ਜਿੰਨੀਆਂ ਵੀ ਚੀਜ਼ਾਂ ਨੇ ਉਹ 'ਚ ਪਾਗਲਪਣ। ਕੋਈ ਪਾਈਆ ਕਿ ਉਹ ਪੀ ਜਵੇ ਤਾਂ ਉਹਨੂੰ ਨੁਕਸਾਨ ਕਰੂਗਾ, ਫਾਇਦਾ ਕਿਵੇਂ ਕਰੂਗਾ? ਹਰ ਖਾਣ ਵਾਲੀ ਚੀਜ਼ ਦੇ ਵਿੱਚ ਡੋਜ਼ ਹੈ, ਹਰ ਮੈਡੀਸਨ ਦੇ ਵਿੱਚ ਡੋਜ਼ ਹੈ। ਇਹ ਅਕਲ ਦੀ ਲੜਾਈ ਹੈ ਕਿ ਉਹ ਤਾਂ ਬੇਵਕੂਫ ਨੇ ਜਿਹੜੀਆਂ ਗੱਲਾਂ ਕਰਦੇ ਨੇ। ਵਿਦਵਾਨ ਤਾਂ ਹੁੰਦਾ ਹੀ ਬੇਅਕਲ ਨੇ। ਇੱਕ ਪਾਸੜ ਗੱਲ ਕਰਦੇ ਨੇ, ਬੈਲੈਂਸਡ ਗੱਲ ਕਰੋ। ਕਿੰਨਾ ਲੋੜ ਹੈ ਬੱਚੇ ਨੂੰ, ਥੋੜ੍ਹੀ ਤੁਸੀਂ ਕਿਲੋ ਦੁੱਧ ਪਿਲਾ ਦੋਗੇ, ਉਹਦਾ ਬੂੰਦਾ ਨਾ ਪੀਊਗਾ। ਤੇ ਭਲਵਾਨ ਦਾ ਕਿਲੋ ਨਾ ਸਰਦਾ ਨਹੀਂ, ਉਹ 4 ਕਿਲੋ ਪੀਊਗਾ। ਤੁਸੀਂ ਕਹੋ ਬੱਚੇ ਨੂੰ ਵੀ 4 ਕਿਲੋ ਪਿਲਾਓ, ਭਲਵਾਨ ਨੂੰ ਵੀ 4 ਕਿਲੋ ਪਿਲਾਓ। ਇਹ ਬੱਚਾ ਬੂੰਦਾ ਨਾ ਸਾਰਦਾ, ਭਲਵਾਨ ਵੀ ਬੂੰਦਾ ਨਾ ਸਾਰੇ। ਇਹ ਕਿਵੇਂ ਹੋ ਜੂਗਾ ਬਈ? ਇਹ ਕਿਵੇਂ ਹੋ ਜੂ? ਇਹ ਬੁੱਧੀਹੀਨ ਨੇ। ਐਸੀ ਥਪੜਾਈ ਹੋ ਜਾਣੀ ਹੈ, ਮੁੜ ਕੇ ਗੱਲੇ ਨਹੀਂ ਕਰਨੀ ਹੈ। ਹੁਣ ਆਉਂਦੇ 300 ਸਾਲ ਨਹੀਂ ਕੋਈ ਬੋਲਦਾ ਹੈਗਾ। ਹਾਂ, ਬੋਲ ਲੈ ਜਿਹੜੇ ਬੋਲਦੇ, ਲੱਡੂ ਬੋਲਦੇ ਸੀਗੇ, ਹੁਣ ਰੁੱਤ ਆ ਗਈ। ਹਾਂ, ਹੋਰ ਹੁਣ ਪ੍ਰਚੰਡ ਗਿਆਨ ਹੋ ਗਿਆ, ਹੁਣ ਆ ਗਈ ਕਾਮ। ਇਹਨਾਂ ਦੀ ਬਰਸਾਤ ਤੋਂ ਸਾਡਾ ਉਲਟਾ ਹੁੰਦਾ। ਜਿਆਦਾ ਜਾਡਾ ਆਉਂਦਾ ਬਰਸਾਤ ਤੋਂ ਬਾਅਦ, ਜਾਂ ਬਰਸਾਤ ਤੋਂ ਪਹਿਲਾਂ ਦੀ ਕਾਮ ਹੁੰਦੀ ਹੈ। ਅੱਗੇ ਕਾਮ ਪਿੱਛੇ ਰੁੱਤ ਜਾਡਾ। ਇੱਥੇ ਆ ਸਾਡੇ ਕਾਮ ਆਉਂਦੀ ਹੈ ਨਾ, ਸਾਡਾ ਪੁੱਠਾ ਚੱਲਦਾ ਨਾ। ਬਰਸਾਤ ਤੋਂ ਬਾਅਦ ਕਾਮ ਪਿੱਛੇ ਨੂੰ ਜਾਵਾਂਗੇ, ਜਦ ਫਿਰ ਕਾਮ ਆਊਗੀ। ਹੁਣ ਗਿਆਨ ਪ੍ਰਚੰਡ ਹੈ, ਸੇਕ ਆਊਗਾ, ਸੇਕ ਆਊਗਾ ਨਾ ਹੁਣ ਸਾਰਿਆਂ ਨੂੰ। ਹੁਣ ਸੇਕ ਆਊਗਾ। ਸੇਕ ਤੋਂ ਡਰਦੇ ਨੇ, ਉੱਦਾਂ ਨਹੀਂ ਡਰਦੇ ਹੁਣੇ। ਪਹਾੜਾਂ ਤਾਂ ਚਲੇ ਜਾਂਦੇ ਨੇ, ਬਰਫ਼ ਦੇ ਵਿੱਚ ਤਾਂ ਜੋਗੀ ਚਲੇ ਜਾਂਦੇ ਹੁੰਦੇ ਨੇ। ਭੰਗੰਗ ਪਛੰਤ ਕਾਛੀ ਕਛੰਤ। ਇੱਥੇ ਕਾਛੀ ਲਫ਼ਜ਼ ਆਇਆ। ਇਹ ਲੰਗੋਟੇ ਵਾਸਤੇ ਕਾਛੀ ਹੈ। ਕੱਛਾ ਭਲਵਾਨ ਨਹੀਂ ਕੱਛਾ ਪਾਉਂਦੇ। ਕੱਛਾ ਆ ਲੰਗੋਟ, ਕਸ਼ਹਿਰਾ ਉੱਥੋਂ ਹੀ ਬਣਿਆ। ਕਾਛੀ ਕਛੰਤ, ਲੰਗੋਟ ਕੱਸ ਕੇ ਰੱਖਦਾ। ਲੰਗੋਟ ਜਿਹੜਾ ਲਫ਼ਜ਼ ਉਹਦਾ ਅਰਥ ਹੋਰ ਹੈ, ਕਾਛੀ ਨੂੰ ਲੰਗੋਟ ਕਹਿ ਦਿੱਤਾ। ਅੱਜ ਦੋਏ ਲਫ਼ਜ਼ ਆ ਗਏ ਨਾ। ਲੰਗੋਟ ਦਾ ਅਰਥ ਕਿਉਂ ਕੀਤਾ ਸੀ, ਇੱਥੇ ਕਾਛੀ ਕਿਉਂ ਵਰਤਿਆ? ਇਹਦਾ ਵੀ ਅਰਥ ਲੰਗੋਟ ਹੀ ਕਰਦਾ ਹੈ। ਕਿਉਂਕਿ ਦੋ ਲਫ਼ਜ਼ ਕਿਉਂ ਆਏ? ਅੱਜ ਕਾਛੀ ਕਿਉਂ ਆ ਗਿਆ? ਉਹ ਪਹਿਲਾਂ ਲੰਗੋਟ ਕਿਉਂ ਆਇਆ ਸੀ? ਕਾਛੀ ਹੈ। ਅੱਜ ਖਾਣ ਦੀ ਗੱਲ ਆਈ, ਅੱਜ ਸਰੀਰ ਨਾਲ ਸੰਬੰਧਿਤ ਗੱਲ ਆਈ ਹੈ ਨਾਲ। ਪਹਿਲਾਂ ਖਾਣ ਨਾਲ ਆਈ ਹੈ, ਹੁਣ ਸਰੀਰ ਨਾਲ ਆਈ ਹੈ। ਕਾਛੀ ਕਛੰਤ। ਹਾਂ, ਲੰਗੋਟ ਬੰਨ ਕੇ ਰੱਖਦਾ। ਹਾਂ, ਹੋਰ ਕੱਪੜਾ ਨਹੀਂ ਪਾਉਂਦਾ। ਜੇ ਹੋਰ ਕੱਪੜਾ ਪਾਉਂਦਾ ਥੱਲੇ ਲੰਗੋਟ ਹੈ ਨਹੀਂ। ਕਿ ਜੇ ਹੁਣ ਚੋਲਾ ਪਾਇਆ ਹੋਵੇ, ਕੀ ਪਤਾ ਥੱਲੇ ਕੀ ਹੈ? ਬਸ ਸਰੀਰ ਤੇ ਵਿਭੂਤ ਲਾ ਕੇ ਰੱਖਦਾ। ਵਿਭੂਤ ਸਾਰੇ ਲਾਉਂਦੇ ਨੇ। ਕਿੰਗਰੀ ਭਜੰਤ ਭਗਵੰਤ ਭਣੰਤ। ਹਾਂ, ਕਿੰਗਰੀ ਵਜਾਉਂਦਾ ਸੀ। ਕਿੰਗਰੀ ਅਨੂਪ ਵਾਜੇ, ਜੋਗੀਆਂ ਮਤਵਾਰੋ ਨੇ। ਨਾਲ ਮਿਲੂਗੀ ਸਾਰੀ ਗੱਲ ਗੁਰਬਾਣੀ ਦੇ, ਪਰ ਅਨੂਪ ਵਜਾਉਂਦਾ ਕਿੰਗਰੀ। ਹੁਣ ਉਹ ਦੂਈ ਨਹੀਂ ਵਜਾਉਂਦਾ। ਭਗਵਤ ਭਣੰਤ, ਭਗਵਤ ਦੇ ਗੀਤ ਗਾਉਂਦਾ ਨਾਲ। ਉਹ ਜਿਹੜਾ ਹੈ ਚਾਂਡੂ ਰਾਮ ਦਾ ਪਿਓ, ਉਹ ਹੈ। ਦੇਖਿਆ ਉਹਦੇ ਕੋਲ ਕਿੰਗਰੀ। ਭਜਨ ਗਾਉਂਦਾ ਗੁਰਬਾਣੀ ਦੇ। ਭਗਵਤ ਭਣੰਤ। ਹਾਂ, ਗੁਰਬਾਣੀ ਦੇ ਭਗਵਤ। ਗੁਰਬਾਣੀ ਦੇ ਜਿਹੜੇ ਇਹਨੇ ਨਾ, ਇਹਨੂੰ ਭਗਵਤ ਕਹਿੰਦੇ ਨੇ। ਭਗਵਤ ਦੇ ਗੀਤ ਹੁੰਦੇ। ਉਹ ਕਹਿੰਦੇ ਜੇ ਤਾੜੀ ਦੇ ਪੱਤਰਾਂ ਤੇ ਭਗਵਤ ਦੇ ਲਿਖਦੀ, ਉਹਨੂੰ ਨਮਸਕਾਰ ਕਰਦੇ ਆ ਨਾ, ਕਬੀਰ ਕਹਿੰਦਾ। ਹਾਂ, ਇਹ ਜਿਹੜੇ ਭਗਵੰਤ ਦੇ ਗੀਤ ਨੇ ਨਾ, ਭਗਵੰਤ ਦੇ ਭਜਨ ਨੇ, ਗੁਰਬਾਣੀ ਦੇ ਸ਼ਬਦ ਨੇ, ਇਹਨੂੰ ਕਹਿੰਦੇ ਨੇ ਕਿੰਗਰੀ। ਨਾਲ ਕਿੰਗਰੀ ਲਿਖਿਆ, ਤਾਰ ਨਾਲ ਵੱਜਦੀ ਹੈ ਨਾ ਉਹ ਕਿੰਗਰੀ। ਉਹਦੇ ਨਾਲ ਉਹ ਗਾਉਂਦਾ ਸੀ ਕਿੰਗਰੀ ਨਾਲ। ਅੰਦਰ ਵਾਲੀ ਇਲਾਕਾ, ਬਾਹਰ ਵਾਲੀ ਇਲਾਕਾ। ਕਿਉਂਕਿ ਇੱਥੇ ਬਾਹਰ ਕਿੰਗਰੀ ਵਜਾਉਂਦਾ ਸੀ ਉਹ,
ਪਰ ਅੰਦਰ ਜਿਹੜੀ ਉਹ ਹੋਰ ਵੱਜਦੀ ਸੀ, ਬਾਹਰ ਹੋਰ ਬਿਨਾਂ ਵੱਜਦੀ। ਵਜਾਏ ਬਾਹਰ ਦਾ ਲੋਕ ਵੱਜ ਰਹੀ ਦੇਖੋ ਨਾ, ਹੁਣ ਗੁਰੂ ਨਾਨਕ ਨੇ ਵੀ ਉਹ ਸਾਰੰਗੀ ਔਰ ਬੋਲਣ ਦਾ ਕੀਤਾ ਨਾ ਇਸਤੇਮਾਲ, ਉਹ ਵੀ ਇੱਦਾਂ ਹੀ ਕਰਦਾ ਸੀ। ਗੁਰੂ ਨਾਨਕ ਨੇ ਇਸੇ ਦੀ ਨਕਲ ਕੀਤੀ। ਉਹ ਕਿੰਗਰੀ ਆਪ ਵਜਾਉਂਦਾ ਸੀ, ਗੁਰੂ ਨਾਨਕ ਨੇ ਨਾਲ ਰੱਖਿਆ ਹੋਇਆ ਸੀ ਰਬਾਬੀ। ਹੁਣ ਆਪ ਵਜਾਉਂਦਾ ਨਾ, ਰਬਾਬੀ ਨਹੀਂ ਨਾ ਕੋਈ ਨਾ, ਗੁਰੂ ਨਾਨਕ ਨੇ ਰਬਾਬੀ ਰੱਖਿਆ ਸੀ ਨਾਲ, ਵਜਾਉਣ ਵਾਲਾ ਉਹ ਸੀ। ਮਤਲਬ ਸ਼ਬਦ ਆਪ ਕੋਲ ਸੀ। ਨਹੀਂ ਡੁਲਤ ਅੰਗ ਮਨ ਅਭੰਗ, ਨਹੀਂ ਡੁਲਤ ਅੰਗ, ਜਦੋਂ ਕਿੰਗਰੀ ਵਜਾਉਂਦਾ ਗਾਉਂਦਾ ਐਨ ਮਗਨ ਹੋ ਕੇ ਗਾਉਂਦਾ, ਫਿਰ ਉਹਦਾ ਮਨ ਨਹੀਂ ਡੋਲਦਾ, ਐਨ ਮਗਨ ਹੋ ਜਾਂਦਾ। ਮਨ ਅਭੰਗ, ਹਾਂ ਮਨ ਅਭੰਗ ਰਹਿੰਦਾ ਮੁਨੀ ਦਾ, ਮਨ ਕਰਕੇ ਇੱਕ ਮਨ ਇੱਕ ਚਿੱਤ ਹੋ ਕੇ ਗਾਇਨ ਕਰਦਾ। ਜੁਟ ਜੋਗ ਜੰਗ ਜਿਮ ਉਡਤ ਚੰਗ, ਹਾਂ ਜੰਗ 'ਚ ਇਉਂ ਜੁਟਿਆ ਹੋਇਆ ਜੋਗ ਦੀ 'ਚ, ਐ ਸਮਝ ਲਓ ਚੰਗਿਆਈਆਂ ਵੱਲ ਨੂੰ ਉੱਡ ਕੇ ਜਾ ਰਿਹਾ ਹੋਵੇ ਕੋਈ, ਜਿਮ ਉਡਤ ਚੰਗ, ਚੰਗਿਆਈਆਂ ਵੱਲ ਨੂੰ, ਬੁਰਾਈਆਂ ਨਾਲ ਜੰਗ ਕਰ ਰਿਹਾ, ਚੰਗਾਈਆਂ ਵੱਲ ਨੂੰ ਵੱਧ ਰਿਹਾ, ਉੱਡ ਰਿਹਾ। ਜਿਹੜੀਆਂ ਰੋਕ ਰਹੀਆਂ ਨੇ ਬੁਰਾਈਆਂ, ਉਹਨਾਂ ਨੂੰ ਵੱਢ ਰਿਹਾ ਨਾਲ ਦੀ ਨਾਲ। ਹੁਣ ਜੇ ਅਸੀਂ ਸਾਡੇ ਪਿੱਛੇ ਕੋਈ ਖਿੱਚਦਾ ਹੋਵੇ, ਪਿੱਛੋਂ ਮੂਹਰੇ ਨੂੰ ਭੱਜੀਏ, ਤਾਂ ਪਿਛਲੇ ਨੂੰ ਅਸੀਂ ਵੱਢਾਂਗੇ ਹੀ ਨਾ, ਰੱਸੀਆਂ ਨੂੰ। ਔਗਣਾਂ ਨੂੰ ਕੱਟ ਰਿਹਾ, ਜੰਗ ਕਰ ਰਿਹਾ, ਗੁਣਾਂ ਵੱਲ ਨੂੰ ਵੱਧ ਰਿਹਾ। ਜੁਟ ਜੋਗ ਜੰਗ ਜਿਮ ਉਡਤ ਚੰਗ, ਹਾਂ ਜਿਵੇਂ ਚੰਗਿਆਈਆਂ ਵੱਲ ਨੂੰ ਉੱਡ ਰਿਹਾ ਹੋਵੇ। ਉਹ ਜਿਵੇਂ ਉਹ ਕਹਿੰਦਾ ਸੀ ਨਾ ਵੀ ਆਪਣੇ ਟਾਰਗੇਟ ਵੱਲ ਨੂੰ ਇੰਨੀ ਤੇਜ਼ੀ ਨਾਲ ਵਧਣਾ ਚਾਹੁੰਦੇ ਨੇ ਕਿ ਨਾਲ ਵਾਲੇ ਜਿਹੜੇ ਨੇ ਉਹ ਨਹੀਂ ਸਾਥ ਦੇ ਸਕਦੇ। ਆਹ ਦੇਖੋ ਐਵੇਂ ਵੱਧ ਹੁੰਦਾ, ਇਹੀ ਤਰੀਕਾ ਹੈ ਵਧਣ ਜਿਮ ਦਾ। ਉਡਤ ਚੰਗ, ਆਹੋ ਇਹ ਤਰੀਕਾ ਹੀ ਇਹੀ ਹੈ, ਉਹਦੇ ਵਾਲਾ ਤਰੀਕਾ ਨਹੀਂ ਹੈਗਾ। ਆਹੋ ਨਹੀਂ ਕਰਤਾ ਹੈ ਤਪ ਕਰਤ ਚਾਹੇ, ਨਹੀਂ ਕਰਤਾ ਹੈ ਉਹ, ਹਾਂ ਉਹ ਹੈ ਗਲਾਬ ਨਹੀਂ ਕਰਦਾ ਹੈਗਾ, ਹੈ ਗਲਾਬ ਕੋਈ ਨਹੀਂ, ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਹੈ। ਤਪ ਕਰਤ ਚਾਹੇ, ਅੰਦਰ ਕੋਈ ਹੈ ਗਲਾਬ ਵਾਲੀ ਗੱਲ ਨਹੀਂ ਵੀ ਮੇਰੀ ਗੱਲ ਕੋਈ ਮੰਨਦਾ ਕਿ ਨਹੀਂ ਮੰਨਦਾ, ਕੋਈ ਮੇਰੇ ਮਗਰ ਆਉਂਦਾ ਕਿ ਨਹੀਂ ਆਉਂਦਾ, ਜਿਹਨੇ ਆਉਣਾ ਆਓ, ਜਿਹਨੇ ਨਹੀਂ ਆਉਣਾ ਨਹੀਂ ਆਓ, ਕੋਈ ਹੈ ਗਲਾਬ ਨਹੀਂ ਹੈ। ਤਪ ਕਰਤ ਚਾਹੇ, ਪ੍ਰਤਾਪ ਆਪਣੇ ਮਨ ਨੂੰ ਤਪਾਉਂਦਾ, ਆਪਣੇ ਮਨ ਨੂੰ ਤਪਾਉਣ ਦਾ ਚਾਹੋ ਹੈ, ਉਹਨੇ ਕੀ ਲੈਣਾ। ਉਹ ਸੁਣਦੇ ਨੇ ਲੋਕ, ਸੁਣ ਕੇ ਘਰ ਨੂੰ ਚਲੇ ਜਾਂਦੇ ਨੇ, ਕੋਈ ਮੰਨਦਾ ਹੈ ਕੋਈ ਨਹੀਂ ਮੰਨਦਾ, ਉਹਨੇ ਕੀ ਲੈਣਾ। ਦੇਖੋ ਨਾ, ਜਾਂ ਕਿੰਗਰੀ ਵਜਾਉਂਦਾ, ਭਜਨ ਗਾਉਂਦਾ, ਜਾਦੀ ਗੱਲ ਕਰਦੇ ਨੇ ਉਹ, ਕੋਈ ਉਹਦੀ ਗੱਲ ਮੰਨਦਾ ਹੈ ਜਾਂ ਨਹੀਂ ਮੰਨਦਾ, ਕਿਸੇ ਤੇ ਅਸਰ ਪੈਂਦਾ ਨਹੀਂ ਪੈਂਦਾ, ਉਹਦੀ ਸਿਹਤ ਤੇ ਇਸ ਗੱਲ ਦਾ ਕੋਈ ਅਸਰ ਨਹੀਂ, ਉਹਨੂੰ ਹੈ ਖਿਲਾਫ ਕੋਈ ਨਹੀਂ ਹੈ। ਦਰਿਆ ਨੂੰ ਕੀ ਆ, ਕਿਸੇ ਨੇ ਪਾਣੀ ਪੀਣਾ ਪੀ ਲੈ, ਨਹੀਂ ਪੀਣਾ ਨਾ ਪੀਵੇ, ਜਿਹੜਾ ਉਹਨੇ ਕੀ ਲੈਣਾ ਇਸ ਗੱਲ ਤੇ। ਉਹਦਾ ਜਿੱਥੇ ਦੀ ਚੀਜ਼ ਹੈ ਉੱਥੇ ਚਲੀ ਜਾਊਗੀ। ਸਮੁੰਦਰ 'ਚ ਆਇਆ, ਸਮੁੰਦਰ 'ਚ ਪਹੁੰਚਾ ਦੇਣਾ ਉਹਨੇ। ਜੇ ਕੋਈ ਵਿੱਚ ਵੜ ਗਿਆ ਉਹਨੂੰ ਲੈ ਜੂ ਸਮੁੰਦਰ ਤੱਕ। ਜੇ ਦਰਿਆ 'ਚ ਕੋਈ ਛਾਲ ਮਾਰ ਦੇਵੇ, ਗੁਰ ਦਰਿਆ ਹੈ ਨਾ, ਤਾਂ ਉਹ ਸਮੁੰਦਰ 'ਚ ਲੈ ਜੂਗਾ ਉੱਥੇ ਉਹਨੂੰ, ਚੱਲ ਬਈ ਤੈਨੂੰ ਘਰ ਛੱਡ ਦੇਣਾ ਜਾ ਕੇ ਫ੍ਰੀ 'ਚ। ਜੇ ਕਹਿੰਦੇ ਨਹੀਂ ਜਾਣਾ, ਇੱਥੇ ਜੀ ਲੱਗਿਆ ਬੈਠਾ ਰਹੋ। ਵੀ ਦਰਿਆ ਦੇ ਵਿੱਚ ਕਿਸ਼ਤੀ ਹੈ, ਜਹਾਜ਼ ਚੱਲਦਾ ਹੈ, ਜਿਹਨੇ ਵਿੱਚ ਚੜ੍ਹਨਾ ਚਲਿਆ ਜਾਓ, ਦਰਿਆ ਨੇ ਤਾਂ ਲੈ ਜਾਣਾ। ਉਹ ਇੰਜਣ ਥੋੜੀ ਚੱਲਦਾ ਉੱਥੇ, ਫ੍ਰੀ 'ਚ ਜਾਂਦਾ। ਨਿਤ ਪ੍ਰਤੀ ਬਣਾਏ ਬਹੁ ਭਗਤੀ ਭਾਏ, ਨਿਤ ਪ੍ਰਤੀ ਬਣਾਏ ਬਹੁ ਭਗਤੀ ਭਾਏ, ਬਸ ਨਿਤ ਪ੍ਰਤੀ ਉਹਦੀ ਤਾਂ ਬਣਦੀ ਟੁੱਟਦੀ ਹੈ ਹੀ ਨਹੀਂ, ਨਿਭਦੀ ਹੈ ਨਿਤ ਪ੍ਰਤੀ। ਉਹਦੇ ਮਨ ਦੇ ਵਿੱਚ ਉਹਦੀ ਤਾਂ ਰੋਜ਼ ਵਿਗੜੀ ਬਣਦੀ ਹੋਈ ਹੈ, ਸਿਮਰਦੀ ਹੋਈ ਹੈ। ਉਹ ਕੋਈ ਆਪਣੀ ਸਮਾਰੇ, ਉਹਨੂੰ ਤਾਂ ਆਪਣਾ ਹੀ ਚਾਅ ਹੈ, ਆਪਣੀ ਭਗਤੀ ਦਾ। ਬਹੁ ਭਗਤੀ ਭਾਏ, ਹਾਂ ਭਗਤੀ ਦੇ ਉਹਨੂੰ ਭਗਤੀ ਪਾਉਂਦੀ ਹੈ, ਉਹ ਕਰਦਾ ਹੈ, ਉਹ ਗਾਉਂਦਾ, ਲੋਕ ਸੁਣਦੇ ਨੇ, ਲੋਕਾਂ ਦੇ ਕੀ ਅਸਰ ਪੈਂਦਾ ਕੀ ਨਹੀਂ ਪੈਂਦਾ ਇਹ ਉਹਦਾ ਵਿਸ਼ਾ ਨਹੀਂ ਹੈ। ਇਹ ਜਿਹੜਾ ਸੁਣਨ ਵਾਲਾ ਉਹਦਾ ਵਿਸ਼ਾ, ਇਹ ਆ ਪਰਮੇਸ਼ਰ ਦਾ ਵਿਸ਼ਾ। ਉਹਦੀ ਇਹ ਡਿਊਟੀ ਨਹੀਂ ਹੈ। ਉਹਦਾ ਕੰਮ ਕੀ ਹੈ? ਉਹਦਾ ਕੰਮ ਹੈ ਦੱਸਣਾ, ਬਸ ਲੈਣਾ
ਸੁਣਨਾ ਮੰਨਣਾ ਉਹਦਾ ਵਿਸ਼ਾ ਨਹੀਂ, ਉਹਦੀ ਡਿਊਟੀ ਨਹੀਂ। ਇਹ ਉਹਨਾਂ ਦੀ ਡਿਊਟੀ ਹੈ। ਉਹਨਾਂ ਦੇ ਚੰਗੇ ਕਰਮ ਹੋ, ਉਹਨਾਂ ਦੇ ਮਾੜੇ ਕਰਮ। ਅਭਾਗਾ ਇਹ ਭਗਵਾਨ, ਲੈਣ ਵਾਲਾ ਨਾ ਲੈਣ ਵਾਲਾ ਅਭਾਗਾ, ਲੈਣ ਵਾਲਾ ਸੁਭਾਗਾ। ਸੁਭਾਗਾ ਬਣਨਾ ਕਿਸੇ ਨੇ ਉਹਦੀ ਮਰਜ਼ੀ, ਨਹੀਂ ਬਣਨਾ ਉਹਦੀ ਮਰਜ਼ੀ। ਉਹਦੀ ਸਿਹਤ ਤੇ ਕੀ ਅਸਰ? ਇਹ ਹੈ ਜਿਹੜਾ ਸਿੱਖ ਮਤ ਹੈ, ਉਹਦਾ ਬੇਸ ਇਹ ਹੈ। ਇਹ ਸਿੱਖ ਮਤ ਦੀ ਗੱਲ ਹੈ ਬਿਲਕੁਲ। ਅੱਜ ਵਾਲੀ ਜਿਹੜੀ ਖਾਲਸਾ ਮਤ ਆ, ਸਿੱਖ ਮਤ ਹੈ, ਇਹ ਉਹਦੀ ਗੱਲ ਹੈ। ਇਹ ਸਿੱਖ ਮਤ ਜੋਗੀ ਹੈ। ਦੇਖੋ ਕਿੱਥੋਂ ਆਇਆ? ਸਮਾਧੀ ਯੋਗ, ਧਿਆਨ ਯੋਗ ਚੋਂ ਆਇਆ, ਗਿਆਨ ਯੋਗ ਚ ਆ ਗਿਆ। ਆਖਰ ਗਿਆਨ ਯੋਗ ਚ ਆਉਣਾ ਪਊ। ਆ ਜਾਓ ਚਾਹੇ ਕਿ ਜਿੱਤ ਦੁਆਰੇ ਉੱਭਰਿਆ, ਉੱਥੇ ਉੱਭਰਿਆ, ਸੰਤੋਖ ਤੱਕ ਆਇਆ, ਫੁੱਲ ਤੱਕ ਆਇਆ, ਫੜ ਨਹੀਂ ਲੱਗਿਆ। ਇਸਲਾਮ ਚੋਂ ਵੀ ਆਏ ਨੇ ਲੋਕ, ਇਸਲਾਮ ਚੋਂ ਵੀ ਆਏ ਨੇ। ਗੰਗਾ ਦੇ ਭਗਤ ਵੀ ਆਏ ਨੇ, ਗੁਰੂ ਅਮਰਦਾਸ ਜੀ ਆਏ ਨੇ, ਗੁਰੂ ਅੰਗਦ ਦੇਵ ਜੀ ਉਹ ਦੇਵੀ ਦੀ ਪੂਜਾ ਕਰਦੇ ਨੇ ਪੱਥਰ, ਉਹ ਵੀ ਆਏ ਨੇ। ਕੋਈ ਆ ਜਾਓ, ਕਿਤੋਂ ਆ ਜਾਓ। ਇੱਥੇ ਆ ਕੇ ਰਸਤਾ ਇੱਕੋ ਹੀ ਆ ਗਿਆਨ ਯੋਗ ਦਾ, ਫਿਰ ਦੂਜਾ ਰਸਤਾ ਨਹੀਂ ਹੈ। ਦੋ ਪਦਾਰਥ ਇਹਦੇ ਨਾਲੇ ਮਿਲਣੇ ਨੇ, ਦੋ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਮਿਲ ਜਾਣਗੇ। ਉਹ ਗਿਆਨਤਾ ਨਾਲ ਵੀ ਮਿਲ ਜਾਣੇ ਨੇ। ਹਨੇਰੇ ਦਾ ਹੀ ਕਰਦਾ ਸੀ ਪਹਿਲਾਂ ਦੌੜ। ਉਹ ਦੇਖੋ ਨਾ, ਸੰਤੋਖ ਤੱਕ ਦੀ ਤੁਸੀਂ ਆਪਣੇ ਮਨ ਨੂੰ ਵੀ ਬਣਾ ਸਕਦੇ ਹੋ। ਸਾਰੇ ਜਾਣਦੇ ਨੇ ਗੱਲ।